जी भी जी स्टार्ट कर लो जी। नेक्स्ट सेशन तैयार कर लो। कल भी किसी वीर ने सवाल पूछना किया कि माता जी ਨੂੰ ਪੁੱਛਿਆ, ਭੂਆ ਜੀ ਨੂੰ ਮਾਫੀ ਚਾਹੁੰਦਾ, ਭੂਆ ਜੀ ਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ 3 ਦਿਨ ਵਿੱਚ ਉਹ ਕਿਸ ਤਰ੍ਹਾਂ ਨਿਰੋਗੀ ਹੋਏ, ਉਹਨਾਂ ਨੇ ਡਿਪਰੈਸ਼ਨ ਦਾ ਰੋਗ ਕਿਸ ਤਰ੍ਹਾਂ ਦੂਰ ਕੀਤਾ। ਕਿਸੇ ਨੇ ਮੈਨੂੰ ਭੇਜਿਆ, ਗੁਰਵਿੰਦਰ ਵੀਰ ਜੀ ਨੇ ਸ਼ਾਇਦ ਮੈਨੂੰ ਵੀ ਜੀ ਨੈਕਸਟ ਸੰਡੇ। ਹਾਂਜੀ जी, वो डिटेल ਵਿੱਚ ਹੈ ਮੇਰੇ ਖਿਆਲ ਉਸ ਨਾਲ। ਬਾਬਤ ਨੈਕਸਟ ਸੰਡੇ ਸੈਸ਼ਨ ਹੋਏਗਾ। हाँ जी, मेरे ख्याल नाल आज काफी हद तक जवाब मिल गया होना है। अब तो जाए चढ़े सिंहासन, मिले हैं सारंग पानी, राम कबीरा एक वे हैं, कोई ना सके पछाणी। ते मेरे ख्याल नाल 3 दिन ਦਾ ਸਮਾਂ ਵੀ ਬਹੁਤ ਵੱਡਾ ਸਮਾਂ। ਜਦੋਂ ਮਨ ਸੱਚ ਤੋਂ ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ, ਉਹਨੂੰ ਪਲ ਭਰ ਦਾ ਸਮਾਂ ਲੱਗਦਾ ਹੈ, ਉਹ ਸਿੰਘਾਸਨ ਤੇ ਚੜ ਜਾਂਦਾ ਹੈ। ਉਹਨੂੰ ਦੇਰੀ ਨਹੀਂ ਲੱਗਦੀ, ਉਹ ਵਿਕਾਰਾਂ ਦੇ ਮੋਹ ਨੂੰ ਛੱਡ ਕੇ ਸਿੰਘਾਸਨ ਤੇ ਚੜ ਜਾਂਦਾ ਹੈ। 3 ਦਿਨ ਦਾ ਸਮਾਂ ਤੇ ਬਹੁਤ ਹੀ ਵੱਡਾ, ਮੇਰੇ ਖਿਆਲ ਨਾਲ 3 ਪਲ ਦਾ ਸਮਾਂ ਵੀ ਵੱਡਾ ਸਮਾਂ ਹੈ। ਪਲਕ ਝਪਕਦੇ ਹੀ ਮਨ ਜਿਹੜਾ ਸਿੰਘਾਸਨ ਤੇ ਚੜ ਜਾਂਦਾ ਹੈ। ਕਿਹੜਾ ਸਿੰਘਾਸਨ ਚੜਦਾ ਹੈ? ਝੂਠ ਨੂੰ ਛੱਡ ਕੇ ਸੱਚ ਨਾਲ ਜੁੜ ਜਾਣਾ, ਇਹੋ ਸਿੰਘਾਸਨ ਨੂੰ ਚੜਨਾ ਹੈ। ਜੀ ਤਜਿੰਦਰ ਵੀਰ ਜੀ, ਤੁਸੀਂ ਅੱਜ ਦਾ ਤਜਿੰਦਰ ਵੀਰ ਜੀ ਬੇਨਤੀ ਹੈ ਵੀ ਜੀ ਇੱਕ ਸ਼ਬਦ ਵੀ ਆਉਂਦਾ ਹੈ ਗੁਰੂ ਸਾਹਿਬ ਦਾ ਕਿ ਇੱਕ ਛਿਨ ਦਰਸ਼ਨ ਦੀਜੇ। ਉਹ ਵੀ ਜੀ ਦਰਸ਼ਨ ਕੋਈ ਸਾਡੀ ਸਾਨੂੰ ਦੇਹ ਦਾ ਤੇ ਮਿਲਣਾ ਸੀ ਨਹੀਂ ਸੀਗਾ, ਉਸ ਗਿਆਨ ਦਾ ਹੀ ਹੈਗਾ ਦਰਸ਼ਨ। ਜੀ ਬਿਲਕੁਲ। ਤੇ ਗੁਰੂ ਸਾਹਿਬ ਤੇ ਇੱਕ ਛਿਨ ਵਿੱਚ ਵੀ ਪਲਟੀ ਕਰ ਸਕਦੇ ਨੇ ਜੀਸੀ ਦਾ ਜੀਵਨ ਵਿੱਚ। ਜੀ ਬਿਲਕੁਲ ਜੀ ਵਿੰਦੀ ਬੁਆ ਜੀ, ਪਹਿਲੇ ਮੈਂ ਸਭ ਤੋਂ ਪਹਿਲੇ ਵਿੰਦੀ ਬੁਆ ਜੀ ਇੱਕ ਤੇ ਬੇਨਤੀ ਹੈ ਆਪਣੀ ਆਡੀਓ। ਜੀ ਸੁਖਵਿੰਦਰ ਵੀਰ ਜੀ। ਸੁਖਵਿੰਦਰ ਵੀਰ ਜੀ ਕੁਝ ਕਹਿ ਰਹੇ ਸੀ। ਵੀਰ ਜੀ ਜਿਹੜਾ ਨਾ ਗੁਰਬਾਣੀ ਦਾ ਸਿਧਾਂਤ ਹੈ ਉਹ ਹੈਗਾ ਕਿ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਓ ਮੇਰਾ। ਇਹ ਵਿਕਾਰਾਂ ਦੇ ਵਿੱਚ, ਵਿਚਾਰਾਂ ਵਿੱਚ, ਅਵਗੁਣਾਂ ਵਿੱਚ, ਭਾਵ ਡਿਪਰੈਸ਼ਨ ਵਰਗੇ ਬਹੁਤ ਸਾਰੇ ਰੋਗਾਂ ਵਿੱਚ ਚਲੇ ਜਾਂਦਾ ਹੈ, ਮਰ ਜਾਂਦਾ ਹੈ ਸੁੱਖਾਂ ਵਿੱਚੋਂ। ਕਦੋਂ? ਜਿਤ ਵੇਲਾ ਵਿਸਰੈ, ਜਿਸ ਦਾ ਮੂਮੈਂਟ ਅਸੀਂ ਆਪਣੇ ਵਿਚਾਰਾਂ ਨੂੰ ਸਤਿਗੁਰੂ ਦੇ ਵਿਚਾਰਾਂ ਤੋਂ ਤੋੜਿਆ, ਉਸੇ ਟਾਈਮ ਅਸੀਂ ਰੋਗਾਂ ਵੱਲ ਜਾਣ ਲੱਗ ਜਾਂਦੇ। ਤੇ ਇਸੇ ਤਰ੍ਹਾਂ ਹੀ ਜਿਸ ਰੋਗਾਂ ਦੇ ਵਿੱਚ ਵਿਚਰਦੇ ਵੀ ਅਸੀਂ ਜਿਸ ਵਕਤ ਵੀ ਵਾਪਸ ਆਪਣਾ ਯੂ ਟਰਨ ਕਰਦੇ ਹਾਂ, ਵਾਪਸ ਅਸੀਂ ਆਪਣਾ ਧਿਆਨ ਫੇਰਦੇ ਹਾਂ ਸਤਿਗੁਰੂ ਜੀ ਦੇ ਵੱਲ, ਜਿਹਨੂੰ ਕਹਿੰਦੇ ਫੇਰ ਕੇ ਅੱਗੇ ਰੱਖੇ। ਬਸ ਅੱਗੇ ਰੱਖਿਆ ਸਾਰੀ। ਜੇ ਇੱਕ ਵੇਲੇ ਨਾਲ ਅਸੀਂ ਮਰ ਜਾਂਦੇ ਹਾਂ ਤਾਂ ਇੱਕ ਵੇਲੇ ਨਾਲ ਸਾਡਾ ਜਨਮ ਵੀ ਹੋ ਜਾਂਦਾ। ਇੱਕ ਸੈਕਿੰਡ, ਜਿਸ ਵੇਲਾ, ਅਗਰ ਇੱਕ ਕਹਿੰਦੇ ਨਾ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਅਗਰ ਇੱਕ ਵੇਲਾ ਵਿਸਰਨ ਦੇ ਨਾਲ ਅਸੀਂ ਮਰ ਜਾਂਦਾ ਤੇ ਇੱਕ ਵੇਲੇ ਅਗਰ ਅਸੀਂ ਚੇਤਾ ਵੀ ਕਰਦੇ ਹਾਂ ਤਾਂ ਵਾਪਸ ਸਤਿਗੁਰੂ ਦੇ ਘਰ ਸਾਡਾ ਜਨਮ ਵੀ ਹੋ ਜਾਂਦਾ। ਪੁਰਾਣਾ ਅਸੀਂ ਰੋਗਾਂ ਵੱਲੋਂ ਨਿਕਲਣਾ ਵੀ ਸ਼ੁਰੂ ਕਰ ਦਿੰਦੇ। ਇਸ ਨੂੰ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਕਦੋਂ? ਸੁਣੀ ਸੱਚੀ ਬਾਣੀ। ਬਸ ਅੰਦਰਲੀ ਵਸਦੇ ਰੱਬ ਜੀ ਸਤਿਗੁਰੂ ਜੀ ਦੀ ਗੱਲ ਸੁਣਨੀ ਸ਼ੁਰੂ ਕੀਤੀ, ਉਸੇ ਟਾਈਮ ਦੁੱਖ ਰੋਗ ਸੰਤਾਪ ਉਤਰਨੇ ਸ਼ੁਰੂ। ਅਸੀਂ ਸੁਣਨਾ ਜਦੋਂ ਆਰੰਭ ਕਰਾਂਗੇ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ, ਬਸ ਸਾਡਾ ਉਦੋਂ ਹੀ ਰੋਗਾਂ ਤੋਂ ਛੁਟਕਾਰਾ ਸ਼ੁਰੂ ਹੋ ਜਾਂਦਾ। ਉਸੇ ਮੂਵਮੈਂਟ ਤੋਂ ਦੁੱਖ ਰੋਗ ਸੰਤਾਪ ਉਤਰੇ ਕਦੋਂ? ਸੁਣੀ ਸੱਚੀ ਬਾਣੀ। ਸੱਚੀ ਬਾਣੀ ਦੀ ਵਿਚਾਰਧਾਰਾ ਸੁਣਨੀ ਸ਼ੁਰੂ ਕੀਤੀ, ਉਹ ਵਿਚਾਰਾਂ ਨੂੰ ਸੁਣ ਕੇ ਮੰਨਣਾ ਸ਼ੁਰੂ ਕੀਤਾ, ਬਸ ਉਸੇ ਮੂਵਮੈਂਟ ਅਸੀਂ ਠੀਕ ਹੋ ਜਾਂਦੇ। ਬਾਕੀ ਬਾਡੀ ਵਿੱਚੋਂ ਤਾਂ ਸ਼ਾਇਦ ਕੁਝ ਦਿਨਾਂ ਤੱਕ ਸਾਨੂੰ ਝਲਕਾਰੇ ਮਿਲਣ ਕਿ ਅੰਦਰੋਂ ਅਸੀਂ ਇੱਕਦਮ ਠੀਕ ਹੋ ਜਾਂਦੇ। ਇਹ ਗੁਰਬਾਣੀ ਆਖਰ ਸਾਡੇ ਅੰਦਰਲੇ ਜਿਹੜੇ ਆਦਿ ਵਿਆਧੀ ਉਪਾਧੀ ਹੈ ਨਾ, ਆਦਿਆਂ ਨੂੰ ਮਾਨਸਿਕ ਰੋਗ ਆਖਦੇ ਨੇ, ਵਿਆਧੀਆਂ ਨੂੰ ਸਰੀਰਕ ਰੋਗ ਆਖਦੇ ਨੇ, ਤੇ ਜਿਹੜੀ ਉਹਦੀ ਉਪਾਧੀ ਉਹ ਹੁੰਦੀ ਵੀ ਦੁਨੀਆ ਵੱਲੋਂ ਜਿਹੜੇ ਸਾਨੂੰ ਰੋਗ ਮਿਲੇ ਹੋਏ। ਅੱਜ ਜਿਵੇਂ ਕਰੋਨਾ ਵੱਲ ਗਈ ਹੈ ਨਾ, ਇਹ ਸਾਨੂੰ ਰੋਗ ਦੀ ਦਾਤ ਮਿਲੀ ਹੋਈ ਹੈ, ਰੱਬ ਵੱਲੋਂ ਨਹੀਂ ਆਈ ਹੋਈ। ਇਹ ਕਿਸੇ ਨਾ ਕਿਸੇ ਲੈਬ ਵਿੱਚੋਂ ਨਿਕਲੀ ਹੈ, ਕਿਹੜੀ ਕੰਟਰੀ ਦੀ ਉਹ ਨਹੀਂ ਪਤਾ, ਬਟ ਇਹ ਮੈਨ ਮੇਡ ਵਾਇਰਸ ਹੈ, ਨਾਟ ਗੋਡ ਮੇਡ ਵਾਇਰਸ। ਇਹ ਉਪਾਧੀ ਰੋਗ ਨੇ ਜਿਹਦੇ ਚ ਸਾਡਾ ਵਾਸਤੇ ਸਾਨੂੰ ਇਹਦੇ ਵਿੱਚ ਧਕੇਲ ਦਿੱਤਾ ਗਿਆ। ਇਸ ਤਰ੍ਹਾਂ ਦੇ ਹੋਰ ਵੀ ਬੜੇ ਸਾਰੇ ਵਾਇਰਸਿਸ ਨੇ ਜਿਹੜੇ ਲੈਬ ਵਿੱਚ ਬਣਦੇ ਨੇ, ਉਹਨੂੰ ਉਪਾਧੀ ਰੋਗ ਵੀ ਸਤਿਗੁਰੂ ਜੀ ਆਖਦੇ ਨੇ। ਕਿ ਉਹ ਅਸੀਂ ਆਰਾਮ ਨਾਲ ਕਾਰ ਚਲਾਉਂਦੇ ਜਾ ਰਹੇ ਹਾਂ, ਦੂਸਰੇ ਨੇ ਕੋਈ ਗਲਤੀ ਕੀਤੀ, ਸਾਡੀ ਕਾਰ ਟੱਕਰ ਮਾਰਦੀ, ਉਹਦੇ ਨਾਲ ਸਾਡਾ ਜਿਹੜਾ ਨੁਕਸਾਨ ਹੋਇਆ, ਜੋ ਅਸੀਂ ਉੱਥੇ ਝਗੜਾ ਜਾਂ ਕਿਸੇ ਨੇ ਸਾਡੇ ਤੇ ਝਗੜਾ ਪਵਾ ਦਿੱਤਾ, ਅਸੀਂ ਨਹੀਂ ਕਹਿੰਦੇ ਸਾਡੇ ਘਰ ਕੋਈ ਪੁਲਿਸ ਵਾਲੇ ਨੇ ਸਾਡੇ ਘਰ ਕੋਈ ਇਲੀਗਲ ਆਈਟਮਸ ਰੱਖ ਕੇ ਸਾਡੇ ਤੇ ਝੂਠਾ ਕੇਸ ਪਵਾਤਾ ਕਿਸੇ ਦੇ ਕਹਿਣ ਤੇ। ਇਹ ਵੀ ਇਸ ਤਰ੍ਹਾਂ ਵੀ ਚੱਲ ਰਿਹਾ। ਇਹਨਾਂ ਨੂੰ ਇਹ ਉਪਾਧੀ ਰੋਗਾਂ ਦੇ ਵਿੱਚ ਆਉਂਦੇ। ਪਰ ਗੱਲ ਕਿੱਥੇ ਸਤਿਗੁਰੂ ਜੀ ਕਰਦੇ, ਕਹਿੰਦੇ ਨੇ ਤੁਹਾਡੇ ਸਾਰੇ ਰੁੱਖ ਦੂਰ ਹੋ ਜਾਣਗੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਰੁਕ ਰਾਸ, ਤਾਂ ਕੋ ਬਿਗਨ ਨਾ ਕੋ ਲਾਗੇ, ਜਾਂ ਕੀ ਪ੍ਰਭ ਅਗੇ ਅਰਦਾਸ। ਜਦੋਂ ਅਸੀਂ ਅਰਦਾਸ ਕਰਨ ਦਾ ਮਤਲਬ ਕੀ ਹੁੰਦਾ ਹੈ? ਅਸੀਂ ਮੰਨਦੇ ਹਾਂ ਸਤਿਗੁਰੂ ਜੀ ਮੈਂ ਦੁੱਖਾਂ ਵਿੱਚ ਫਸਿਆ ਹੋਇਆ ਹਾਂ, ਮੈਂ ਬੜਾ ਦੁਖੀ ਹਾਂ, ਮੈਂ ਸਰੈਂਡਰ ਕਰਦਾ ਤੁਹਾਡੇ ਅੱਗੇ, ਮੈਨੂੰ ਬਚਾ ਲਓ। ਅਸੀਂ ਸਰੈਂਡਰ ਨਹੀਂ ਕਰਦੇ। ਅਰਦਾਸ ਦਾ ਭਾਵ ਹੁੰਦਾ ਹੈ
ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਸਤਿਗੁਰੂ ਦੇ ਅੱਗੇ, ਪੂਰਾ ਸਮਰਪਣ ਕਰ ਦੇਣਾ, ਮੰਨਣਾ ਵੀ ਸਤਿਗੁਰੂ ਜੀ ਮੈਂ ਦੁਖੀ ਹਾਂ, ਮੈਂ ਰੋਗਾਂ 'ਚ ਫਸਿਆ ਹੋਇਆ, ਮੈਂ ਮਾਇਆ ਵਿੱਚ ਫਸਿਆ, ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ, ਮੈਂ ਮੰਨਦਾ ਹਾਂ ਸਤਿਗੁਰੂ ਜੀ ਹੁਣ ਮੈਨੂੰ ਤੁਸੀਂ ਰੱਖ ਲਓ ਆਪਣੇ 'ਚ। ਅਸੀਂ ਜਦੋਂ ਸਰੈਂਡਰ ਕਰਦੇ ਹਾਂ ਉਸੇ ਟਾਈਮ ਅਸੀਂ ਤਿੰਨੇ ਤਾਪਾਂ ਤੋਂ ਸਤਿਗੁਰੂ ਜੀ ਸਾਨੂੰ ਰੱਖ ਲੈਂਦੇ, ਅਰਦਾਸ ਸੁਣ ਲੈਂਦੇ ਨਾਲ ਦੀ ਨਾਲ। ਹਾਂਜੀ ਜੀ ਵੀਰ ਜੀ, ਤੇ ਸੌਰੀ ਅਸੀਂ ਜਿਹੜੇ ਸੰਗਤ ਫੇਸਬੁੱਕ ਤੋਂ ਵਾਪਸ ਇੱਥੇ ਆਈ ਹੈ ਉਹਨਾਂ ਨੂੰ ਦੱਸ ਦਈਏ ਕਿ ਇਹ ਸੈਸ਼ਨ ਪਤਾ ਨਹੀਂ ਸੀਗਾ ਕਿਸ ਬਾਬਤ ਹੋਣਾ ਹੈ, ਇਸ ਲਈ ਲਾਈਵ ਫੇਸਬੁੱਕ ਤੇ ਬੰਦ ਹੋ ਗਿਆ ਸੀਗਾ, ਇੱਥੇ ਚੱਲ ਰਿਹਾ ਸੈਸ਼ਨ। ਦੂਜਾ ਇੱਕ ਬੇਨਤੀ ਹੈ ਰਵਿੰਦਰ ਅੰਕਲ ਪੁਣੇ ਤੋਂ, ਮੈਂ ਉਹਨਾਂ ਦਾ ਆਡੀਓ ਔਨ ਕਰਤਾ। ਅੰਕਲ ਪਲੀਜ਼ ਬਿੰਦੀ ਭੂਆ ਜੀ ਅੱਜ ਤੁਸੀਂ ਆਡੀਓ ਆਫ ਨਾ ਕਰਨਾ ਹੁਣ, ਕਿਉਂਕਿ ਇਹ ਸੈਸ਼ਨ ਕੱਲ ਬਾਬਤ ਦੀ ਹੈਗਾ। ਰਵਿੰਦਰ ਅੰਕਲ ਹਰਵਿੰਦਰ ਅੰਕਲ ਦੇ ਬ੍ਰਦਰ ਹੈਗੇ ਨੇ, ਉਹ ਕੁਝ ਸਾਂਝ ਪਾਣਾ ਚਾਹੁੰਦੇ ਨੇ ਕੱਲ ਦੇ ਸੈਸ਼ਨ ਦੇ ਬਾਰੇ। ਇਹ ਕੀ ਕਹਿੰਦੇ ਆਪਣਾ ਤਜਿੰਦਰ ਵੀ ਜੀ, ਇੱਕ ਸੈਕਿੰਡ, ਤੁਸੀਂ ਜਿਹੜਾ ਕੁਐਸਚਨ ਪੁੱਛਿਆ ਸੀ ਨਾ ਕਈ ਕੋਟ ਭੂਤ ਪ੍ਰੇਤ ਸ਼ੁਕਰ, ਭਾਈ 2 ਮਿੰਟ ਉਹਦੇ ਨਾਲ ਗੱਲ ਕਰ ਲਈ ਪਲੀਜ਼ ਵੀਰ ਜੀ, ਲੈ ਲਓ। ਯੈਸ, ਥੈਂਕ ਯੂ ਵੀਰ ਜੀ। ਉਹਦੇ ਵਿੱਚ ਜਿਹੜਾ ਆਇਆ ਨਾ ਪ੍ਰੇਤ ਲਫ਼ਜ਼ ਆਇਆ ਨਾ ਗੁਰਬਾਣੀ ਦੇ ਵਿੱਚ, ਪ੍ਰੇਤ ਆਪਾਂ ਕਈ ਸ਼ਬਦਾਂ ਵਿੱਚ ਆਉਂਦਾ, ਆਪਾਂ ਸਮਝ ਲਈਏ। ਗੁਰਬਾਣੀ 'ਚ ਸ਼ਬਦ ਇਹ ਵੀ ਆਉਂਦਾ ਕਿ ਕਹਿੰਦੇ ਨੇ ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਹਨਾ, ਉਹਨਾਂ ਨੂੰ ਪ੍ਰੇਤ ਆਖਦੇ ਨੇ। ਭਾਵ ਜਦੋਂ ਅਸੀਂ ਸਤਿਗੁਰੂ ਦੀ ਵਿਚਾਰਧਾਰਾ ਤੋਂ ਉਲਟ ਕੰਮ ਕਰਦੇ ਹਾਂ ਨਾ ਤਾਂ ਸਾਡੇ ਵਿਚਾਰਾਂ ਨੂੰ ਹੀ ਪ੍ਰੇਤ ਆਖਿਆ ਜਾਂਦਾ। ਇੱਕ ਹੋਰ ਸ਼ਬਦ ਹੈ, ਕਹਿੰਦੇ ਨੇ ਮਾਇਆ ਮੋਹ ਪ੍ਰੇਤ ਹੈ, ਮਾਇਆ ਦੇ ਮੋਹ ਨੂੰ ਪ੍ਰੇਤ ਆਖਿਆ ਜਾਂਦਾ, ਗੁਰਬਾਣੀ ਦੀ ਇਹ ਡੈਫੀਨੇਸ਼ਨ ਹੈ। ਇਸ ਹਿਸਾਬ ਦੇ ਨਾਲ ਅਸੀਂ ਸਾਰੇ ਪ੍ਰੇਤ ਹਾਂ ਅਗਰ ਅਸੀਂ ਮਾਇਆ ਦੇ ਵਿਚਾਰਾਂ ਨੂੰ ਅਪਣਾ ਕੇ ਜ਼ਿੰਦਗੀ ਜੀ ਲਈ। ਅਗਰ ਸਾਨੂੰ ਦੂਜੇ ਦੁਰਮਤ ਵਾਲੇ ਮਾਇਆਵੀ ਖਿਆਲ ਸਾਨੂੰ ਪਸੰਦ ਆ ਰਿਹਾ ਤੇ ਅਸੀਂ ਉਹਦੇ ਅਨੁਸਾਰ ਕਾਰਵਾਈ ਕਰ ਰਹੇ ਹਾਂ ਤਾਂ ਉਹ ਮਾਇਆ ਦੇ ਮੋਹ ਵਾਲੇ ਖਿਆਲਾਂ ਨੂੰ ਪ੍ਰੇਤ ਆਖਿਆ ਜਾਂਦਾ ਤੇ ਉਹ ਅਸੀਂ ਅਪਣਾ ਚੁੱਕੇ ਹੋਏ ਹਾਂ ਵਿਚਾਰ। ਇਸ ਲਈ ਅਸੀਂ ਪ੍ਰੇਤ ਜੁਨੀ ਵਿੱਚ ਹਾਂ, ਜਿਵੇਂ ਕਹਿੰਦੇ ਨਾ ਪ੍ਰੇਤ ਕਈ ਕੋਟ ਭੂਤ ਪ੍ਰੇਤ ਸ਼ੁਕਰ, ਉਹ ਕੀ ਹੋਇਆ ਅਸੀਂ ਅਜੇ ਅਜੂਨੀ ਨਹੀਂ ਬਣੇ, ਅਸੀਂ ਅਜੇ ਪ੍ਰੇਤ ਵਾਲੀ ਜੁਨੀ ਚ ਘੁੰਮ ਰਹੇ। ਅਗਰ ਅਸੀਂ ਮਾਇਆ ਦੇ ਵਿਚਾਰਾਂ ਨਾਲ ਮੋਹ ਪਾਇਆ ਹੋਇਆ ਤਾਂ ਅਸੀਂ ਅਜੇ ਪ੍ਰੇਤ ਵਾਲੀ ਜੁਨੀ ਵਿੱਚ ਹਾਂ। ਸਤਿਗੁਰੂ ਜੀ ਕਹਿੰਦੇ ਕਈ ਕੋਟ ਭੂਤ ਪ੍ਰੇਤ, ਕਹਿੰਦੇ ਨੇ ਕਰੋੜਾਂ ਹੀ ਇਸ ਤਰ੍ਹਾਂ ਦੇ ਕੀ ਕਹਿੰਦੇ ਆਪਾਂ ਸਾਡੇ ਸਾਰਿਆਂ ਨੂੰ ਦੱਸਿਆ ਕਿ ਅਸੀਂ ਸਾਰੇ ਕਰੋੜਾਂ ਲੋਕ ਅਸੀਂ ਮਾਇਆ ਦੇ ਮੋਹ ਦੇ ਵਿੱਚ ਪ੍ਰੇਤਾਂ ਦੇ ਵਿੱਚ ਕੀ ਕਹਿੰਦੇ ਪ੍ਰੇਤ ਰੂਪੀ ਜੁਨੀਆਂ ਵਿੱਚ ਬਤੀਤ ਕਰ ਰਹੇ ਹਾਂ। ਮਾਇਆ ਦੇ ਮੋਹ ਦੇ ਵਿਚਾਰ ਵੀ ਕਰੋੜਾਂ ਨੇ, ਉਹ ਵੀ ਜਿਸ ਨੂੰ ਆਪਾਂ ਅੱਜ ਸਮਝ ਕੇ ਆਏ ਆ ਸੈਸ ਖਟੇ ਲੱਖ ਕੋਟ ਤਾਵੈ, ਲੱਖਾਂ ਹੀ ਵਿਚਾਰ ਨੇ ਮਾਇਆ ਦੇ ਮੋਹ ਦੇ ਵੀ ਲੱਖਾਂ ਹੀ ਵਿਚਾਰ ਨੇ, ਉਹਨਾਂ ਨੂੰ ਵੀ ਪ੍ਰੇਤ ਆਖਿਆ ਜਾਂਦਾ ਹੈ। ਤੇ ਜਿਹੜੇ ਬੰਦੇ ਜਿਵੇਂ ਅਸੀਂ ਜਿਹੜਾ ਮਨ ਧਾਰਨ ਕਰਦਾ ਹੈ ਉਹ ਵੀ ਪ੍ਰੇਤ ਜੁਨੀਆਂ ਵਿੱਚ ਹੀ ਹੈ, ਸਮਝ ਲਓ। ਉਹ ਉਸ ਐਂਗਲ ਤੋਂ ਸਤਿਗੁਰੂ ਜੀ ਸਮਝਾ ਰਹੇ ਨੇ ਸਾਨੂੰ। ਹਾਂਜੀ ਹਾਂਜੀ ਵੀਰ ਜੀ। ਜੀ ਜੀ ਥੈਂਕ ਯੂ। ਰਵਿੰਦਰ ਅੰਕਲ ਜੀ, ਰਵਿੰਦਰ ਵੀਰ ਜੀ। ਵੀਰ ਜੀ ਜਿਹੜਾ ਕੱਲ ਦਾ ਸੈਸ਼ਨ ਸੀ ਨਾ ਬਹੁਤ ਵਧੀਆ ਸੀ, ਤੇ ਜਿਹੜਾ ਆਪਾਂ ਕੱਲ ਗੱਲ ਕਰ ਰਹੇ ਸੀ ਨਾ, ਇਹ ਜਿਹੜਾ ਪ੍ਰੋਬਲਮ ਆਫ ਡਿਪਰੈਸ਼ਨ ਹੈ ਨਾ ਇਹ ਬਹੁਤ ਲੈਵਲ ਤੇ ਵਰਤਦਾ ਹੈ। ਔਰ ਸਾਨੂੰ ਜੇ ਹਰ ਸੋਲੂਸ਼ਨ ਆਫ ਲਾਈਫ ਸਾਨੂੰ ਗੁਰੂ ਕੋਲੋਂ ਮਿਲੇ ਨਾ, ਸਾਨੂੰ ਕਿਤੇ ਹੋਰ ਬਾਹਰ ਜਾਣ ਦੀ ਲੋੜ ਨਹੀਂ ਪਏਗੀ। ਜਿਹੜੇ ਸਟੂਡੈਂਟਸ ਨੇ ਨਾ, ਅੱਜ ਸਾਡੇ ਪੇਰੈਂਟਸ ਦਾ ਸੁਭਾਅ ਹੋਇਆ ਅਸੀਂ ਬੱਚਿਆਂ ਦੇ ਉੱਤੇ ਇਤਨਾ ਪ੍ਰੈਸ਼ਰ ਬਿਲਡ ਅਪ ਕਰਕੇ ਰੱਖਨੇ ਆ ਫॉर ਬੈਟਰ ਪਰਫਾਰਮੈਂਸ, और फिर कंपैरिजन करके बच्चों के नाल फलाने बच्चे ਨੂੰ इतना मिलिया, फलाने बच्चे ਨੂੰ ਇਹ ਆਂਦਾ ਹੈ, फलाने बच्चे ਨੂੰ ਉਹ ਇਹ ਵੀ ਚੀਜ਼ ਕਰ ਲੈਂਦਾ ਹੈ, ਕਰਕੇ ਬੱਚੇ ਨੂੰ ਅਸੀਂ ਡਿਪਰੈਸ਼ਨ ਅੰਦਰ ਧੱਕਲ ਦਿੰਦੇ ਆ ਜਾਂ ਨੈਗੇਟਿਵ ਥਾਟਸ ਅੰਦਰ ਧੱਕਲ ਦਿੰਦੇ ਆ। ਅਸੀਂ ਜੇ ਉਸ ਵਾਸਤੇ ਇੱਕ ਸੈਸ਼ਨ ਕਰੀਏ ਵੀ ਖਾਸ ਸਪੈਸ਼ਲ, ਜਿੱਥੇ ਅਸੀਂ ਮਤਲਬ ਜਿਹੜੇ ਬੱਚੇ ਨੇ ਉਹਨਾਂ ਦੇ ਮਤਲਬ ਪੇਰੈਂਟਸ ਨੂੰ ਵੀ ਸਮਝਾਈਏ ਤੇ ਬੱਚਿਆਂ ਨੂੰ ਸਮਝਾਈਏ ਕਿ ਵੀ ਇਸ ਮਤਲਬ जिकन देखो थोड़ी देर पहले हरविंदर भी जो सेलिंग की, इट इज नॉट अबाउट लाइफ एंड डेथ, इट इज अबाउट जीत और हार दी ਜਿਹੜੀ concept ਹੈ ਗੁਰਬਾਣੀ ਦਾ। ਅਸੀਂ ਅਲਟੀਮੇਟਲੀ ਬੱਚਿਆਂ ਨੂੰ ਕਿ we want to make them money earning machines or we want to make them ਭਈ ਪ੍ਰਾਪਤ ਮਾਨੁਕ ਦੇਵ ਜਾਂ ਗੋਬਿੰਦ ਬਲਿਨ ਕੀ ਇਹ ਤੇਰੀ ਬਰੀਆ, ਅਸੀਂ ਇਹਨਾਂ ਨੂੰ ਇਹ concept ਸਮਝਾ ਸਕੀਏ। ਲੇਕਿਨ ਅਸੀਂ ਪੈਰੈਂਟਸ ਵੀ ਕਨਫਿਊਜ਼ ਨਾ, we want our children to become money earning machines। ਉਸ ਵਾਸਤੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ ਉਹਨਾਂ ਦੇ ਕੋਲੋਂ ਬਹੁਤ ਜ਼ਿਆਦਾ ਮਤਲਬ ਕੰਪੈਰੀਜ਼ਨ ਕਰਕੇ ਉਹਨਾਂ ਨੂੰ ਨੈਗੇਟਿਵ ਥਾਟਸ ਨੂੰ ਇਤਨਾ ਪੁਸ਼ ਕਰ ਦਿੰਦੇ ਆ ਕਿ ਜੋ ਨਹੀਂ ਕੰਪਲੀਟ ਕਰ ਪਾਉਂਦੇ ਉਹ ਟਾਰਗੇਟ, ਤੇ ਫਿਰ ਦੇ ਗੋ ਇਨਟੂ ਡਿਪਰੈਸ਼ਨ ਐਂਡ ਫਿਰ ਸੁਸਾਈਡ। ਜਿਕਨ ਜੇ ਕੇਸਿਸ ਤੁਹਾਨੂੰ ਦਿਖਦੇ ਨੇ ਅਰਾਊਂਡ 10 12 ਦੇ ਬੱਚੇ ਜਿਹੜੇ ਨੇ ਉਹ ਐਗਜ਼ਾਮਸ ਤੋਂ ਪਹਿਲਾਂ ਸੁਸਾਈਡ ਕਰ ਲੈਂਦੇ ਕਿਉਂਕਿ ਦੇ ਫੀਲ ਕਿ ਉਹਨਾਂ ਦੀ ਪੜ੍ਹਾਈ ਨਹੀਂ ਹੋਈ ਪੂਰੀ। ਆਈ ਫੀਲ ਵੀ ਕੈਨ ਹੈਵ ਵਨ ਸਪੈਸ਼ਲ ਸੈਸ਼ਨ ਜਿਕਨ ਕੱਲ ਵਾਸਤੇ ਸੀ, ਉਹ ਕਹਿੰਦੇ ਇੱਕ ਸਪੈਸ਼ਲ ਸੈਸ਼ਨ ਹੋਵੇ ਜਿੱਥੇ ਬਹੁਤ ਸਾਰੇ ਬੱਚੇ ਵੀ ਬੈਨੀਫਿਟ ਕरेंगे, पेरेंट्स भी बेनिफिट करेंगे।
ठीक ये पोएट्री राइट, एब्सोल्युटली राइट। और करना चाहांगा देन यू कैन स्पीक ਕਿ ਕੱਲ ਅਸੀਂ ਡਿਸਾਈਡ ਕੀਤਾ ਸੀਗਾ ਕਿ ਕੁਝ ਬੱਚੇ ਨਾ ਉਹ ਝਿਜਕਦੇ ਵੀ ਨੇ ਔਰ ਓਪਨਲੀ ਆ ਕੇ ਕੁਐਸਚਨ ਵੀ ਨਹੀਂ ਕਰਨਗੇ ਇਸ ਤਰ੍ਹਾਂ ਦੇ ਤੇ ਅਸੀਂ ਕੁਐਸਚਨ ਤਿਆਰ ਕਰ ਲਾਂਗੇ ਔਰ ਯੂ ਗਾਟ ਆਰ ਪੁਆਇੰਟ ਠੀਕ ਹੈ ਯੈਸ ਕਿ ਸਾਡਾ ਕੁਐਸਚਨ ਕੀ ਹੈਗਾ ਬੱਚਿਆਂ ਦੇ ਬਾਬਤ ਤੇ ਨੈਕਸਟ ਸੰਡੇ ਜੋ ਕਲਾਸ ਹੋਏਗੀ ਤੁਸੀਂ ਇਫ ਯੂ ਵਾਂਟ ਵੀ ਕੈਨ ਟੇਕ ਦਾ ਕੁਐਸਚਨ ਔਰ ਇਫ ਯੂ ਵਾਂਟ ਯੂ ਕੈਨ ਸਪੀਕ ਇਟਸੈਲਫ without the question regarding this matter. Definitely I will like to talk first the mechanism of it ਕਿ ਪਹਿਲੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਕੈਨਿਜ਼ਮ ਸ਼ੁਰੂ ਕਿੱਥੋਂ ਹੁੰਦੀ ਹੈ, where does the root cause come. So I will take about 10 to 15 minutes time first to explain them. They may get the answers immediately, but then I will take the questions. ਪਹਿਲੇ ਪਤਾ ਲੱਗਣਾ ਚਾਹੀਦਾ ਡਿਪਰੈਸ਼ਨ ਆਇਆ ਕਿੱਥੋਂ ਹੈਗਾ, who has created it, who is responsible for it. ਜ਼ਿੰਮੇਵਾਰੀਆਂ ਉਠਾਣੀਆਂ ਪੈਣਗੀਆਂ. So I want that the children and the parents should all be in the session. पहले मैकेनिज्म समझा के उसके बाद we can have the full question and answers. Right. किसी और सज्जन ने कल बाबत कुछ विचार दे रविंदर जी ਦੀ ਸਜੈਸ਼ਨ ਜਿਹੜੀ ਹੈ ਬਹੁਤ ਅੱਛੀ ਸਜੈਸ਼ਨ ਹੈ ਔਰ ਮੈਂ ਸਾਰੀ ਜਿੰਨੀ ਜੁੜੀ ਸੰਗਤ ਦੇ ਨਾਲ ਉਹਨਾਂ ਦੇ ਅੱਗੇ ਵੀ ਬੇਨਤੀ ਕਰਨਾ ਚਾਹੁੰਦਾ ਅਸੀਂ ਇਸ ਤਰ੍ਹਾਂ ਦੇ ਕਈ ਵਿਸ਼ੇ ਢੂੰਡੇ ਵੀ ਹਨ ਔਰ ਕਈ ਢੂੰਡ ਵੀ ਰਹੇ ਹਾਂ ਤੇ ਵਾਰੀ ਹੁਣ ਸੰਡੇ ਦਾ ਦਿਨ ਅਸੀਂ ਪਰਪਸਲੀ ਰੱਖਣਾ ਚਾਹ ਰਹੇ ਹਾਂ ਕਿ ਹਰ ਸੰਡੇ ਅਸੀਂ ਇੱਕ ਵਿਸ਼ੇ ਨੂੰ ਲੈ ਕੇ ਅਸੀਂ ਡਿਸਕਸ ਕਰੀਏ ਕਿਉਂਕਿ ਬਹੁਤ ਜ਼ਰੂਰਤ ਹੈ। ਕੱਲ ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਹੋਇਆ ਉਹ ਕਿਧਰੇ ਸਾਡੇ ਆਲੇ ਦੁਆਲੇ ਸਾਡੇ ਪਰਿਵਾਰਾਂ ਵਿੱਚ ਵੀ ਨਾ ਪਨਪਰਿਆ ਹੋਇਆ, ਉਸ ਬਾਬਤ ਵਿਚਾਰਾਂ ਕਰਨੀਆਂ ਬਹੁਤ ਜ਼ਰੂਰੀ ਹੈ। ਸਾਨੂੰ ਬਿਲਕੁਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਇੱਕ ਬੇਨਤੀ ਹੋਰ ਹੈ ਨਾਲ ਦੇ ਨਾਲ ਛੋਟੀ ਜੀ ਕਿ ਸਮਾਂ ਥੋੜਾ ਜਿਹਾ ਵਧਾ ਲਿਆ ਜੇ ਸਾਰੇ ਵੀਰਾਂ ਦੀ ਜੋ ਵੀ ਵੀਰ ਵਿਚਾਰ ਦੇਣਾ ਚਾਹਣ ਉਹਨਾਂ ਦੀ ਤਾਂ ਜ਼ਰੂਰ ਲਿਆ ਜੇ। ਹਾਂਜੀ ਵੀਰ ਜੀ ਪਲੀਜ਼ ਨੋ ਪ੍ਰੋਬਲਮ ਵੀਰ ਜੀ। ਇੱਕ ਬੇਨਤੀ ਛੋਟੀ ਜੀ ਹੋਰ ਸੀਗੀ ਇਹਦੇ ਵਿੱਚ ਨਾਲ ਹੀ ਮੈਂ ਐਡ ਆਨ ਕਰਨਾ ਚਾਹੁੰਦਾ ਕਿ ਸਾਰੇ ਸੱਜਣਾਂ ਦੇ ਮੈਸੇਜ ਸੁਝਾਅ ਆ ਰਹੇ ਨੇ ਤੇ ਉਹ ਬੁਰਾ ਨਾ ਮੰਨਣ ਕਿ ਅਗਰ ਇਸ ਸੰਡੇ ਉਹ ਵਾਲਾ ਸੈਸ਼ਨ ਨਾ ਹੋ ਪਾਏ, ਹੋਏਗਾ ਜ਼ਰੂਰ ਉਹ ਸੈਸ਼ਨ ਕਦੀ ਨਾ ਕਦੀ ਹੋਏਗਾ ਜ਼ਰੂਰ, ਬਟ ਇਸ ਸੰਡੇ ਜੋ ਡਿਸਾਈਡ ਹੋ ਗਿਆ ਉਸ ਬਾਬਤ ਵਿਚਾਰ ਹੋਏਗੀ ਪਲਾਨ ਰਿਗਾਰਡਿੰਗ ਦਿਸ ਸੰਡੇ। ਉਸ ਤੋਂ ਬਾਅਦ ਬਾਕੀ ਅਸੀਂ ਤੁਹਾਡੇ ਸੁਝਾਅ ਲੱਗ ਕੇ ਨੋਟ ਡਾਊਨ ਕਰ ਰਹੇ ਹਾਂ, ਪੈਨ ਡਾਊਨ ਕਰ ਰਹੇ ਹਾਂ, ਕਦੀ ਨਾ ਕਦੀ ਉਹ ਸੈਸ਼ਨ ਜ਼ਰੂਰ ਹੋਏਗਾ। ਜੀ ਤਜਿੰਦਰ ਵੀਰ ਜੀ ਕੁਝ ਬੋਲਣਾ ਚਾਹੁੰਦੇ ਨੇ ਨਾਲ ਜੁੜੇ ਹੋਏ ਨੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਰਵਿੰਦਰ ਅੰਕਲ ਦੀ ਗੱਲ ਤੋਂ ਬਿਲਕੁਲ ਸਹਿਮਤ ਹਾਂ, ਬਿਲਕੁਲ ਸੌਰੀ ਮੈਂ ਵਿਚਕਾਰ ਇੰਟਰਪਟ ਕਰ ਰਿਹਾ ਜਸਟ ਟੂ ਕਰੈਕਟ ਯੂ। ਜਦ ਤੁਸੀਂ ਫਤਿਹ ਬੁਲਾਈਏ ਵੀਰ ਜੀ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਠੀਕ ਹੈ ਜੀ, ਉਹ ਮੈਂ ਥੋੜਾ ਇਮੋਸ਼ਨਲ ਹੋ ਗਿਆ ਸੀ। ਹਾਂਜੀ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਗਿਆ ਸੀ। ਮੈਂ I was just crying. Please carry on. It was due to my emotion only. ना वीर जी ने आज ना बड़े मतलब कि जो है कि वो दिल दी गल छेड़ी वीर जी कि ना असी मनी मेकिंग मशीन्स ते खुद हैगे आ, खुद साडे बचपन तो ही असी बने होए आ मनी मेकिंग मशीन ते असी ना अपने ना बच्चियां नू भी इस पासे मतलब प्रेरिया होया। मैं वीर जी एक जीदी जादी एग्जाम्पल शेयर करना चाहता। मेरे बहुत ही क्लोज रिलेटिव हैगे ने वीर जी, बहुत ही क्लोज रिलेटिव। ਉਹਨਾਂ ਦੇ ਬੱਚੇ ਦਾ ਵਿਆਹ ਹੋਇਆ ਵੀਰ ਜੀ ਤੇ he was doing a job, so ਜਿੱਥੇ ਵਿਆਹ ਹੋਇਆ ਨਾ ਉਹਨਾਂ ਦੇ ਪੇਰੈਂਟਸ ਰੱਬ ਦੀ ਕਿਰਪਾ ਦੇ ਨਾਲ ਮਤਲਬ ਸਲੂਕ ਮੰਨਦੇ ਕਿ ਸਾਡੇ ਕੋਲ ਜ਼ਿਆਦਾ ਪੈਸਾ ਹੈ ਜਾਂ ਮਤਲਬ ਜਿਵੇਂ ਵੀ ਆਪਣਾ ਮਾਈਂਡ ਦਾ ਕੰਸੈਪਸ਼ਨ ਹੁੰਦਾ ਹੈ, ਪਰਸੈਪਸ਼ਨ ਹੁੰਦਾ ਹੈ। ਉਹਨਾਂ ਨੇ ਕੀ ਕੀਤਾ ਵੀਰ ਜੀ ਕਿ ਬਿਲਕੁਲ ਸਲਾਹ ਮਸ਼ਵਰੇ ਨਾਲ ਵਿਆਹ ਹੋਇਆ, ਸਭ ਕੁਝ ਹੋਇਆ ਹੋਏਗਾ ਜੋ ਵੀ ਹੋਇਆ ਹੋਏਗਾ। ਉਹਨਾਂ ਨੇ ਆਪਣੀ ਕੁੜੀ ਨੂੰ ਸਿਰਫ ਇਸ ਕਰਕੇ ਕਿ ਮੇਰੇ ਸਨ ਇਨ ਲਾ ਕੋਲ ਪੈਸਾ ਘੱਟ ਹੈ ਜਾਂ ਉਹਨਾਂ ਕੋਲ ਸਹੂਲਤਾਂ ਘੱਟ ਹੈਗੀਆਂ ਨੇ, ਉਹਨੇ ਆਪਣੀ ਬਿਟੀਆਂ ਨੂੰ ਆਪਣੇ ਕੋਲ ਮਤਲਬ ਬੁਲਾ ਲਿੱਤਾ। ਇੰਨਾ ਜ਼ਿਆਦਾ ਮਤਲਬ ਆਪਣੀ ਬੇਟੀ ਨੂੰ ਆਪਣੇ ਹਸਬੈਂਡ ਦੇ ਅਲੱਗ ਕਰ ਦਿੱਤਾ ਤੇ ਉਸ ਦੀ ਅੱਗੇ ਬੇਟੀ ਹੈ, ਉਸ ਬੱਚਿਆਂ ਨੂੰ 4 ਸਾਲ ਦੀ ਬਿਟੀਆਂ ਨੂੰ ਆਪਣੇ ਪਿਓ ਦਾ ਪਿਆਰ ਨਹੀਂ ਮਿਲਦਾ ਪਿਆ, ਸਿਰਫ ਇਸੇ ਕਰਕੇ ਕਿ ਪਿਓ ਕੋਲ ਪੈਸਾ ਘੱਟ ਹੈਗਾ।
ਮੈਂ ਰਵਿੰਦਰ ਅੰਕਲ ਦੀ ਗੱਲ ਨੂੰ ਬਿਲਕੁਲ ਸਹਿਮਤ ਹੈਗਾ। ਇਸ ਕਰਕੇ ਭੂਆ ਜੀ ਤੁਸੀਂ ਇੱਕ ਕਲਾਸ ਕੀ ਤੁਸੀਂ 1000 ਕਲਾਸ ਵੀ ਦੇ ਸਕਦੇ ਹੋ ਭੂਆ ਜੀ। ਅਸੀਂ ਆਪਣੇ ਅੰਦਰ ਦੀ ਗੱਲ ਕਰਨੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੇ ਅਸੀਂ ਕੀ ਲਾਹਾ ਲੈਣਾ ਹੈ? ਅਸੀਂ ਰੱਬ ਜੀ ਦੇ ਗੁਣ ਲੈ ਕੇ, ਰੱਬ ਜੀ ਦੇ ਜਿਹੜੇ ਬੰਦੇ ਨੇ, ਜਿਹੜੇ ਉਹਨਾਂ ਕੋਲ ਨਹੀਂ ਨੇ, ਆਪਣਾ ਸਹੂਲਤਾਂ ਨਹੀਂ ਹੈਗੀਆਂ ਨੇ, ਉਹਨਾਂ ਦੀ ਹੈਲਪ ਕਰਨ ਵਾਸਤੇ ਸਾਨੂੰ ਰੱਬ ਨੇ ਭੇਜਿਆ ਹੈ। ਇਸ ਨੂੰ ਮੈਂ ਤੇ ਇਸ ਤਰ੍ਹਾਂ ਹੀ ਸਮਝਦਾ ਕਿ ਇਸ ਨੂੰ ਕਹਿੰਦੇ ਨੇ ਲਾਹਾ ਲੈਣ। ਇਸੇ ਕਰਕੇ ਤੇ ਅਸੀਂ ਬਾਣੀ ਦਾ ਲਾਹਾ ਲਈਏ ਨਾ, ਤੇ ਅਸੀਂ ਬਿਲਕੁਲ ਉਲਟਾ ਚੱਲ ਰਹੇ ਹਾਂ। ਅਸੀਂ ਬਿਲਕੁਲ ਉਲਟਾ ਚੱਲ ਰਹੇ ਹਾਂ ਵੀਰ ਜੀਓ, ਅਸੀਂ ਬਿਲਕੁਲ ਉਲਟਾ ਚੱਲ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਵੀ ਨਾ ਇसी तरह प्रेरिया होया कि भाई तेरी इनकम कम है, भाई तू कुछ भी करके जहां भी जॉब कर रहा है वहां पे कुछ भी मैनिपुलेट करके तू अपनी जॉब ऊंची बढ़ा, और ऊंची बढ़ाने के बाद तेरी सैलरी बड़ी होनी चाहिए, तेरे ये सहूलतें तेरे साथ जुड़ी होनी चाहिए। हम मेटीरियलिस्टिक वर्ल्ड में चले गए हैं, इसीलिए तो कल हुआ सब कुछ जो हुआ। तो वीर जी इस बाबत ਭੂਆ ਜੀ ਤੁਸੀਂ ਬੱਚਿਆਂ ਨੂੰ ਪ੍ਰੇਰੋ, ਬੱਚਿਆਂ ਦੇ ਨਾਲ ਨਾਲ ਸਾਨੂੰ ਵੀ ਪ੍ਰੇਰੋ ਤੁਸੀਂ। ਅਸੀਂ ਪੇਰੈਂਟਸ ਹੀ ਤੇ ਮਤਲਬ ਸਾਨੂੰ ਸਾਡੀ ਵੈਲਿਊਜ਼ ਹੀ ਤੇ ਬੱਚਿਆਂ ਅੰਦਰ ਇਨਕਲਕੇਟ ਹੁੰਦੀਆਂ ਨੇ। ਮਾਂ ਪਿਓ ਜੋ ਕਰਦੇ ਨੇ ਉਹ ਬੱਚੇ ਬਚਪਨ ਤੋਂ ਹੀ ਸਿੱਖਦੇ ਜਾਂਦੇ ਨੇ ਕਿ ਬਈ ਮੇਰਾ ਮਾਂ ਪਿਓ ਤੇ ਪੈਸਿਆਂ ਵੱਲ ਹੈ ਤੇ ਮੈਂ ਵੀ ਪੈਸੇ ਕਮਾਣੇ ਨੇ, ਮੇਰਾ ਮਾਂ ਪਿਓ ਮਟੀਰੀਅਲਿਸਟਿਕ ਹੈ ਮੈਂ ਵੀ ਮਟੀਰੀਅਲਿਸਟਿਕ ਹੋਣਾ ਹੈ। जी तजिंदर वीर जी, मैं बहुत ज्यादा टाइम ले गया, आई एम सॉरी, बट दिस वाज ऑल इमोशनली। नहीं बहुत अच्छा बोले, बहुत बढ़िया नहीं गल बीजी, की। थैंक्स अ लॉट, बहुत अच्छा बोले बीजी, थैंक यू। ਅਸੀਂ ओपन सेशन रखते हैं, देखो everyone बीजी, everyone can speak। ਅਸੀਂ ਧਿਆਨ ਦਈਏ ਨਾ ਤੇ ਰੋਜ਼ਾਨਾ ਗੁਰੂ ਸਾਹਿਬ ਸਾਨੂੰ ਇਹੋ ਸਮਝਾ ਰਹੇ ਹਨ। ਰੋਜ਼ਾਨਾ ਗੁਰੂ ਸਾਹਿਬ ਬਾਣੀ ਦੇ ਰਾਹੀਂ ਸਾਨੂੰ ਇਹੋ ਸਮਝਾ ਰਹੇ ਹਨ। ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਸ਼ੇਅਰ ਕਰੋ ਵਿਚਾਰ, और कोशिश करके थोड़ा सा शॉर्ट करिए ना जिसके नाल ਵੱਧ ਤੋਂ ਵੱਧ ਲੋਕ ਸ਼ੇਅਰ ਕਰ ਸਕਣ। ਸਤਬੀਰ ਵੀਰ ਜੀ, ਸਤਬੀਰ ਵੀਰ ਜੀ, ਜੀ ਸੁਖਿੰਦਰ ਜੀ, ਵੀਰ ਜੀ ਗੁਰਬਾਣੀ ਚ ਨਾ ਸਤਿਗੁਰੂ ਜੀ ਸਾਨੂੰ ਆਹੀ ਸਮਝਾਉਂਦੇ ਹੈ। ਸਾਡਾ ਨਾ ਉਹਨਾਂ ਨੂੰ ਪਤਾ ਹੈ ਅਸੀਂ ਮਨ ਕਰਕੇ ਨਾ ਬਹੁਤ ਦੁਖੀ ਹਾਂ, ਸਾਡੇ ਅੰਦਰ ਬਹੁਤ ਦੁੱਖ ਹੈ, ਸਤਿਗੁਰੂ ਜੀ ਜਾਣਦੇ ਨੇ। ਇਸੇ ਲਈ ਉਹਨਾਂ ਨੇ ਨਾ ਸਾਨੂੰ ਤਰਸ ਕਰਕੇ ਸਾਡੀ ਅਵਸਥਾਵਾਂ ਉਹਨਾਂ ਨੇ ਆਪਣੇ ਮੂੰਹ ਤੋਂ ਬੋਲੀਆਂ ਨੇ। ਉਹ ਅਵਸਥਾਵਾਂ ਦੇਖੋ ਸਤਿਗੁਰੂ ਜੀ ਕੀ ਕਹਿੰਦੇ ਨੇ, ਕਹਿੰਦੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ। ਕਹਿੰਦੇ ਤੁਹਾਨੂੰ ਸਮਝਾ ਰਿਹਾ ਸਮਝ ਲਓ, ਕਹਿੰਦੇ ਅਗਰ ਤੁਸੀਂ ਐਕਸਪੀਰੀਅੰਸ ਨਾਲ ਸਮਝੋਗੇ ਕਹਿੰਦੇ ਹੋ ਸਕਦਾ ਤੁਸੀਂ ਉਹ ਦੁੱਖ ਨੂੰ ਜਾਰੀ ਨਾ ਸਕੋ। ਜਿਵੇਂ ਕੱਲ ਜੋ ਹੋਇਆ, ਕਹਿੰਦੇ ਤੁਸੀਂ ਨਾ ਐਕਸਪੀਰੀਅੰਸ ਹੀ ਨਾ ਕਰਨਾ। ਕਈ ਲੋਕ ਨਾ ਅੱਜ ਕੱਲ੍ਹ ਇਸ ਤਰ੍ਹਾਂ ਵੀ ਕਹਿੰਦੇ ਨੇ ਨਹੀਂ ਜੀ ਐਕਸਪੀਰੀਅੰਸ ਦੇ ਨਾਲ ਹੀ ਅਗਰ ਅਸੀਂ ਦੁੱਖਾਂ ਦੇ ਐਕਸਪੀਰੀਅੰਸ ਤੋਂ ਨਹੀਂ ਨਿਕਲਾਂਗੇ ਨਾ ਸਾਨੂੰ ਦੁੱਖਾਂ ਦਾ ਪਤਾ ਹੀ ਨਹੀਂ ਚੱਲੇਗਾ ਵੀ ਦੁੱਖ ਕੀ ਚੀਜ਼ ਹੁੰਦਾ, ਤਾਂ ਹੀ ਅਸੀਂ ਕਹਿੰਦੇ ਸੁੱਖ ਵੱਲ ਮੁੜ ਕੇ ਆਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਤੁਹਾਨੂੰ ਨਾ ਸਮਝਾ ਰਿਹਾ, ਤੁਸੀਂ ਪਹਿਲੇ ਮੰਨ ਲਿਓ। ਕਹਿੰਦੇ ਨੇ ਕਈ ਵਾਰ ਨਾ ਉਸ ਦਲਦਲ ਚੋਂ ਨਹੀਂ ਨਿਕਲ ਪਾਓਗੇ ਤੁਸੀਂ, ਕਹਿੰਦੇ ਬਹੁਤ ਮੁਸ਼ਕਲ ਹੁੰਦਾ, ਦੁਨੀਆ ਨਹੀਂ ਨਿਕਲ ਪਾਉਂਦੀ। ਕਹਿੰਦੇ ਤੁਹਾਨੂੰ ਪਹਿਲਾਂ ਹੀ ਸਮਝ ਜਾਓ। ਕਹਿੰਦੇ ਨਾ ਪਰਹੇਜ਼ ਹੀ ਪਹਿਲਾਂ ਚੰਗਾ ਹੈ, ਜ਼ਰੂਰੀ ਥੋੜੀ ਹੈ ਕਿ ਦਵਾਈਆਂ ਤੇ ਨਾਲ ਬਿਮਾਰ ਹੀ ਹੋਣਾ, ਕਹਿੰਦੇ ਪਹਿਲਾਂ ਹੀ ਪਰਹੇਜ਼ ਕਰ ਲਓ। ਉਹ ਕੀ ਦੱਸਦੇ ਨੇ, ਕਹਿੰਦੇ ਨੇ ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ। ਕਹਿੰਦੇ ਸੁਖ ਨਾਹੀ ਬਹੁ ਦੇਸ਼ ਕਮਾਏ, ਕਹਿੰਦੇ ਨੇ ਸਰਬ ਸੁਖਾ ਹਰ ਹਰ ਗੁਣ ਗਾਏ। ਸਾਨੂੰ ਇਹ ਕੰਮ ਕਰਨ ਤੋਂ ਦੇਖੋ ਨਾ, ਸਾਨੂੰ ਧਨ ਖੱਟਣ ਤੋਂ, ਇੱਥੇ ਇਹ ਬਿਲਕੁਲ ਨਹੀਂ ਸਮਝਣਾ ਕਿ ਸਾਨੂੰ ਧਨ ਖੱਟਣ ਤੋਂ ਰੋਕ ਰਹੇ ਨੇ, ਪਿਕਚਰਸ ਵਗੈਰਾ ਦੇਖ ਤੋਂ, ਨਾਟਕ ਸੀਰੀਜ਼ ਵਗੈਰਾ ਦੇਖਣ ਤੋਂ ਰੋਕ ਰਹੇ ਨੇ, ਜਾਂ ਦੁਨੀਆ ਵਿੱਚ ਦੂਜੇ ਕੰਟਰੀਆਂ ਵਿੱਚ ਜਾ ਕੇ ਕੰਮ ਕਰਨ ਤੋਂ ਰੋਕ ਰਹੇ ਨੇ। ਨਹੀਂ, ਇਸੇ ਨੂੰ ਇੱਕ ਹੋਰ ਸ਼ਬਦ ਆਪਾਂ ਸਾਜ ਕਰੀਏ ਉਹਦੇ ਚ ਇਹ ਹੋਰ ਕਲੀਅਰ ਹੈ। ਉਹ ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਮ। ਕਹਿੰਦੇ ਨੇ ਤੂੰ ਧਨ ਖੱਟਣਾ ਖੱਟ, ਕਹਿੰਦੇ ਪਰ ਇਹ ਸਮਝੀ ਵੀ ਤੂੰ ਸਿਰਫ ਜੇ ਚਿੱਤ ਵਿੱਚ ਤੂੰ ਨਿਰੰਜਨ ਨੂੰ ਨਾ ਰੱਖਿਆ ਨਾ, ਜਿਹਨੂੰ ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ, ਅੰਦਰ ਅਸੀਂ ਸਤਿਗੁਰੂ ਜੀ ਦੀ ਵਿਚਾਰਧਾਰਾ ਅਪਣਾ ਲਈਏ, ਫਿਰ ਸਾਡੇ ਬਾਹਰਲਾ ਧਨ ਖੱਟਣਾ ਵੀ ਦੁਖੀ ਨਹੀਂ ਹੋਏਗਾ। ਉਹਦੇ ਵਿੱਚ ਵੀ ਅਸੀਂ ਬੈਲੈਂਸ ਲਾਈਫ ਜੀਵਾਂਗੇ। ਅਸੀਂ ਚਾਹੇ ਫਿਰ ਪਿਕਚਰਾਂ 'ਚ ਜਿਵੇਂ ਕੱਲ ਉਹ ਐਕਟਰ ਹੈ, ਪਿਕਚਰਾਂ ਵਿੱਚ ਵੀ ਕੰਮ ਕਰਾਂਗੇ, ਬੈਲੈਂਸ ਲਾਈਫ ਹੋਏਗੀ ਸਾਨੂੰ। ਅਸੀਂ ਇਸ ਨੂੰ ਸੱਚੀ ਇੱਕ ਐਕਟਿੰਗ ਵਾਸਤੇ, ਇੱਕ ਸਿਰਫ ਆਪਣੇ ਵਾਸਤੇ ਇਹ ਸਮਝ ਲਾਂਗੇ ਕਿ ਸਾਡਾ ਕੰਮ ਦਾ ਇੱਕ ਜਗ੍ਹਾ ਹੈ। ਚਿੱਤ ਵਿੱਚ ਸਾਡਾ ਜਿਹੜਾ ਮੇਨ ਹੋਏਗਾ ਕੰਮ ਨਾ, ਜੋ ਸਾਡਾ ਫੋਕਸ ਹੋਏਗਾ ਉਹ ਚੀਤ ਨਿਰੰਜਨ ਨਾਲ ਤੇ ਹੋਣਾ ਚਾਹੀਦਾ। ਸਾਡੇ ਵਿਚਾਰ
ਸੱਚੇ ਹੋਣੇ ਚਾਹੀਦੇ ਆ। ਫਿਰ ਅਸੀਂ ਅਗਰ ਵਿਦੇਸ਼ਾਂ ਵਿੱਚ ਜਾ ਕੇ ਵੀ ਕੰਮ ਕਰਾਂਗੇ ਤਾਂ ਸਾਨੂੰ ਉੱਥੇ ਵੀ ਦੁੱਖ ਨਹੀਂ ਮਿਲੇਗਾ। ਨਹੀਂ ਤਾਂ ਦੇਸ਼ ਕਮਾਈ ਦੀ ਕੀ ਲੋੜ ਹੈ, ਆਪਣੇ ਦੇਸ਼ ਬੈਠ ਕੇ ਵੀ ਅਸੀਂ ਦੁਖੀ ਹੋ ਸਕਦੇ, ਆਪਣੇ ਘਰ 'ਚ ਬੈਠ ਕੇ ਵੀ ਦੁਖੀ ਹੋ ਸਕਦੇ ਜੇ ਸਾਡੇ ਵਿਚਾਰ ਚੰਗੇ ਨਹੀਂ ਹੈ। ਜੇ ਸਾਡੇ ਵਿਚਾਰਾਂ ਦੇ ਵਿੱਚ, ਸਾਡੇ ਚਿੱਤ ਦੇ ਵਿੱਚ ਨਿਰੰਜਨ ਭਾਵ ਸਤਿਗੁਰੂ ਜੀ ਦੇ ਵਿਚਾਰ ਨਾਮ ਨਿਰੰਜਨ ਹੈ ਤਾਂ ਇਹ ਸਾਰੀਆਂ ਚੀਜ਼ਾਂ ਵੀ ਸੁਖੀ ਹੋਣਗੀਆਂ, ਇਹ ਵੀ ਬਦਲ ਜਾਣਗੀਆਂ। ਸਾਨੂੰ ਫਿਰ ਇਹਦੇ 'ਚ ਜੇ ਕਹਿ ਰਹੇ ਨਾ ਸੁੱਖ ਨਾਈ ਬਹੁਤਾ ਤਨ ਖਾਟੇ, ਤਾਂ ਕਹਿ ਰਹੇ ਨੇ ਜੇ ਤੂੰ ਸਰਬ ਸੁੱਖਾ ਹਰ ਹਰ ਗੁਣ ਗਾਏ ਨਹੀਂ ਕੀਤਾ, ਤਾਂ ਕਹਿ ਰਹੇ ਨੇ ਸੁੱਖ ਨਾਈ ਬਹੁਤੇ ਤਨ ਖਾਟੇ। ਜੇ ਸਰਬ ਸੁੱਖਾ ਹਰ ਹਰ ਗੁਣ ਗਾਏ ਕਰਦਾ ਹੈ ਫਿਰ ਤੈਨੂੰ ਬਹੁਤੇ ਤਨ ਖੱਟਣ ਵਿੱਚ ਵੀ ਸੁੱਖ ਮਿਲੇਗਾ। ਇਹਨੂੰ ਸਿਰਫ ਇਹ ਨਹੀਂ ਲੈਣਾ ਇੱਕ ਪਾਸੇ ਨਹੀਂ, ਸਰਬ ਸੁੱਖਾ ਹਰ ਹਰ ਗੁਣ ਗਾਏ ਜਿਹੜਾ ਕਰਦਾ ਹੈ ਉਹਦੇ ਵਾਸਤੇ ਕਹਿੰਦੇ ਨੇ ਉਹਨਾਂ ਦੇ ਮਹਿਲ ਮਾੜੀ ਸਭ ਕੁਝ ਕਹਿੰਦੇ ਪਵਿੱਤਰ ਹੈ, ਉਹਨਾਂ ਦੇ ਸਭ ਖਾਣਾ ਪੀਣਾ ਸਭ ਪਵਿੱਤਰ ਹੈ। ਕਿਹਨਾਂ ਦਾ? ਜਿਹੜੇ ਸਰਬ ਚੀਤ ਵਿੱਚ ਨਿਰੰਜਨ ਨੂੰ ਨਾ ਰੱਖਦੇ। ਅਗਰ ਅਸੀਂ ਸਤਿਗੁਰੂ ਦੇ ਵਿਚਾਰਾਂ ਨੂੰ ਉਹਨਾਂ ਦੀ ਮੱਤ ਨਾਲ ਲੈ ਕੇ ਚੱਲੀਏ, ਸਾਡਾ ਕਮਾਈਆਂ ਵੀ ਸਫਲ ਨੇ, ਅਸੀਂ ਜੋ ਦੇਖਾਂਗੇ ਸੁਣਾਂਗੇ ਬੋਲਾਂਗੇ ਉਹ ਵੀ ਸਫਲ ਹੋਏਗਾ। ਚਾਹੇ ਜਿਸ ਮਰਜ਼ੀ ਕੰਟਰੀ ਜਿੱਥੇ ਵੀ ਜਾਈਏ ਸਭ ਕੁਝ ਠੀਕ ਹੋਗਾ, ਕਿਉਂਕਿ ਜਿੱਥੇ ਜਾਏ ਜਗਤ ਵਿੱਚ ਜਿੱਥੇ ਹਰ ਸਾਈ ਉਹ ਵੀ ਕਹਿ ਸਕਦੇ ਤੂੰ ਸਭਨੀ ਥਾਂ ਜਿੱਥੇ ਹੋ ਜਾਏ, ਹਰ ਦੇਸ਼ ਵਿੱਚ ਤਾਂ ਵਸਦਾ ਹੈ, ਸਾਡੇ ਨਾਲ ਹੀ ਹੋਏਗਾ। ਅਸੀਂ ਸਿਰਫ ਕੀ ਗਲਤ ਕਰ ਰਹੇ ਹਾਂ, ਅਸੀਂ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਜਿਹੜਾ ਹੋਵੇ ਤੇਰਾ ਨਾਲੇ, ਉਹ ਸਾਡੇ ਨਾਲ, ਉਹ ਕਹਿੰਦਾ ਮੈਂ ਤੇਰੇ ਨਾਲ ਚੱਲਾਂਗਾ, ਮੈਨੂੰ ਤੂੰ ਆਪਣੇ ਨਾਲ ਹੀ ਰੱਖ, ਸਿਰਫ ਉਪਦੇਸ਼ ਸੁਣਨਾ ਸ਼ੁਰੂ ਕਰ ਦੇ ਮੇਰਾ, ਮੈਂ ਤੇਰੇ ਨਾਲ ਰਹਾਂਗਾ, ਤੈਨੂੰ ਕਦੀ ਕੋਈ ਪ੍ਰੋਬਲਮ ਚ ਆਉਣ ਨਹੀਂ ਦਾਂਗਾ। ਅਸੀਂ ਉਪਦੇਸ਼ ਰੂਪ ਵਿੱਚ ਉਹਨੂੰ ਨਾਲ ਰੱਖ ਨਹੀਂ ਰਹੇ, ਅਸੀਂ ਗਲਤੀ ਇਹ ਕਰ ਰਹੇ। ਸਾਨੂੰ ਕਹਿੰਦਾ ਸਿਰਫ ਮੈਨੂੰ ਆਪਣੇ ਨਾਲ ਰੱਖੋ, ਮੈਂ ਤੁਹਾਡੇ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਪਰਮਾਤਮਾ ਸਾਨੂੰ ਆਪਣੇ ਉਪਦੇਸ਼ ਰੂਪ ਵਿੱਚ ਸਾਡੇ ਨਾਲ ਚੱਲਦਾ ਹੈ, ਚੱਲੇਗਾ। ਅਸੀਂ ਸਿਰਫ ਉਹਦਾ ਉਪਦੇਸ਼ ਸੁਣਨਾ ਸ਼ੁਰੂ ਕਰ ਦਈਏ, ਅਸੀਂ ਉਹਦੀ ਵਿਚਾਰਧਾਰਾ ਨੂੰ ਅਪਣਾਉਣਾ ਸ਼ੁਰੂ ਕਰ ਦਈਏ, ਉਹ ਸਾਡੇ ਨਾਲ ਰਹੇਗਾ ਹਮੇਸ਼ਾ। ਗੁਰਮਤੀ ਰੰਗ ਇਹਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ। ਕਦੋਂ? ਜਦੋਂ ਅਸੀਂ ਸਤਿਗੁਰੂ ਦਾ ਉਪਦੇਸ਼ ਸੁਣਦੇ ਹਾਂ, ਉਹ ਸਾਡੇ ਨਾਲ ਹੋ ਜਾਂਦਾ ਹੈ। ਹੁਣ ਅਸੀਂ ਸਿਰਫ ਆਪਣੇ ਵਿਚਾਰ ਬਦਲਨੇ, ਸਾਰੇ ਰੋਗਾਂ ਦਾ, ਸਾਰੇ ਅਵਗੁਣਾਂ ਦਾ ਮੇਨ ਕੀ ਚੀਜ਼ ਹੈ? ਵਿਚਾਰ ਬਦਲੋ। ਅਸੀਂ ਆਪਣੇ ਵਿਚਾਰ ਬਦਲਨੇ, ਵਿਚਾਰ ਬਦਲੇ ਸਾਡੇ ਹਸਬੈਂਡ ਵਾਈਫ ਚ ਵੀ ਬਣਨੀ ਸ਼ੁਰੂ ਹੋ ਜਾਏਗੀ, ਵਿਚਾਰ ਬਦਲੇ ਸਾਡੇ ਸਮਾਜ ਵਿੱਚ ਵੀ ਬਦਲਣੀ ਸ਼ੁਰੂ ਹੋ ਗਈ, ਵਿਚਾਰ ਬਦਲੇ ਦੇਸ਼ਾਂ ਦੀ ਲੜਾਈਆਂ ਵੀ ਮੁੱਕ ਜਾਣਗੀਆਂ। ਵਿਚਾਰਾਂ ਕਰਕੇ ਹੀ ਵਖਰੇਵਾ ਹੈ ਸਾਰਾ ਕੁਝ। ਵਿਚਾਰ ਅਸੀਂ ਆਪਣੇ ਬਦਲੇ, ਦੁਨੀਆ ਬਦਲ ਜਾਏਗੀ। ਹਾਂਜੀ ਜੀ ਵੀਰ ਜੀ, ਥੈਂਕਸ। ਗੁਰਪ੍ਰੀਤ ਵੀਰ ਜੀ ਜੇਲ ਰੋਡ ਤੋਂ, ਵੀਰ ਜੀ ਆਪਣੀ ਇੱਕ ਵਾਰੀ ਆਡੀਓ ਔਨ ਕਰਕੇ ਤੁਸੀਂ ਵਿਚਾਰ ਦੇਣਾ ਚਾਹੁੰਦੇ ਹੋ, ਦੇ ਲਓ ਵੀਰ ਜੀ। ਮੈਂ ਵੀਰ ਜੀ ਵਿਚਾਰ ਕੁਝ ਖਾਸ ਨਹੀਂ। ਰਵਿੰਦਰ ਵੀਰ ਜੀ ਨੇ ਹੁਣੇ ਗੱਲ ਕੀਤੀ ਨਾ, ਮਖੀਜਾ ਵੀਰ ਜੀ ਨੇ ਜਿਹੜੇ ਉਹਨਾਂ ਦੇ ਬ੍ਰਦਰ ਹੈਗੇ ਨੇ, ਤੇ ਉਹਨਾਂ ਨੇ ਕਿਹਾ ਨਾ ਮਟੀਰੀਅਲਿਸਟਿਕ ਹੋ ਗਏ ਨੇ ਬੱਚੇ ਸਾਡੇ ਨਾਲ। ਪਰ ਵੀਰ ਜੀ ਉਹਦੇ ਚ ਨਾ ਬਹੁਤ ਸਾਰਾ ਮੇਰੇ ਹਿਸਾਬ ਸਿਰ ਸਾਡੇ ਪੇਰੈਂਟਸ ਦਾ ਵੀ ਬੜਾ ਯੋਗਦਾਨ ਹੈ। ਅਸੀਂ ਜਿਵੇਂ ਅੱਜ ਮੱਸਾ ਰੰਗੜ ਨੂੰ ਯਾਦ ਕਰਦੇ ਹੈਗੇ ਆ ਕਿ ਵੀ ਮੱਸਾ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਵਿਪੱਤੀ ਕੀਤੀ, ਮਤਲਬ ਸ਼ਰਾਬਾਂ ਵੰਡੀਆਂ, ਸ਼ਰਾਬਾਂ। ਮਾਈਕ ਛੱਡ ਦਿਓ ਦੈਨ ਸਪੀਕ। ਥੋੜੀ ਬਹੁਤ ਜ਼ਿਆਦਾ ਤੇਜ਼ ਆ ਰਹੀ ਹੈ। ਯਾ ਸੌਰੀ। ਤੇ ਅਸੀਂ ਅੱਜ ਮੱਸਾ ਰੰਗੜ ਨੂੰ ਯਾਦ ਕਰਦੇ ਆ, ਪਰ ਮੱਸਾ ਰੰਗੜ ਤੇ ਅਸੀਂ ਘਰਾਂ 'ਚ ਆਪ ਹੀ ਬਣੇ ਬੈਠੇ ਹੋਏ ਆ। ਅਖੰਡ ਪਾਠ ਸਾਹਿਬ ਦੇ ਪਾਠ ਅਸੀਂ ਕਰਵਾਉਂਦੇ ਆ ਬੜੀ ਖੁਸ਼ੀ ਵਿਆਹਾਂ ਦੇ ਵਿੱਚ ਵੀ ਕਰਵਾਉਂਦੇ ਆ, ਸਭ ਕੁਝ ਕਰਵਾਉਂਦੇ ਆ। ਪਰ ਜਦੋਂ ਪਾਠ ਦੀ ਸਮਾਪਤੀ ਤੋਂ ਬਾਅਦ ਫਟਾਫਟ ਯਾਰ ਸੁਖਾਸਨ ਕਰੋ ਔਰ ਲੈ ਕੇ ਜਾਓ, ਔਰ ਬਾਅਦ ਚ ਆਪਣਾ ਉੱਥੇ ਹੀ ਡੀਜ਼ੇ ਲਗਵਾਤੇ ਤੇ ਉੱਥੇ ਹੀ ਨਚਾਣੇ ਸ਼ੁਰੂ ਕਰਤੇ। ਮਤਲਬ ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਅਸੀਂ ਮਤਲਬ ਖੁਦ ਵੀ ਚੇਂਜ ਨਹੀਂ ਹੋ ਰਹੇ, ਪੇਰੈਂਟਸ ਨਹੀਂ ਚੇਂਜ ਹੁੰਦੇ ਆ, ਕਿ ਮਤਲਬ ਆਪਣੇ ਬੱਚਿਆਂ ਨੂੰ ਅਸੀਂ ਸੰਸਕਾਰ ਤੇ ਮਤਲਬ ਨਹੀਂ ਠੀਕ ਦੇ ਪਾ ਰਹੇ ਨਾ। ਕਿ ਬਈ ਮੱਸਾ ਰੰਗੜ ਅੱਜ ਵੀ ਮੌਜੂਦ ਹੈਗੇ, ਬੱਚੇ ਨੂੰ ਅਸੀਂ ਕਹਿੰਦੇ ਤੂੰ ਡੀਲ ਲੈ ਕੇ ਜ਼ਰੂਰ ਆ, ਅਗਰ ਥੋੜੀ ਬਹੁਤ ਪੈਗ ਪੁਗ ਵੀ ਲਗਾਉਣਾ ਪੈ ਲਗਾ ਲਈ ਨਾ ਯਾਰ, ਕਿਹੜੀ ਆਫਤ ਹੈ, ਪਰ ਡੀਲ ਜ਼ਰੂਰ ਮਤਲਬ ਕੰਪਲੀਟ ਕਰਨੀ ਹੈ। ਇਹ ਤੇ ਮਤਲਬ ਅੱਜ ਕੱਲ ਹੋ ਰਿਹਾ ਹੈ, ਬੇਸਿਕਲੀ ਹੋ ਰਿਹਾ। ਔਰ ਮੈਂ ਇੱਕ ਰਿਕੁਐਸਟ ਹੋਰ ਕਰਨਾ ਚਾਹ ਰਿਹਾ ਸੀ ਵੀਰ ਜੀ, ਅਸੀਂ ਕੋਈ ਵੀ ਸੈਸ਼ਨ ਕਰੀਏ, ਕੋਈ ਬਿੰਦਰੀ ਭੂਆ ਜੀ ਦਾ ਕੱਲ ਦਾ ਸੈਸ਼ਨ ਮਾਰਵਲਸ ਸੀਗਾ, ਬਹੁਤ ਵਧੀਆ ਸੀਗਾ, ਪਰ ਇੱਕ ਪਦੇ ਦਾ ਪਾਠ ਅਸੀਂ ਕਰਕੇ ਜੋ ਕਰੀਏ ਨਾ, ਅਸੀਂ ਆਪਣੇ ਧੁਰੇ ਤੋਂ ਅਲੱਗ ਨਾ ਹੋਈਏ। ਸਾਡਾ ਧੁਰਾ, ਸਾਡਾ ਬੇਸ ਇਹੀ ਹੈਗਾ, ਇੱਕ ਪਦੇ ਦਾ ਪਾਠ ਕਰਕੇ ਅਸੀਂ ਗੱਲ ਕਰ ਰਹੇ ਹੋ। ਵੀਰ ਜੀ ਤੁਸੀਂ ਪਤਾ ਨਹੀਂ ਇੱਕ ਪਦੇ ਦੀ ਵਿਚਾਰ ਤੇ ਕਿਉਂ ਫਸੇ ਹੋਏ ਹੋ।
ਤੁਸੀਂ ਨਹੀਂ ਇੱਕ ਨਹੀਂ ਪਦੇ ਦੀ ਵਿਚਾਰ ਕਰ ਰਹੇ ਜੀ ਹੋ, ਕੱਲ ਪੂਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰੀ ਗੱਲ ਪੂਰੀ ਸੁਣੋ ਵੀ, हाँ हाँ नहीं नहीं ਤੁਸੀਂ बिल्कुल ਸਿਰਫ ਇੱਕ ठीक ਪਦੇ ਦੀ ਗੱਲ ਕਰ ਰਹੇ ਹੋ, ਕੱਲ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਹੋਈ ਹੈ ਵੀ। हाँ जी हाँ जी हाँ जी नहीं नहीं वो बिल्कुल ਉਹ ਵਿਚਾਰਾਂ ਵਿੱਚ ਨਾ ਫਸੋ ਵੀ ਜੀ। ਇੱਕ ਦਿਨ ਸੰਡੇ ਦਾ ਸਮਾਂ ਪੂਰੀ ਸੰਗਤੀ ਰੂਪ ਵਿੱਚ ਕੱਲ ਵਿਚਾਰਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ। ਕੱਲ ਵੀਰ ਜੀ ਸਿਰਫ ਨਾ ਗੁਰਬਾਣੀ ਦੀ ਤੁਕਾਂ ਨਹੀਂ ਯੂਜ਼ ਕੀਤੀਆਂ ਗਈਆਂ, ਵਿਚਾਰ ਤਾਂ ਉਹੀ ਸੀ ਨਹੀਂ ਵੀਰ ਜੀ ਬਹੁਤ ਯੂਜ਼ ਕੀਤੀਆਂ ਨੇ ਤੁਸੀਂ ਵੀਰ ਜੀ, ਮੈਂ ਦੋ ਵਾਰੀ ਸੁਣ ਚੁੱਕਾ। ਵੈਸੇ ਬੋਲ ਰਹੇ ਆ ਵੀ ਜੇ ਜ਼ਿਆਦਾਤਰ ਅਸੀਂ ਇੰਗਲਿਸ਼ ਵੀ ਯੂਜ਼ ਕੀਤੀ ਹੈ ਕੱਲ। ਆਪ ਕੱਲ ਗੱਡੀ ਡਰਾਈਵ ਕਰ ਰਿਹਾ ਸੀਗਾ, ਗੁੜਗਾਵਾਂ ਜਾ ਰਿਹਾ ਸੀਗਾ, ਪੂਰੇ ਰਸਤੇ ਸੁਣਦਾ ਹੋਇਆ ਗਿਆ, ਸੁਣਦਾ ਹੋਇਆ ਵਾਪਸ ਆਇਆ। ਹਾਂਜੀ ਹਾਂਜੀ ਮੇਰੀ ਵਾਈਫ, ਮੇਰੇ ਬੱਚੇ, ਮੈਂ ਤੀਜੀ ਵਾਰੀ ਸੁਣ ਲਿਆ ਵੀ ਜੀ। ना ना वो बहुत बढ़िया विचार है। जी 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 हाँ जी विचार बिल्कुल ठीक ਵੀ ਜੀ ਵਿਚਾਰ ਤੁਸੀਂ सत ਸਮਝਦੇ वचन ਹੋ सत वचन वीर जी ਗੱਲ ਤੇ ਨਾ ਸਾਡੀ, ਮੈਂ ਤੁਹਾਨੂੰ ਦੱਸਦਾ ਵੀ ਜੀ ਮੇਰੇ ਨਾਲ ਵੀ ਹਲਕੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਸਾਂਝ ਪਾਣਾ ਚਾਹੁੰਦਾ, ਅਸੀਂ ਨਾ ਥੋੜਾ ਜਿਹਾ ਇੱਕ ਸਟੈਪ ਪੌੜੀਆਂ ਅੱਗੇ ਚੜੀਏ। ਅਸੀਂ ਜਿਹਦੇ ਫਾਲੋਅਰ ਹੋ ਜਾਂਦੇ ਆ ਨਾ, ਬਲਾਈਂਡ ਫਾਲੋਅਰ ਹੋ ਜਾਂਦੇ ਆ, ਤੇ ਅਸੀਂ ਬਲਾਈਂਡ ਫਾਲੋਅਰ ਨਾ ਹੋਈਏ, ਕਿਸੇ ਦੇ ਨਾਲ ਨਾ ਜੁੜੀਏ। नहीं 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 ਅਸੀਂ ਬਲਾਈਂਡ ਫਾਲੋਅਰ ਹੋਣ ਕਰਕੇ ਨਾ ਦੂਜੇ ਦੀ ਵਿਚਾਰਾ ਵੀ ਨਹੀਂ ਸੁਣ ਪਾਉਂਦੇ ਕਈ ਵਾਰੀ। बिल्कुल वीर जी ਅਗਰ ਮੈਂ ਵੀ ਬਲਾਈਂਡ ਫਾਲੋਅਰ ਹੁੰਦਾ ਤੇ ਵੀਰ ਜੀ ਇਹ ਸੈਸ਼ਨ ਸਟਾਰਟ ਨਾ ਹੋ ਪਾਉਂਦਾ ਕਿ ਬਾਕੀ ਵੀ ਵਿਚਾਰ ਦੇਣ ਆਣਗੇ। ਮੈਂ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਲੈ ਕੇ ਆਵਾਂਗਾ ਤਾਂ ਹੀ ਵਿਚਾਰਾਂ ਹੋਣਗੀਆਂ। ਇਹ ਤੇ ਕਦੀ ਵੀ ਨਹੀਂ ਹੋਇਆ ਵੀਰ ਜੀ। नहीं 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 ਅਸੀਂ ਸਾਰੇ इस तरह की कोई मंशा भी नहीं। ਗੁਰਪ੍ਰੀਤ ਵੀਰ ਜੀ ਗੱਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਇੱਕ ਜਿਹੜੀ ਤੁਸੀਂ ਕਿਹਾ ਕਿ ਪਹਿਲਾਂ ਤਾਂ ਅਸੀਂ ਪਾਠ ਰਖਵਾਉਂਦੇ ਆ, ਮਾਨੋ ਘਰ ਨੂੰ ਅਸੀਂ ਦਰਬਾਰ ਸਾਹਿਬ ਬਣਾ ਲਿਆ, ਉਹਦੇ ਬਾਅਦ ਸੁਖਾਸਨ ਕਰਕੇ ਅਸੀਂ ਆਪ ਹੀ ਮੱਸਾ ਰੰਗੜ ਬਣ ਜਾਂਦੇ ਆ। ਹੁਣ ਅਸੀਂ ਉਸ ਦਰਬਾਰ ਸਾਹਿਬ ਦੀ ਜਗ੍ਹਾ ਤੇ ਉੱਤੇ ਹੋਰ ਕੰਮ ਸਤਬੀਰ ਜੀ ਮੈਂ ਸਤਬੀਰ ਜੀ ਮੈਂ ਸੁਖਵਿੰਦਰ ਵੀਰ ਜੀ ਕੋਲ ਇੱਕ ਚੀਜ਼ ਗੱਲ ਕਰਨਾ ਚਾਹਾਂਗਾ 1 ਮਿੰਟ ਵਾਸਤੇ ਜੀ। ਵੀਰ ਜੀ ਇਸ ਤੋਂ ਬਾਅਦ ਕਰ ਲੈਣਾ, ਲੈਟ ਗੁਰਪ੍ਰੀਤ ਵੀਰ ਜੀ ਕੰਪਲੀਟ ਹਿਸ ਟਾਕ, तो ਉਸ ਤੋਂ ਬਾਅਦ ਕਰ ਲੈਣਾ ਗੁਰਪ੍ਰੀਤ। ਅੱਛਾ ਹਲੇ ਹੋਇਆ ਨਹੀਂ ਨਾ ਦਾ? ਨਹੀਂ ਨਹੀਂ ਵੀਰ ਜੀ ਚੱਲ ਰਿਹਾ ਬਸ ਵੀਰ ਜੀ ਬਸ ਇਹੀ ਸੀ ਕਿ ਜਿਵੇਂ ਇੱਕ ਮੇਨ ਫੰਕਸ਼ਨ ਸਾਡਾ ਵਿਆਹ ਦਾ ਹੈ, ਪਰ ਵੀਰ ਜੀ ਦੇਖੋ ਅਸੀਂ ਮਤਲਬ ਬੈਂਕਟ ਹਾਲ ਬੁੱਕ ਕਰਾਣੇ 4 ਮਹੀਨੇ ਪਹਿਲੇ, 8 ਮਹੀਨੇ ਪਹਿਲੇ, ਸਾਲ ਪਹਿਲੇ ਅਸੀਂ ਸਟਾਰਟਿੰਗ ਕਰ ਦਿੰਦੇ ਆ। ਪਰ ਜਿਹੜਾ ਮੇਨ ਫੰਕਸ਼ਨ ਆਉਂਦਾ ਨਾ ਜਦੋਂ ਵਿਆਹ ਦਾ, तो भाई साहब ने कहा फटाफट लावा करो यार। ਵੀਰ ਜੀ ਤੁਸੀਂ ਇਹ ਜੋ ਗੱਲ ਕੀਤੀ ਹੈ ਨਾ ਵੀਰ ਜੀ, ਮਾਰਵਲਸ ਮੈਂ ਕਹਿ ਰਿਹਾ ਬੜੀ ਗੱਲ ਜੋ ਕੀਤੀ ਹੈ, ਸਾਨੂੰ ਅਪਣਾਉਣੀ ਚਾਹੀਦੀ ਹੈ ਗੱਲ ਨੂੰ। बिल्कुल मतलब साल पहले ਅਸੀਂ ਲਹਿੰਗੇ ਤਿਆਰ ਕਰਨੇ, ਹਰ ਚੀਜ਼ ਸਾਡੀ ਬੇਸ਼ੁਮਾਰ ਟਾਈਮ ਵੇਸਟ ਕਰਦੇ ਆ। ਗੁਰਪ੍ਰੀਤ ਵੀਰ ਜੀ ਧਿਆਨ ਦਿਓ, ਕਰੋਨਾ ਨੇ ਸਭ ਨੂੰ ਸੁਧਾਰ ਦਿੱਤਾ। ਨਹੀਂ ਵਾਹਿਗੁਰੂ ਕਿਰਪਾ ਕਰਨ ਜੀ ਦਿਨਾਂ ਵਿੱਚ ਵੀ ਵਿਆਹ ਹੈ ਸਿਰਫ 11 ਮੇਰੇ ਵੀਰ ਜੀ ਮੇਰੇ ਵਾਹਿਗੁਰੂ ਕਿਰਪਾ ਕਿਸ ਤੇ ਕਰੇ, ਕਰੋਨਾ ਤੇ ਜਾਂ ਸਾਡੇ ਤੇ? ਪਰ ਵੀਰ ਜੀ ਵਿਚਾਰਕ ਬੈਠੇ ਨੇ, ਮੈਂ ਲੈਣਾ ਚਾਹਾਂਗਾ ਵੀਰ ਜੀ ਰਿਕੁਐਸਟ ਜੀ ਇੱਕ ਮਿੰਟ ਦਾ। ਹਾਂ ਜੀ ਹੁਣ ਤੁਸੀਂ ਬੋਲੋ ਵੀਰ ਜੀ, ਵਿਚਕਾਰ ਨਾ ਬੋਲੀ, ਵੀਡੀਓ ਸਾਰੇ ਬੈਠੇ ਨੇ। ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾਂ ਕਿ ਅਸੀਂ ਮਤਲਬ ਜਿਹੜੇ ਸਾਡੇ ਤੋਂ ਇੱਕ ਜਨਰੇਸ਼ਨ ਪਹਿਲੇ ਸੀ, ਉਹਨਾਂ ਵਿੱਚ ਦੋ ਚੀਜ਼ਾਂ ਬੜੀਆਂ ਪਰਪੱਕ ਹੈਗੀਆਂ ਸੀ। ਇੱਕ ਤੇ ਪਰਮਾਤਮਾ ਦੇ ਉੱਪਰ ਪੂਰਾ ਭਰੋਸਾ, ਔਰ ਦੂਸਰਾ ਸੰਤੋਖ। ਜਿਹੜੀ ਅੱਜ ਦੀ ਜਨਰੇਸ਼ਨ ਵਿੱਚ ਦੋਨੋਂ ਚੀਜ਼ਾਂ ਮੈਨੂੰ ਮਤਲਬ ਮੇਨ ਕਮੀ ਦਿਖ ਰਹੀ ਹੈ। ਅਸੀਂ ਬਾਣੀ ਵੀ ਪੜ੍ਹਦੇ ਹਾਂ, ਸਿਰ ਰਿਜ਼ਕ ਸਬਾਹੇ ਠਾਕੁਰ ਆਪੇ ਕਲ ਤੋਂ ਤਰਿਆ, ਲੇਕਿਨ ਅਸੀਂ ਬੱਚਿਆਂ ਦੇ ਅੰਦਰ ਉਹ ਚੀਜ਼ ਦੇ ਨਹੀਂ ਪਾ ਰਹੇ ਕਿ ਤੁਹਾਡਾ ਰਿਜ਼ਕ ਜੋ ਮਤਲਬ ਜੋ ਭਰੋਸਾ ਹੈ ਪਰਮਾਤਮਾ ਤੇ ਨਾ, ਵੀ ਰਿਜ਼ਕ ਤੇ ਠੀਕ ਹੈ ਸਾਡਾ ਐਕਸ਼ਨ ਬਹੁਤ ਜ਼ਰੂਰੀ ਹੈ, ਬਿਨਾਂ ਐਕਸ਼ਨ ਦੇ ਕੋਈ ਰਿਜ਼ਕ ਨਹੀਂ ਮਿਲੇਗਾ, ਲੇਕਿਨ ਫਿਰ ਵੀ ਪਰਮਾਤਮਾ ਨੇ ਉਹ ਸਭ ਕੀਤਾ ਹੋਇਆ ਹੈ। ਇਸਲਾਮ ਦੇ ਅੰਦਰ ਨਾ ਇੱਕ ਬੜਾ ਮਜ਼ੇਦਾਰ ਗੱਲ ਹੈ, ਮੇਰਾ ਕਿਉਂਕਿ ਬਾਤ ਜ਼ਿਆਦਾ ਪੈਂਦਾ ਹੈ ਉਹਨਾਂ ਲੋਕਾਂ ਨਾਲ, ਉਹਨਾਂ ਦੇ ਅੰਦਰ ਵਿਚਾਰ ਬੜੀ ਕਮਾਲ ਦੀ ਹੈ। ਉਹ ਜਦੋਂ ਵੀ ਮਤਲਬ ਉਹ ਭਰੋਸਾ ਨਹੀਂ ਛੱਡਦੇ ਆਪਣੇ ਅੱਲਾ ਉੱਪਰ, हमेशा वो यही गल कहते हैं कि ये अल्लाह ने पैदा किया है ना, तो इसको रिज़्क मिलेगा ही मिलेगा, इसका रिज़्क कहीं नहीं जाता। मतलब एक भरोसा जड़ा कि साडे जनरेशन ਵਿੱਚ ਇੱਕ ਭਰੋਸਾ ਨਹੀਂ ਟੁੱਟ ਰਿਹਾ, ਜਿਹਦੇ ਕਾਰਨ ਡਿਪਰੈਸ਼ਨ ਹੋ ਰਹੇ, ਪ੍ਰੋਬਲਮਸ ਆ ਰਹੀਆਂ ਨੇ। ਵੀ ਜੀ ਮੈਂ ਇਹਦੇ ਨਾਲ ਇੱਕ ਚੀਜ਼ ਐਡ ਕਰਨਾ ਚਾਹਾਂਗਾ, ਭਰੋਸਾ ਦੇ ਨਾਲ ਨਾਲ ਜੋ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਸ ਸਿਧਾਂਤ ਤੇ ਵੀ ਸਾਡਾ ਭਰੋਸਾ ਟੁੱਟ ਗਿਆ ਹੈ ਕਿ ਕੋਈ ਬਖਸ਼ਿਸ਼ ਨਹੀਂ ਹੁੰਦੀ। ਉਹ ਸਿਧਾਂਤ ਦਾ ਕਾਰਨ ਹੀ ਤੇ ਭਰੋਸਾ ਟੁੱਟ ਰਿਹਾ ਪਿਆ, ਸਿਧਾਂਤ ਨਹੀਂ ਹੈਗਾ। ਹਾਂਜੀ ਵੀ ਉਹ ਬਖਸ਼ਿਸ਼ ਵਾਲੇ ਸਿਧਾਂਤ ਤੋਂ ਵੀ ਅਸੀਂ ਟੁੱਟ ਗਏ ਕਿ ਗੁਰੂ ਦੀ ਕੋਈ ਬਖਸ਼ਿਸ਼ ਹੁੰਦੀ ਨਹੀਂ ਹੈ, ਕੋਈ ਕਿਰਪਾ ਹੁੰਦੀ ਨਹੀਂ ਹੈ ਕਹਿੰਦੇ। ਐਗਜ਼ੈਕਟਲੀ ਯੈਸ, ਉਹ ਕਹਿੰਦੇ ਨੇ ਤੁਸੀਂ ਮਿਹਨਤ ਕਰੀ ਜਾਓ ਫਲ ਮਿਲੇਗਾ, ਲੇਕਿਨ ਫਲ ਦੇ ਨਾਲ ਨਾਲ ਉਹਦੀ ਬਖਸ਼ਿਸ਼ ਵੀ, ਉਹਦੀ ਨਜ਼ਰ ਵੀ। ਬਖਸ਼ਿਸ਼ ਦੇਖੋ ਭਰੋਸਾ ਤੁਹਾਡਾ ਹੋਣਾ ਚਾਹੀਦਾ, ਬਖਸ਼ਿਸ਼ ਤੇ ਜੋ ਹੈ ਸੋ ਨਹੀਂ, ਉਹ ਤੁਹਾਡੇ ਐਕਸ਼ਨ ਔਰ ਤੁਹਾਡੀ ਡੈਸ ਜੋ ਵੀ ਹੈ, ਪਰ ਇਹਦੇ ਤੋਂ ਵਿਚਾਰ ਦੇਣਗੇ ਕੋਈ ਸੁਖਿੰਦਰ ਜੀ ਥੋੜਾ ਜਿਹਾ? ਇੱਥੇ ਮੈਂ ਇਹ ਕਹਿਣਾ ਚਾਹੁੰਦੇ ਨੇ, ਇੱਥੇ ਇੱਕ ਚੀਜ਼ ਬੋਲਣਾ ਚਾਹਾਂਗਾ। ਅੱਜ ਦੇ ਸ਼ਬਦ ਦੇ ਨਾਲ ਰਿਲੇਟਡ ਕੋਈ ਸਵਾਲ ਸੀ? ਹਾਂ ਵੀ ਜੀ ਸਰਵਿੰਦਰ ਜੀ ਤੁਸੀਂ ਪਹਿਲੇ ਬੋਲੋ ਪਲੀਜ਼। I had grazed over it, ਵੀ ਜਦੋਂ ਭੈਣ ਜੀ ਨੇ ਸਵਾਲ ਕੀਤਾ ਹੈ ਨਾ, ਤੇ ਉਹ ਲਾਈਨ ਬੜੀ ਕਲੀਅਰ ਹੈ, ਕਹਿੰਦਾ ਕਿਆ ਕੋ ਕਾਰ ਕਰੇ ਵੇ ਚਾਰਾ,
ਫਿਰ ਭੈਣ ਜੀ ਨੇ ਸਤਬੀਰ ਜੀ ਨੂੰ ਪੁੱਛਿਆ, ਸਤਬੀਰ ਜੀ ਨੇ ਕਿਹਾ ਵੀ ਕਿ ਉਹ ਨਹੀਂ ਬਹੁਵਚਨ ਵਿੱਚ ਹੈ, ਲੇਕਿਨ ਉਹ ਬਹੁਵਚਨ ਵਿੱਚ ਨਹੀਂ ਹੋ ਸਕਦਾ, ਕਿਉਂਕਿ ਕਰੇ ਦੀ ਜਗ੍ਹਾ ਤੇ ਵੀ ਕਰ ਹੈ ਹੋ ਜਾਣਾ ਸੀ, ਹਾਹੇ ਨੂੰ ਸਿਹਾਰੀ ਆ ਜਾਣਾ ਸੀ, ਕਰ ਹੈ ਹੋ ਜਾਣਾ ਸੀ, ਔਰ ਵਿਚਾਰੇ ਹੋ ਜਾਣਾ ਚਾਹੀਦਾ ਸੀ। ਉੱਥੇ ਕਿਆ ਕੋ ਕਾਰ ਕਰੇ ਵਿਚਾਰਾ ਇਹ ਸਿੰਗੂਲਰ ਅੰਦਰ ਹੀ ਹੈ। ਵੀਰ ਜੀ ਹੋਰ ਇਹਨੂੰ ਪ੍ਰਾਪਤ ਕਰਨਾ ਚਾਹਤੇ ਕਰ ਸਕਦੇ। ਹਰਵਿੰਦਰ ਵੀਰ ਜੀ, ਇਹ ਜਿੱਦਾਂ ਕਿਆ ਕੋ ਹੋ ਗਿਆ ਨਾ, ਜਦੋਂ ਕੋ ਤੋਂ ਪਾਵੇ ਕੋਈ, ਤੇ ਉਹ ਆਇਆ, ਬਿਲਕੁਲ ਠੀਕ ਕਹਿ ਰਹੇ ਹੋ, ਸਿੰਗੂਲਰ ਰੂਪ ਵਿੱਚ ਹੈ, ਪਰ ਸਾਰਿਆਂ ਵਾਸਤੇ ਆਇਆ ਹੈ। ਜਿਸ ਤਰ੍ਹਾਂ ਇੱਕ ਅੱਖਰ ਆਉਂਦਾ ਹੈ ਨਾ, ਕੋਈ ਇੰਡੀਵਿਜੂਅਲ ਕੀ ਕਰ ਸਕਦਾ ਹੈ, ਜੋ ਕਿ ਜੇ ਕਰੇ ਹੁੰਦਾ ਨਾ, ਜੇ ਬਹੁਵਚਨ ਵਿੱਚ ਹੁੰਦਾ ਤੇ ਕਰੇ ਨਹੀਂ ਸੀ ਹੋਣਾ, ਕਰਹਿ ਹੋਣਾ ਸੀ। ਜੀ ਸਿਹਾਰੀ ਤੇ ਹਾਹਾ, ਔਰ ਵਿਚਾਰਾ ਨਹੀਂ ਸੀ ਹੋਣਾ, ਵਿਚਾਰੇ ਹੋਣਾ ਚਾਹੀਦਾ ਸੀ। ਨਹੀਂ ਸਤਬੀਰ ਵੀਰ ਜੀ, ਜੋ ਤੁਸੀਂ ਬੋਲ ਰਹੇ ਹੋ ਨਾ ਉਸ ਤਰ੍ਹਾਂ ਹੀ ਹੈ। ਇਹ ਪਤਾ ਕਿਹੜੇ ਵਾਸਤੇ ਵਿਚਾਰਾ ਆਇਆ? ਹਰੇਕ ਜੀ ਜੰਤ ਵਾਸਤੇ ਆਇਆ, ਹਰੇਕ ਇੱਕ ਸਿੰਗੂਲਰ ਜੀ ਵਾਸਤੇ ਆਇਆ। ਕਹਿੰਦੇ ਜਿਹੜਾ ਵੀ ਜੀ ਕਾਰ ਕਰਦਾ ਨਾ, ਉਹਦੇ ਵੱਸ ਦੀ ਕਾਰ ਨਹੀਂ ਹੈ। ਇਹ ਕੋ ਲਫ਼ਜ਼ ਜਿਹੜਾ ਤੁਸੀਂ ਬੋਲ ਰਹੇ ਹੋ ਨਾ ਸਤਬੀਰ ਵੀਰ ਜੀ, ਉਸ ਤਰ੍ਹਾਂ ਹੀ ਹੈ। ਹਰ ਇੱਕ ਜੀ ਵਾਸਤੇ ਵਿਚਾਰਾ ਲਫ਼ਜ਼ ਯੂਜ਼ ਹੋਇਆ ਹੈ, ਹਰੇਕ ਜੀ ਵਾਸਤੇ। ਕਹਿੰਦੇ ਜਿਹੜਾ ਵੀ ਜੀ ਕੋਈ ਕਾਵ ਕਰਨ ਕਰਦਾ ਹੈ, ਜਿਹੜਾ ਵੀ ਜੀ ਵਾਸਤੇ ਇਹ ਲਫ਼ਜ਼ ਆਇਆ, ਇਹ ਵਿਚਾਰਾ ਲਫ਼ਜ਼ ਹਰੇਕ ਜੀ ਵਾਸਤੇ ਸਿੰਗੂਲਰ ਫਾਰਮ ਵਿੱਚ ਆਇਆ, ਮਨ ਵਾਸਤੇ ਨਹੀਂ ਆ ਰਿਹਾ। ਕੋ ਲਫ਼ਜ਼ ਵਾਸਤੇ ਵੀ ਜਿਹੜਾ ਵੀ ਕੋਈ ਜੀ, ਉਹ ਵਿਚਾਰਾ ਜਿਹੜਾ ਵੀ ਕੋਈ ਜੀਵ, ਕੋ ਉਸੇ ਵਾਸਤੇ ਆਇਆ। ਕੋ ਸਾਰੇ ਜੀਵਾਂ ਦੇ ਵਿੱਚੋਂ ਕਹਿੰਦਾ ਜਿਹੜਾ ਵੀ ਜੀਵ ਆ ਗਿਆ ਮਨ ਦੇ ਸਾਹਮਣੇ ਨਾ ਕਾਰ ਕਰਨ ਵਾਸਤੇ, ਜਿਹਨੂੰ ਮਨ ਦੀ ਕਾਰ ਪਸੰਦ ਆ ਰਹੀ ਹੈ, ਉਹ ਮਨ ਦੇ ਕੋਲ ਆਇਆ ਵੇ, ਜਿਹੜਾ ਆ ਕੇ ਕਹਿੰਦਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਜਿਹੜਾ ਵੀ ਜੀ ਆ ਕੇ ਇਹ ਗੱਲ ਕਰੇਗਾ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਮਨ ਉਸ ਨੂੰ ਆਪੇ ਬਖਸ਼ ਦੇ ਕੇ ਮਿਲਾ ਲੈਂਦਾ। ਜਿਹੜਾ ਵੀ ਉਹ ਜਿਹੜਾ ਸ਼ਬਦ ਆਉਂਦਾ ਨਾ, ਆਪਾਂ ਰੋਜ਼ ਪੜ੍ਹਦੇ ਹਾਂ, ਹਰ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਇੱਥੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ, ਜਦੋਂ ਮਨ ਦੇ ਕੋਲ ਸਤਿਗੁਰੂ ਜੀ ਦੇ ਵਿਚਾਰਾਂ ਦੇ ਵਿੱਚ ਮਨ ਮਰਜ ਹੋ ਜਾਂਦਾ ਨਾ, ਜਿਸ ਨੂੰ ਕਹਿੰਦੇ ਸਤਿਗੁਰ ਕੀ ਜਿਸਨੂੰ ਮਤਿ ਆਵੈ ਸੋ ਸਤਿਗੁਰ ਮਾਹੇ ਸਮਾਨਾ। ਸਾਡੇ ਵਿਚਾਰ ਜਦੋਂ ਸਤਿਗੁਰੂ ਦੇ ਵਿਚਾਰ ਦੇ ਵਿੱਚ ਬਰਾਬਰ ਹੋ ਜਾਂਦੇ ਹਨ, ਇੱਕੋ ਹੋ ਜਾਂਦੇ, ਫਿਰ ਜਿਸ ਵੀ ਜੀ ਨੂੰ ਇਹ ਵਿਚਾਰ ਪਸੰਦ ਆਲੇ, ਉਹ ਮਨ ਕੋਲ ਆ ਕੇ ਕਹਿੰਦਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਮੈਨੂੰ ਵੀ ਇਹ ਜਿਹੜਾ ਤੇਰੇ ਵਿਚਾਰ ਹੈ ਮੈਨੂੰ ਵੀ ਦੇ। ਉਸ ਦੇ ਵਾਸਤੇ ਗੱਲ ਚੱਲ ਰਹੀ ਹੈ, ਉਸ ਵਿਚਾਰਾ ਜੀਵਨ, ਉਸ ਵਾਸਤੇ ਵਿਚਾਰ ਆਖਰੇ ਨੇ ਵੀ ਉਹ ਜਿਹੜਾ ਵੀ ਕੋ ਆਏਗਾ, ਇੰਨੇ ਸਾਰੇ ਜੀ ਆ ਜਨਤਾ ਵਿੱਚ, ਜਿਹੜਾ ਵੀ ਆ ਕੇ ਅੱਗੇ ਖੜ ਜਾਏਗਾ ਵਿਚਾਰਾ ਬਣ ਕੇ, ਅਰਦਾਸ ਕਰੇਗਾ, ਜਿਹੜਾ ਉਹਨੂੰ ਮਿਲ ਜਾਏਗਾ, ਉਹਨੂੰ ਬਖਸ਼ਿਸ਼ ਮਿਲ ਜਾਏਗੀ। ਉਹ ਉਸੇ ਵਾਸਤੇ, ਮਨ ਵਾਸਤੇ ਨਹੀਂ ਆ ਰਿਹਾ ਵਿਚਾਰਾ, ਉਸੇ ਜੀ ਵਾਸਤੇ ਜਿਹੜਾ ਵੀ ਆ ਕੇ ਅਰਦਾਸ ਕਰੇਗਾ, ਜਿਹੜਾ ਹੁਣ ਚਾਹੁੰਦਾ ਮਨ ਵਾਲੀ ਵਿਚਾਰਧਾਰਾ ਮੈਨੂੰ ਵੀ ਪ੍ਰਾਪਤ ਹੋ ਜੀ। ਮੈਨੂੰ इसका मतलब है पर्टिकुलर हर एक जीव को अलग अलग। ਹਾਂਜੀ। ਜਿਵੇਂ ਪਤਾ ਕੀ ਹੈ, ਦੇਖੋ ਹੁਣ ਜਿਵੇਂ ਅਲੱਗ-ਅਲੱਗ ਜੀਵ ਜੰਤੂ ਸਮਝਾਇਆ ਜਾਏ, ਅੱਖਾਂ ਨੂੰ ਅਲੱਗ ਸਮਝਾਇਆ ਜਾਏ, ਇਹ ਨੇਤਰੋ ਮੇਰੇ ਹੋ, नहीं वो तो क्लियर है, पर जब एक मन पॉजिटिव हो जाएगा तो सारे अपने आप ही पॉजिटिव नहीं हो जाएंगे? ਨਾ ਹੁਣ ਮੈਂ ਤੁਹਾਨੂੰ ਇੱਕ ਨਾ ਪ੍ਰੈਕਟੀਕਲ ਐਗਜ਼ਾਮਪਲ ਲੈਣੇ। ਹੁਣ ਸੁਣੋ, ਦੇਖੋ ਇਹ ਮੈਂ ਉਸ ਦਿਨ ਕਿਸੇ ਦਿਨ ਲਈ ਗੱਲ ਸ਼ੇਅਰ ਕਰ ਵੀ ਰਿਹਾ ਸੀ, ਚਲੋ ਮੈਂ ਦੁਬਾਰਾ ਸ਼ੇਅਰ ਕਰਦਾ। ਸਪੋਜ਼ ਕਰੋ ਮੈਂ ਘਰ ਬੈਠਾ ਟੀਵੀ ਤੇ ਪਿਕਚਰ ਦੇਖ ਰਿਹਾ, ਕੋਈ ਬੜੀ ਅੱਛੀ ਪਿਕਚਰ ਆ ਰਹੀ ਹੈ, ਬਹੁਤ ਅੱਛੀ ਪਿਕਚਰ ਆ ਰਹੀ ਹੈ, ਕੋਈ ਨਵੀਂ ਪਿਕਚਰ ਹੈ, ਮੈਂ ਦੇਖੀ ਵੀ ਨਹੀਂ ਹੈ, ਫਸਟ ਟਾਈਮ, ਬੜੀ ਅੱਛੀ ਪਿਕਚਰ ਆ ਰਹੀ ਹੈ। ਉਹ ਮੈਂ ਦੇਖ ਰਿਹਾ, ਮੈਂ ਕੀ ਦੇਖ ਰਿਹਾ, ਮੇਰੀਆਂ ਅੱਖਾਂ ਦੇਖ ਰਹੀਆਂ ਨੇ, ਮੇਰੇ ਕੰਨ ਵੀ ਦੇਖ ਰਹੇ, ਮੇਰੀ ਬੋਡੀ ਉੱਥੇ ਬੈਠੀ ਹੋਈ ਹੈ। ਲੇਕਿਨ ਮੇਰੇ ਅੰਦਰ ਇੱਕ ਖਿਆਲ ਆਇਆ ਵੀ ਉਹ 8 ਵਜੇ ਦਾ ਸੈਸ਼ਨ ਹੈ, ਉਹ ਪਾਠ ਦਾ ਸੈਸ਼ਨ ਸਟਾਰਟ ਹੋ ਗਿਆ, ਪਾਠ ਦਾ ਸੈਸ਼ਨ ਸਟਾਰਟ ਹੋਣਾ 8 ਵਜੇ, ਮੈਨੂੰ ਇਹ ਬੰਦ ਕਰਨਾ ਪਏਗਾ ਤੇ ਮੈਂ ਸੈਸ਼ਨ ਸਟਾਰਟ ਕਰਾਂ। ਅੱਜ ਸੈਸ਼ਨ ਨਾ ਮਿਸ ਕਰੀਏ, ਟੀਵੀ ਦੀ ਪਿਕਚਰ ਤਾਂ ਚਲੋ YouTube ਤੋਂ ਨਿਕਾਲ ਕੇ ਨੈਟਫਲਿਕਸ ਤੋਂ ਫਿਰ ਦੁਬਾਰਾ ਦੇਖ ਲਾਂਗੇ, ਜਾਂ ਫਿਰ ਕਦੀ ਰਿਪੀਟ ਹੋ ਜਾਏਗੀ, ਅੱਜ ਵਾਲਾ ਸੈਸ਼ਨ ਨਾ ਮਿਸ ਕਰੀਏ। ਹੁਣ ਕੀ ਹੈ, ਮਨ ਕਹਿ ਰਿਹਾ ਹੈ ਕਿ ਅਸੀਂ ਸੈਸ਼ਨ ਲਗਾਉਣਾ ਹੈ, ਵੀ ਅਸੀਂ ਕਥਾ ਸੁਣਨੀ, ਲੇਕਿਨ ਹੁਣ ਅੱਖਾਂ ਦੇਖ ਰਹੀਆਂ ਪਿਕਚਰ, ਅੱਖਾਂ ਨੂੰ ਤੇ ਕੰਨ ਨਾਲ ਸੁਣਿਆ ਜਾ ਰਿਹਾ ਹੈ। ਹੁਣ ਅਸੀਂ ਆਪਣੇ ਤੇ ਪ੍ਰੈਕਟੀਕਲ ਲਾ ਕੇ ਦੇਖੀਏ ਨਾ, ਜਦੋਂ ਸਪੋਜ਼ ਅਸੀਂ ਕਿਤੇ ਗੁਰਦੁਆਰੇ ਜਾਣਾ ਹੁੰਦਾ, ਅਸੀਂ ਕਹਿੰਦੇ ਗੁਰਦੁਆਰੇ ਲੈ ਕੇ ਪਿਕਚਰ ਦੇਖ ਰਹੇ ਹੁੰਦੇ ਆ, ਹੁਣ ਮਨ ਨੂੰ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ, ਉਹ ਮੰਨਣਗੇ, ਅਸੀਂ ਮੰਨਦੇ ਇਸ ਤਰ੍ਹਾਂ, ਅਸੀਂ ਕਹਿੰਦੇ ਯਾਰ ਚਲੋ ਅੱਛਾ, ਫਿਰ ਸਾਡੇ ਚੁਆਇਸ ਹੁੰਦੀ ਹੈ, ਅਸੀਂ ਕਹਿੰਦੇ ਯਾਰ ਚਲੋ ਸੈਸ਼ਨ ਹੈ ਨਾ, ਉਹ ਵੀ ਤਾਂ ਰਿਕਾਰਡਿੰਗ ਹੋ ਰਿਹਾ ਨਾ, ਸ਼ਾਮ ਨੂੰ ਸੁਣ ਲਵਾਂਗੇ, ਲਾਈਵ ਸੈਸ਼ਨ ਸੁਣਨ ਦੀ ਕੀ ਲੋੜ ਹੈ, ਪਿਕਚਰ ਨਹੀਂ ਮੈਂ ਮਿਸ ਕਰਨੀ। ਫਿਰ ਪਿਕਚਰ ਕੌਣ ਨਹੀਂ ਮਿਸ ਕਰ ਰਿਹਾ? ਸਾਡੀਆਂ ਅੱਖਾਂ, ਸਾਡਾ ਧਿਆਨ, ਸਾਡੇ ਕੰਨ, ਉਹਦੇ ਪਿਕਚਰ 'ਚ ਲੱਗੇ ਹੋਏ ਨੇ। ਮਨ ਦੀ ਵਿਚਾਰ ਇਗਨੋਰ ਹੋ ਗਿਆ, ਮਨ ਦਾ ਵਿਚਾਰ ਇਗਨੋਰ ਹੋ ਗਿਆ ਨਾ। ਦੂਜੇ ਪਾਸੇ ਅਸੀਂ ਇਹ ਵੀ ਕਰ ਸਕਦੇ ਸੀ ਵੀ ਸੈਸ਼ਨ ਹੁਣ ਲਗਾਈਏ, ਇਹ ਪਿਕਚਰ ਨੂੰ ਬਾਅਦ 'ਚ YouTube ਤੋਂ ਨਿਕਾਲ ਕੇ ਵੀ ਦੇਖ ਲਵਾਂਗੇ, ਉਹ ਵੀ ਪੋਸੀਬਿਲਿਟੀ ਸੀ। ਉਹਦੇ ਵਿੱਚ ਮਨ ਦੇ ਵਿਚਾਰਾਂ ਨੂੰ ਇਹਨਾਂ ਸਾਰਿਆਂ ਨੇ ਅਪਣਾ ਲੈਣਾ ਸੀ। ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ,
ਜਦੋਂ ਸਾਡਾ ਮਨ, ਕਈ ਵਾਰ ਮਨ ਕਹਿੰਦਾ ਵੀ ਮੇਰੇ 'ਚ ਵਿਚਾਰ ਆਇਆ ਮੈਂ ਗੁਰਦੁਆਰੇ ਜਾਣਾ, ਬੰਗਲਾ ਸਾਹਿਬ ਜਾਣਾ, ਲੇਕਿਨ ਸਾਡੇ ਅੰਦਰ ਇਹ ਫਸੇ ਹੁੰਦੇ ਨੇ ਪਿਕਚਰ ਵਿੱਚ, ਪਿਕਚਰ ਨਹੀਂ ਛੋੜਦੇ। ਉਹਨਾਂ ਨੂੰ ਪਿਕਚਰ ਬੜੀ ਅੱਛੀ ਆ, ਰਸ ਆ ਰਿਹਾ ਹੁੰਦਾ ਪਿਕਚਰ ਦੇ ਵਿੱਚ, ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਉੱਥੇ ਬੈਠਦੇ ਰਹਿੰਦੇ। ਇਟ ਮੀਨਸ ਉਹਨਾਂ ਨੇ ਮਨ ਦੀ ਵਿਚਾਰ ਇਗਨੋਰ ਕਰ, ਉਹਨਾਂ ਨੂੰ ਮਨ ਦੀ ਪਸੰਦ ਨਹੀਂ ਪਸੰਦ ਆਈ। ਚੁਆਇਸ ਆਪਣੀ ਆਪਣੀ, ਹਰੇਕ ਦੇ ਚੁਆਇਸ ਹੈ। ਮਨ ਸਾਡੇ ਵਿਚਾਰ ਅਸੀਂ ਵੀ ਅੱਖਾਂ ਨੂੰ ਫਿਰ ਸਮਝਾ ਸਕਦੇ ਹਾਂ, ਜਿਵੇਂ ਸਤਿਗੁਰੂ ਜੀ ਸਮਝਾਉਂਦੇ ਨਾ, ਇਹ ਨੇਤਰੋ ਮੇਰਿਓ, ਅਸੀਂ ਉਹਨਾਂ ਨੂੰ ਐਵੇਂ ਸਮਝਾ ਸਕਦੇ ਹਾਂ ਵੀ ਇਹ ਅੱਖੋ, ਇਹ ਨੇਤਰੋ, ਇਹ ਤਾਂ ਪਿਕਚਰ ਦੁਆਰਾ ਵੀ ਆ ਜਾਏਗੀ, ਆਪਾਂ ਹੁਣ ਸੈਸ਼ਨ ਲਗਾ ਲਈਏ। ਤੇ ਉਸ ਤਰ੍ਹਾਂ ਸਾਨੂੰ ਦੱਸਣੇ ਵੀ ਇਸ ਤਰ੍ਹਾਂ ਅਸੀਂ ਆਪਣੇ ਸਮਝਾਣਾ ਹੈ, ਬਟ ਫਿਰ ਵੀ ਅੱਖਾਂ ਨਹੀਂ ਸਮਝਦੀਆਂ। ਸਾਡੇ ਅੰਦਰ ਅੱਛੇ ਖਿਆਲ ਆਉਂਦੇ ਹੈ, ਸਾਡਾ ਧਿਆਨ ਉਹਨੂੰ ਦਬਾ ਦਿੰਦੇ ਆ। ਅੱਖਾਂ ਪਿਕਚਰ ਦੇਖਣ ਵੱਲ ਜਾਂ ਹੋਰ ਸੀਰੀਅਲ ਦੇਖਣ ਵੱਲ ਅਸੀਂ ਉਹ ਦੇਖਦੇ ਰਹਿੰਦੇ ਆ। ਜੋ ਚੰਗਾ ਕੰਮ ਕੋਈ ਕਰਨਾ ਹੁੰਦਾ, ਕੋਈ ਕਥਾ ਸੁਣਨ ਜਾਂ ਗੁਰਦੁਆਰੇ ਜਾਂ ਕੋਈ ਹੋਰ ਕਿਤੇ ਜਾਣਾ ਹੁੰਦਾ, ਅਸੀਂ ਉਹਨੂੰ ਇਗਨੋਰ ਕਰਦੇ ਹਾਂ। ਇਹ ਸਾਡੀ ਕੰਟੀਨਿਊਸਲੀ ਮਨ ਦਿੰਦਾ ਰਹਿੰਦਾ। ਅਗਰ ਕੋਈ ਲਵੇਗਾ ਹੀ ਨਹੀਂ, ਉਹਨਾਂ ਤੇ ਵੀ ਉਹੀ ਐਕਸ਼ਨ ਹੋ ਜਾਂਦਾ ਵੀ ਜੋ ਮੰਗਣਗੇ, ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਆ, ਜੀਆਂ ਨੂੰ ਵੀ ਉਹੀ ਮਿਲੇਗਾ। ਉਹਨਾਂ ਤੇ ਵੀ ਇਹ ਲਾਅ ਅਪਲਾਈ ਹੁੰਦਾ ਹੈ। ਹਾਂਜੀ, ਮਤਲਬ ਇਹਦੇ ਦੁਨਿਆਵੀ ਤੌਰ ਤੇ ਇੱਕ ਸਾਧਾਰਨ ਜਿਹਾ ਉਦਾਹਰਨ ਨਾਲ ਜੋੜ ਕੇ ਅਗਰ ਐਕਸਪਲੇਨ ਕਰੀਏ, ਹਾਂ, ਅਸੀਂ ਸਾਰੇ ਸਪੋਜ਼ ਕਿਧਰੇ ਖੜੇ ਹੋਈਏ ਬਹੁਤ ਭੀੜ ਵਿੱਚ, 150 ਜਣੇ, ਉੱਤੋਂ ਸ਼ੇਰ ਆ ਜਾਏ, ਹਾਂਜੀ, ਸ਼ੇਰ ਸਾਡੀ ਕੋਈ ਇੱਕ ਭੇੜ ਪਕੜੀ ਚੁੱਕ ਕੇ ਲੈ ਜਾਏ, ਤੇ ਨਾਲ ਉਹਨਾਂ ਉਸ ਪੰਕਤੀ ਨੂੰ ਜੋੜ ਲਈਏ, ਕਿਆ ਕੋ ਕਰੇ ਵਿਚਾਰਾ। ਹੁਣ ਅਸੀਂ ਸਾਰੇ ਕੀ ਕਰ ਸਕਦੇ ਸੀ? ਸ਼ੇਰ ਦਾ ਮੁਕਾਬਲਾ ਨਹੀਂ ਕਰ ਪਾਏ, ਚੁੱਕ ਕੇ ਲੈ ਗਿਆ। ਹੁਣ ਉਹ ਅਗਰ ਇੱਕ ਲਈ ਆਇਆ ਹੈ, ਲੇਕਿਨ ਸਾਰਿਆਂ ਲਈ ਆਇਆ ਹੈ। ਅਗਰ ਉਸ ਬਿਲਕੁਲ ਜੇ ਸਾਰਿਆਂ ਵਾਸਤੇ ਆਇਆ ਹੁੰਦਾ ਤਾਂ ਉੱਥੇ ਵਰਡ ਕਰਹਿ ਹੋਣਾ ਸੀ। ਵਿਜੀ ਉੱਥੇ ਫਿਰ ਕੋਲ ਆਫਿਸ ਨਹੀਂ ਹੋਣਾ ਸੀ। ਵਿਜੀ ਉੱਥੇ ਕੋਲ ਆਫਿਸ ਨਹੀਂ ਹੋਣਾ ਸੀ, ਕਰਾ ਹੀ ਹੋਣਾ ਸੀ। ਸਹੀ ਕਹਿ ਰਹੇ ਹੋ, ਪਰ ਕੋਲ ਆਫਿਸ ਨਹੀਂ ਹੋਣਾ ਸੀ ਉੱਥੇ। ਨਹੀਂ, ਕਿਆ ਕੋ ਇੰਡੀਵਿਜੂਅਲੀ ਕੋਈ ਕੀ ਕਰ ਸਕਦਾ ਸੀ ਇੱਥੇ? ਜੇ ਇੰਡੀਵਿਜੂਅਲ ਵਾਸਤੇ ਆਣਾ ਸੀ ਤੇ ਕਰਹਿ ਹੀ ਹੋਣਾ ਚਾਹੀਦਾ ਸੀ, ਔਰ ਵਿਚਾਰਾ ਹੋਣਾ ਚਾਹੀਦਾ ਸੀ। ਉਹ ਇੰਡੀਵਿਜੂਅਲ ਵਿਚਾਰੇ ਨੇ, ਇਹਨੂੰ ਹੋਰ ਅਸੀਂ ਕਰ ਸਕਨੇ ਆ। ਬਾਕੀ should have been ਕਰਹਿ, ਜਦੋਂ ਜੇ ਬਹੁਵਚਨ ਵਿੱਚ ਆ ਰਿਹਾ ਹੈ ਤੇ should have been ਕਰਹਿ ਹੋਣਾ ਚਾਹੀਦਾ ਸੀ, ਕਰੇ ਨਹੀਂ ਹੋਏਗਾ, ਔਰ ਵਿਚਾਰਾ ਨਹੀਂ ਹੋਏਗਾ, ਵਿਚਾਰੇ ਹੋਏਗਾ। ਹਰਵਿੰਦਰ ਵੀ ਜੀ ਸਿੰਗੂਲਰ ਕਰਕੇ ਬਹੁਵਚਨ ਰੂਪ ਵਿੱਚ ਆ ਰਿਹਾ, ਸਿੰਗੂਲਰ ਕੇ ਜਿਸ ਤਰ੍ਹਾਂ ਇੱਕ ਕਰਕੇ ਕਈ ਵਾਰੀ ਅੱਖਰ ਆਉਂਦਾ ਨਾ। ਬਾਕੀ ਮੈਨੂੰ ਤੇ ਸਮਝ ਆ ਰਿਹਾ ਵਿਜੀ ਸਿੰਘ ਰਿਕੁਐਸਟ ਕਿ ਅਸੀਂ ਇਹ ਵਾਲਾ ਸੈਸ਼ਨ ਥੋੜਾ ਜਿਹਾ ਨਾ ਅੱਜ ਕਿਸੇ ਹੋਰ ਟੌਪਿਕ ਤੇ ਰੱਖਿਆ ਸੀ। ਇਹ ਵਾਲੀ ਜਿਹੜੀ ਗੱਲ ਜਸਪਾਲ ਵੀ ਜੀ ਕੁਝ ਕਹਿਣਾ ਚਾਹ ਰਹੇ ਹਨ। ਜਸਪਾਲ ਜੀ ਆਪਣੀ ਆਡੀਓ ਔਨ ਕਰਕੇ ਪਲੀਜ਼। ਸੌਰੀ ਟੂ ਇੰਟਰਰਪਟ ਯੂ ਆਲ, ਹਰਵਿੰਦਰ ਵੀ ਜੀ ਸੌਰੀ, ਲੇਕਿਨ ਇਸ ਬਾਬਤ ਅਸੀਂ ਵਿਚਾਰ ਕੱਲ ਕਰ ਲਾਂਗੇ। ਸੈਸ਼ਨ ਥੋੜਾ ਜਿਹਾ ਵਾਲਾ ਸੈਕਿੰਡ ਸੈਸ਼ਨ ਕਿਸੇ ਹੋਰ ਕਰਕੇ ਰੱਖਿਆ ਸੀ। ਸਤਬੀਰ ਵੀਰ ਜੀ, ਇੱਕ ਨਾ ਕੁਐਸਚਨ ਹੋਰ ਵਿੱਚ ਮਿਸ ਹੋ ਗਿਆ, ਕਿਸੇ ਨੇ ਪੁੱਛਿਆ ਸੀ ਉਹ ਨਾ ਕਿਰਪਾ ਵਾਲਾ ਨਾ, ਤੇ ਉਹ ਵੀ ਮਿਸ ਹੋ ਗਿਆ ਥੋੜਾ ਜਿਹਾ। ਆਪਾਂ ਉਹਦੇ ਤੇ ਵੀ ਗੱਲ ਕਰ ਲਈਏ। ਦੇਖੋ ਗੁਰਬਾਣੀ ਹੈ ਨਾ, ਜਿਹੜਾ ਸਾਡਾ ਕਿਰਪਾ ਵਾਲਾ ਸਿਧਾਂਤ ਹੈ ਸਤਿਗੁਰੂ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕਿਰਪਾ ਦਾ ਸਿਧਾਂਤ ਹੈ ਨਾ, ਸਾਡੀ ਜਿਹੜੀ ਪੂਰੀ ਗੁਰਬਾਣੀ ਜੋ ਸਾਨੂੰ ਸਿੱਖਿਆ ਦੇ ਰਹੀ, ਪੂਰੀ ਗੁਰਬਾਣੀ ਆਪਣੇ ਆਪ ਵਿੱਚ ਕਿਰਪਾ ਹੈ। ਇਹੀ ਕਿਰਪਾ ਹੈ ਸਤਿਗੁਰੂ ਜੀ ਦੀ। ਸਤਿਗੁਰੂ ਜੀ ਦੇ ਨਾਮ ਨੂੰ ਹੀ ਕਿਰਪਾ ਆਖਿਆ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਨੂੰ, ਸ਼ਬਦ ਨੂੰ, ਇਹਨਾਂ ਦੀ ਮੱਤ, ਗੁਰੂ ਦੀ ਮੱਤ ਨੂੰ ਕਿਰਪਾ ਆਖਿਆ ਜਾਂਦਾ ਹੈ। ਅਸੀਂ ਕਿਰਪਾ ਧਾਰਨ ਕਰਨੀ ਹੈ, ਉਹ ਅਸੀਂ ਕਰਦੇ ਨਹੀਂ। ਸਤਿਗੁਰੂ ਜੀ ਕਿਰਪਾ ਕਰੀ ਜਾ ਰਿਹਾ, ਸਾਨੂੰ ਆਪਣਾ ਰੋਜ਼ ਕੀ ਕਹਿੰਦੇ, ਸਾਨੂੰ ਆਪਣੀ ਵਿਚਾਰਧਾਰਾ, ਆਪਣੀ ਗੁਰਮਤਿ ਸਿੱਖਿਆਵਾਂ ਦੇ ਹੀ ਜਾ ਰਹੇ ਨੇ, ਅਸੀਂ ਲੈ ਨਹੀਂ ਰਹੇ ਹਾਂ। ਸਤਿਗੁਰੂ ਜੀ ਦੀ ਪੂਰੀ ਬਾਣੀ ਹੀ ਕਿਰਪਾ ਹੈ, ਇਹੀ ਗੁਰੂ ਜੀ ਦਾ ਪ੍ਰਸਾਦ ਹੈ। ਅਸੀਂ ਇਸ ਨੂੰ ਗ੍ਰਹਿਣ ਨਹੀਂ ਕਰ ਰਹੇ, ਅਸੀਂ ਇਸ ਨੂੰ ਲੈ ਨਹੀਂ ਰਹੇ ਹਾਂ, ਅਸੀਂ ਆਪਣਾ ਭਾਂਡਾ ਮੁੱਦਾ ਕੀਤਾ ਹੋਇਆ। ਸਤਿਗੁਰੂ ਜੀ ਦੀ ਬਾਣੀ ਹੀ ਕਿਰਪਾ ਹੈ, ਅਸੀਂ ਬਾਣੀ ਨੂੰ ਧਾਰਨ ਕਰਨਾ ਹੈ, ਬਾਣੀ ਦੇ ਵਿਚਾਰਾਂ ਨੂੰ ਧਾਰਨ ਕਰਨਾ ਹੈ। ਇਸ ਨੂੰ ਕਹਿੰਦੇ ਨੇ ਧਾਰ ਕਿਰਪਾ। ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਇਸੇ ਨੂੰ ਹੀ ਰੱਖਣਾ। ਅਸੀਂ ਜਦੋਂ ਇਸ ਕਿਰਪਾ ਨੂੰ ਧਾਰਨ ਕਰ ਲਾਂਗੇ ਤਾਂ ਸਾਨੂੰ ਇਹ ਵਾਲੀ ਵਿਚਾਰਧਾਰਾ ਰੱਖ ਹੀ ਲਏਗੀ। ਕਿੱਥੋਂ? ਵਿਕਾਰਾਂ ਤੋਂ, ਅਵਗੁਣਾਂ ਤੋਂ। ਹਾਂਜੀ ਜੀ ਵੀ ਜੀ ਜਸਪਾਲ ਜੀ, ਸੁਰਿੰਦਰਪਾਲ ਜੀ, ਹੈਲੋ ਬਾਪੂ ਜੀ, ਇੱਕ ਮਿੰਟ ਜਸਪਾਲ ਜੀ ਬੋਲ ਲੈਣ, ਫਿਰ ਤੁਸੀਂ ਬੋਲ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ। ਤੇ ਇੱਥੇ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ, ਜਿਸ ਤਰ੍ਹਾਂ ਗੁਰਪ੍ਰੀਤ ਜੀ ਨੇ ਕਿਹਾ ਸੀਗਾ ਕਿ ਅਸੀਂ ਬੱਚੇ ਸਾਡੇ ਜਿਹੜੇ ਆਉਣ ਵਾਲੇ ਨੇ ਗੁਰੂ ਘਰ ਤੋਂ ਕਿਉਂ ਟੁੱਟ ਰਹੇ, ਉਹ ਜੁੜ ਨਹੀਂ ਰਹੇ। ਉਹਦੇ ਪਿੱਛੇ ਬਹੁਤ ਵੱਡਾ ਸਾਡੇ ਆਪਣਾ ਪੇਰੈਂਟਸ ਦਾ ਵੀ ਹੱਥ ਹੁੰਦਾ ਹੈ, ਗ੍ਰਸਤੀਆਂ ਦਾ ਵੀ ਹੱਥ ਹੁੰਦਾ ਹੈ। ਉਹਦੇ ਬਾਰੇ ਮੈਂ ਕੁਝ ਕਹਿਣਾ ਚਾਹਾਂਗਾ। ਬੱਚਾ ਹੁੰਦਾ ਛੋਟਾ, ਅਸੀਂ ਉਹਨੂੰ ਸਕੂਲ ਵਿੱਚ ਪਾਉਂਦੇ ਹਾਂ। ਸਾਡੇ ਵਿੱਚ ਕੀ ਹੁੰਦਾ, ਅਸੀਂ ਬੱਚੇ ਦੀ ਇਹ ਦੇਖਦੇ ਹਾਂ, ਹਰ ਪੇਰੈਂਟ ਦੀ ਇਹ ਖਾਹਿਸ਼ ਹੁੰਦੀ ਹੈ ਕਿ ਜਿਹੜੀ ਚੀਜ਼ਾਂ ਮੈਂ ਪੂਰੀਆਂ ਨਹੀਂ ਕੀਤੀਆਂ, ਮੇਰਾ ਬੱਚਾ ਉਹ ਪੂਰੀਆਂ ਕਰੇ। ਜੇ ਮੈਂ ਪੜ੍ਹਾਈ ਪੂਰੀ ਨਹੀਂ ਕੀਤੀ, ਅੱਛੇ ਰੈਂਕ ਤੇ ਨਹੀਂ ਗਿਆ, ਤਾਂ ਮੇਰਾ ਬੱਚਾ ਪੜ੍ਹੇ।
ਤੇ ਬੱਚੇ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਅਸੀਂ ਉਹਨੂੰ ਅੱਛੇ ਸਕੂਲਾਂ 'ਚ ਭੇਜਦੇ ਹਾਂ। ਅਸੀਂ ਕਿਸੇ ਵੀ ਲਿਹਾਜ਼ੇ ਤੱਕ ਉਹਨੂੰ ਕਹਿੰਦੇ ਆ, ਚਾਹੇ ਸਾਨੂੰ ਡੋਨੇਸ਼ਨਾਂ ਦੇਣੀਆਂ ਪਵਨ, ਚਾਹੇ ਸਾਨੂੰ ਕਿਸੇ ਵੀ ਲਿਹਾਜ਼ੇ ਤੱਕ ਕਿਸੇ ਦੀ ਅਪਰੋਚ ਲਗਾਉਣੀ ਪਵੇ, ਕੁਝ ਵੀ। ਮਗਰ ਇੱਥੇ ਕੰਪੀਟੀਸ਼ਨ ਖਾਲੀ ਬੱਚੇ ਨਾਲ ਬੱਚੇ ਦਾ ਨਹੀਂ ਚੱਲਦਾ, ਇੱਥੇ ਸਕੂਲ ਦੇ ਨਾਲ ਸਕੂਲਾਂ ਦਾ ਵੀ ਕੰਪੀਟੀਸ਼ਨ ਚੱਲਦਾ, ਕਿਉਂਕਿ ਸਕੂਲਾਂ ਨੇ ਵੀ ਨੰਬਰ 1 ਹੋਣਾ ਹੁੰਦਾ ਕਿ ਉਹ ਕੋਈ ਵੀ ਸਕੂਲ ਹੈ ਉਹ ਕਹਿੰਦਾ ਕਿ ਅਸੀਂ ਵੀ ਨੰਬਰ 1 ਹੋਣਾ ਹੈ। ਉਹ ਵੀ ਅੱਛੇ ਬੱਚੇ ਲੈਂਦੇ। ਜਦੋਂ ਉਹ ਬੱਚਿਆਂ ਨੂੰ ਅੱਛਾ ਲੈਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੇ ਉੱਤੇ ਡੇਲੀ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਤੁਸੀਂ ਇਹ ਕੁਐਸਚਨ ਕਰਨੇ ਨੇ, ਇਹ ਆਨਸਰ ਦੇਣੇ ਨੇ ਔਰ ਤੁਸੀਂ ਇਮੀਡੀਏਟਲੀ ਦੇਣੇ। ਉਸ ਦੇ ਨਾਲ ਕੀ ਹੁੰਦਾ, ਬੱਚੇ ਦੇ ਉੱਤੇ ਇੰਨਾ ਪ੍ਰੈਸ਼ਰ ਪੈ ਜਾਂਦਾ ਹੈ, ਇੰਨਾ ਪ੍ਰੈਸ਼ਰ ਪੈ ਜਾਂਦਾ ਕਿ ਉਹ ਹਰ ਵੇਲੇ ਆਪਣੀ ਪੜ੍ਹਾਈ ਦੇ ਵਿੱਚ ਹੀ ਉਲਝਿਆ ਰਹਿੰਦਾ। ਉਹ ਕਿਸੇ ਨਾਲ ਡਿਸਕਸ ਕਰਦਾ ਹੈ ਤੇ ਆਪਣੀ ਪੜ੍ਹਾਈ ਦੇ ਬਾਰੇ, ਜਿੱਥੇ ਜਾਏਗਾ ਸਕੂਲ ਤੋਂ ਆਏਗਾ ਅਸੀਂ ਕਹਿੰਦੇ ਨਹੀਂ ਤੂੰ ਹੁਣ ਇਹ ਵੀ ਟਿਊਸ਼ਨ ਲੈ ਲੈ, ਹੁਣ ਤੂੰ ਇਹ ਵੀ ਟਿਊਸ਼ਨ ਲੈ ਲੈ। ਬੱਚੇ ਦਾ ਮਾਈਂਡ ਤੇ ਅਜੇ ਡਿਵੈਲਪ ਹੀ ਨਹੀਂ ਹੋਇਆ, ਛੋਟਾ ਜਿਹਾ ਮਾਈਂਡ ਹੈ ਉਹਦਾ, ਉਹ ਅਜੇ ਪਹਿਲੇ ਉਹਨੂੰ ਡਿਵੈਲਪ ਤੇ ਹੋਣ ਦਿਓ। ਉਸ ਕਰਕੇ ਉਹਦੇ ਅੰਦਰ ਨਾ ਆਲਸਪਨ ਜਾਂ ਸੁਸਤੀਪਨ ਜਾਂ ਕਈ ਹੋਰ ਚੀਜ਼ਾਂ ਦਾ ਰੀਜ਼ਨ ਆਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਕੀ ਹੁੰਦਾ ਹੈ, ਜਦੋਂ ਬੱਚਾ ਥੋੜਾ ਜਿਹਾ ਵੀ ਵੱਡਾ ਹੁੰਦਾ, ਅਸੀਂ ਕਿਹੜੀ ਵੀ ਜਗ੍ਹਾ ਤੇ ਜਾਂਦੇ ਆ ਤੇ ਸਾਡਾ ਆਪਣਾ ਸਟੇਟਸ ਹੁੰਦਾ ਹੈ। ਆਪਣਾ ਸਟੇਟਸ ਕਿੰਜ ਹੁੰਦਾ ਹੈ, ਅਸੀਂ ਕਿ 4 ਬੰਦਿਆਂ ਨੂੰ ਮਿਲਦੇ ਆ, ਉਹ ਪਹਿਲੇ ਕਹਿੰਦਾ ਅੱਛਾ ਕਿੰਨੇ ਬੱਚੇ ਜੀ, ਮੇਰੇ ਤੇ 2 ਬੱਚੇ। ਅੱਛਾ ਕੀ ਕਰ ਰਹੇ, ਪਹਿਲਾ ਕੁਐਸਚਨ ਹੁੰਦਾ ਕਿਹੜੇ ਸਕੂਲ ਵਿੱਚ ਪੜ੍ਹ ਰਹੇ, ਉੱਥੋਂ ਸਾਡਾ ਸਟੇਟਸ ਪਤਾ ਲੱਗਦਾ। ਅੱਛਾ ਤੂੰ ਆਇਆ ਕਿਸ ਤਰ੍ਹਾਂ ਆਇਆ, ਕਿਹੜੀ ਗੱਡੀ ਹੈ ਤੇਰੇ ਕੋਲ। ਤੇ ਉਹ ਚੀਜ਼ਾਂ ਜਦੋਂ ਕੁਐਸਚਨ ਇੱਕ ਦੂਜੇ ਪੇਰੈਂਟਸ ਆਪਸ ਵਿੱਚ ਕਰਦੇ ਨੇ ਤੇ ਉਹ ਚੀਜ਼ ਬੱਚੇ ਇਹ ਨਾ ਸੋਚੋ ਕਿ ਸੁਣ ਨਹੀਂ ਰਹੇ ਹੁੰਦੇ, ਬੱਚੇ ਨਾਲ ਹੁੰਦੇ ਤੇ ਉਹਨਾਂ ਦੇ ਮਾਈਂਡ ਵਿੱਚ ਸ਼ੁਰੂ ਤੋਂ ਇਹ ਚੀਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਬੱਚੇ ਨੂੰ ਟਾਈਮ ਹਰ ਸਬਜੈਕਟ ਲਈ ਵੀ ਚਾਹੀਦਾ ਤੇ ਗੁਰੂ ਘਰ ਨਾਲ ਵੀ ਜੁੜਨ ਲਈ ਚਾਹੀਦਾ। ਉਹ ਕਹਿੰਦਾ ਮੇਰੀ ਪ੍ਰਾਇੋਰਟੀ ਤੇ ਪੜ੍ਹਾਈ ਹੈਗੀ ਹੈ, ਮੇਰੀ ਪ੍ਰਾਇੋਰਟੀ ਤੇ ਨਹੀਂ ਤੇ ਮੈਨੂੰ ਸਕੂਲ ਟੀਚਰ ਡਾਂਟੇਗੀ, ਸਾਰੇ ਬੱਚਿਆਂ ਦੇ ਵਿੱਚ ਮੇਰੀ ਬੇਇੱਜ਼ਤੀ ਕਰੇਗੀ। ਔਰ ਗੁਰੂ ਘਰ ਦੇ ਜੁੜਨ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਇੰਸਟੈਂਟ ਚਾਹੁੰਦਾ ਕਿ ਮੈਨੂੰ ਇਹਦਾ ਜਵਾਬ ਮਿਲੇ। ਮਗਰ ਗੁਰੂ ਘਰ ਜੁੜਨ ਦੇ ਨਾਲ ਉਹਨੂੰ ਇੰਸਟੈਂਟ ਜਵਾਬ ਨਹੀਂ ਮਿਲਦਾ। ਜਦੋਂ ਉਹਨੂੰ ਜਵਾਬ ਨਹੀਂ ਮਿਲਦਾ ਤੇ ਉਹ ਕਹਿੰਦਾ ਯਾਰ ਗੁਰੂ ਘਰ ਨਾਲ ਕੀ ਜੁੜਨਾ, ਮੈਂ ਪੜ੍ਹਾਈ ਵਿੱਚ ਹੀ ਜੁੜਿਆ ਰਹਾਂ, ਮੈਂ ਆਪਣੇ ਕੈਰੀਅਰ। ਉਹ ਘਰ ਆਂਦਾ ਹੈ, ਬੱਚਿਆਂ ਨਾਲ ਫੋਨ ਤੇ ਗੱਲਾਂ ਕਰਦਾ ਹੈ, ਕੁਐਸਚਨ ਆਨਸਰ ਨਹੀਂ ਆਂਦਾ, ਦੋਸਤਾਂ ਨੂੰ ਪੁੱਛਦਾ, ਸਭ ਨੂੰ ਪੁੱਛ ਕੇ ਸਾਰੀਆਂ ਚੀਜ਼ਾਂ ਮੇਲ ਕੇ ਉਹ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਉਹ ਹੌਲੀ ਹੌਲੀ ਗੁਰੂ ਘਰ ਤੋਂ ਛੁੱਟਦਾ ਜਾਂਦਾ ਹੈ ਤੇ ਆਪਣੇ ਕੈਰੀਅਰ ਵੱਲ ਉਹ ਬਣਦਾ ਜਾਂਦਾ ਹੈ, ਕਿਉਂਕਿ ਉਹਦੇ ਉੱਤੇ ਹਰ ਪਾਸੋਂ ਪ੍ਰੈਸ਼ਰ ਹੈਗਾ। ਤੇ ਇਹ ਪੁਆਇੰਟ ਨੂੰ ਵੀ ਲੈ ਕੇ ਥੋੜਾ ਜਿਹਾ ਭੂਆ ਜੀ ਜੇ ਕੁਝ ਅੱਗੇ ਕਰਨ ਤੇ ਇਹ ਚੀਜ਼ ਵੀ ਬੜੀ ਜ਼ਰੂਰੀ ਹੈ, ਜਿਹੜਾ ਅਸੀਂ ਨੈਕਸਟ ਸੰਡੇ ਨੂੰ ਸੈਸ਼ਨ ਕਰਾਂਗੇ। ਜੋ ਤੁਸੀਂ ਇਹ ਗੱਲ ਕੀਤੀ ਹੈਗੀ ਨਾ, ਇਹ ਜਿਹੜੀ ਗੱਲ ਕੀਤੀ ਨਾ, ਦਿਸ ਇਜ਼ ਵਨ ਆਫ ਦ ਫੈਕਲਟੀਜ਼ ਆਫ ਡਿਪਰੈਸ਼ਨ। ਇਹ ਵਨ ਫੈਕਲਟੀ ਹੈ, ਵਨ ਪਾਰਟ ਆਫ ਇਟ। ਇਸੇ ਕਰਕੇ ਮੈਂ ਗੱਲ ਤੁਹਾਨੂੰ ਕਿਹਾ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਭੂਆ ਜੀ ਇਸ ਗੱਲ ਨੂੰ ਤੁਸੀਂ ਜ਼ਰਾ, ਇਹ ਫੈਕਲਟੀ ਹੈ, ਇੱਕ ਵਨ ਪਾਰਟ ਆਫ ਦ ਫੈਕਲਟੀਜ਼ ਹੈ, ਇਹ ਚੀਜ਼ ਹੈ। This is not only for depression, there is a lot of addiction also, addictions which we have. A faculty hai. It's a very big topic, it's not a small topic, it's a very big topic. Very big topic. And one thing I can tell you कि बच्चों ਨੂੰ अगर ਅਸੀਂ ਬਾਣੀ ਦੇ ਨਾਲ ਲਗਾਣਾ ਹੈ, ਸਾਨੂੰ ਪਹਿਲੇ ਕੋਈ ਐਸਾ ਕੰਮ ਕਰਨਾ ਪਏਗਾ ਜਿਸ ਦੇ ਵਿੱਚ ਨਾ ਬਾਹਰ ਦੀ ਦੁਨੀਆ ਦੇ ਵਿੱਚੋਂ ਨਾ ਉਹ ਲੋਕ ਇੱਕਦਮ ਸਟੇਬਲ ਹੋ ਜਾਣ, ਬਾਹਰ ਦੀ ਦੁਨੀਆ ਜਿਹੜੀ ਹੈ ਉਹਨਾਂ ਨੂੰ ਅਫੈਕਟ ਨਾ ਕਰੇ ਕਿ ਬਾਹਰ ਕੁਝ ਗਲਤ ਹੋ ਰਿਹਾ ਹੈ, एकदम निर्लेप हो जाए. Then I get them into the inside world. I cannot get them into the outside world until I don't clear out the outside world. ਅਸੀਂ ਬਸ ਇੱਥੇ ਹੀ ਅਸੀਂ ਆ ਕੇ ਨਾ ਮਾਰ, because I've been working with the children. मैं ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ I have been working with depression cases, many other cases. I am working with gays and lesbians also. I have only worked with the outside world. ਜਦੋਂ ਉਹਨਾਂ ਨੂੰ ਲੱਗਿਆ ਕਿ ਇਹਦੇ ਨਾਲ ਮੈਨੂੰ ਸ਼ਾਂਤੀ ਮਿਲ ਗਈ, ਮੈਨੂੰ ਸੁੱਖ ਮਿਲ ਗਿਆ, ਵੈਰੀ ਡਿਪਰੈਸਡ, ਮੇਰੀ ਫੈਮਿਲੀ ਅੱਛੀ ਹੋ ਗਈ, ਐਵਰੀਥਿੰਗ, then I said now go inside. ਹੁਣ ਆਪਣੇ ਆਪ ਨੂੰ ਹੋਲਡ ਕਰੋ, ਖਾਲੀ ਆਪਣੇ ਅੰਦਰ ਦੇ ਵਰਲਡ ਨਾਲ ਸਟੈਂਡ ਕਰੋ. I don't go into the inside world. When I'm working on the outside world, definitely I am hitting the inside world, but I am also working on the outside world. ਬੱਚੇ ਨਹੀਂ ਮੰਨਣਗੇ, ਕਿਸੇ ਕੀਮਤ ਨਹੀਂ ਮੰਨਣਗੇ। ਉਹ ਕਹਿੰਦੇ ਜੋ ਸਾਡੀ ਪ੍ਰੋਬਲਮ ਸਾਹਮਣੇ ਆਈ ਹੈ, ਪਹਿਲੇ ਸਾਡੀ ਉਹ ਪ੍ਰੋਬਲਮ ਠੀਕ ਕਰੋ, ਸਾਨੂੰ ਉਹ ਚੀਜ਼ ਦਾ ਦੱਸੋ। ਹੁਣ ਗੁਰੂ ਸਾਹਿਬ ਇੱਥੇ ਕਹਿੰਦੇ ਨੇ ਕਿ ਹਰ ਚੀਜ਼ ਉਹਦੇ ਹੁਕਮ ਵਿੱਚ ਹੁੰਦਾ, everything is the law. Now ਬਾਣੀ ਦੇ ਹਿਸਾਬ ਦੇ ਨਾਲ ਤੇ law, everything is working inside us, but there are theses which we have made. Maybe you may not agree. I have made certain theses which my research with the metaphysics, just the which I have connected to the outside world.
to the outside world in which there's a contraction. You can say a contract, the cosmic level. ਅਸੀਂ ਉਹਦੀ ਪੂਰੀ ਰਿਸਰਚ ਕਰਕੇ ਅਸੀਂ ਉਸ ਨੂੰ ਬੱਚਿਆਂ ਦੇ ਸਾਹਮਣੇ ਰੱਖਿਆ, ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਮਨਾ ਲਿੱਤਾ ਹੈ ਕਿ you have nothing to do, you cannot change the world. You cannot change the world because it comes under a law system. अगर ਤੁਸੀਂ ਇਸ law ਇਸ concept ਨੂੰ ਸਮਝ ਲਓ, ਔਰ ਬੱਚੇ ਸਮਝ ਜਾਂਦੇ ਕਿਉਂਕਿ it is the outside world, ਬੱਚੇ ਸਮਝਦੇ ਨੇ, very fast ਸਮਝਦੇ ਨੇ ਔਰ ਤਰਪਦੇ ਵੀ ਅੱਗੇ ਕਿ ਇਤਨੀ ਵੱਡੀ ਖੇਡ ਸਾਨੂੰ ਪਤਾ ਹੀ ਨਹੀਂ ਸੀ। ਜਦੋਂ ਬਾਹਰ ਦੀ ਸਿਚੁਏਸ਼ਨਸ ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋ ਜਾਂਦੀਆਂ ਹਨ, then I take them into the inside world. ਹੁਣ ਅਸੀਂ ਤੇ ਕਹਿੰਦੇ ਆ ਕਿ ਕਰਨ ਕਰਾਉਣ ਵਾਲਾ ਤੇ ਸਾਰਾ ਹੀ, everyone says whatever is happening because ਉਹ ਕਰਾਉਣ ਵਾਲਾ ਹੈ, ਕਿਉਂਕਿ ਉਸਨੇ ਸ੍ਰਿਸ਼ਟੀ ਰਚਾਈ, ਉਹੀ ਸਾਰਿਆਂ ਨੂੰ ਨਚਾ ਰਿਹਾ। We are like the puppets. 100% correct ਹੈ, 100% correct ਹੈ। ਪਰ ਅਗਰ ਅਸੀਂ ਇਹ ਵਿਚਕਾਰ ਲੈ ਆਂਦੇ ਆ ਕਿ ਉਹਦੀ ਖੇਡ ਅੰਦਰ ਹੈ, we have a choice, ਤੇ ਫਿਰ ਉਹ ਕਹਿੰਦੇ ਨੇ ਫਿਰ ਕਿੱਥੇ ਗਿਆ ਕਰਾਉਣ ਵਾਲਾ, ਤਾਂ ਆਪ ਸੀ, ਫਿਰ ਚੋਇਸਸ ਕਿੱਥੋਂ ਆ ਗਏ? ਬੱਚੇ ਦਾ ਸਵਾਲ ਹੁੰਦੇ ਨੇ। So on the board we make the whole diagram, we make the full concept, ਇੱਕ ਇੱਕ ਚੀਜ਼ ਨੂੰ ਅਸੀਂ ਕਲੀਅਰ ਕਰਦੇ ਹਾਂ ਔਰ ਉਹਨੂੰ ਪ੍ਰੂਫ ਕਰਦੇ ਹਾਂ ਕਿ ਕਰਨ ਕਰਾਉਣ ਵਾਲਾ ਉਹੀ ਹੈ, but in a very different version, in a different concept. ਉਹਦੀ ਤਰੀਕਾ ਦੂਸਰਾ ਹੁੰਦਾ, that's a different way, I have to work that way. ਆਹਿਸਤਾ ਆਹਿਸਤਾ ਦੇਖਣਗੇ ਕਿ ਬੱਚੇ ਵੈਸੇ ਅੰਦਰ ਹੀ ਚਲੇ ਗਏ, but to pull the children inward we have to work. It's not that easy. I'm working, I know it. ਮੇਰੇ ਕੋਲ ਐਵੇਂ ਕਿਤਾਬਾਂ ਤੇ ਡਰਾਇੰਗਸ, ਕਿਤਾਬਾਂ ਜੋ ਵੀ ਆਂਦਾ ਹੈ ਉਸ ਨੂੰ 3-4 ਪੇजेस ਮੈਂ ਬਣਾ ਕੇ ਦਿੰਦੀ ਹਾਂ, ਔਰ ਜਦੋਂ 4 ਪੇਜ ਖਤਮ ਹੁੰਦੇ they are absolutely meek and mild ਕਿ ਅੱਛਾ ਇਤਨੀ ਵੱਡੀ ਖੇਡ ਹੁਣ ਤੇ ਇਹਦਾ ਮਤਲਬ ਸਾਨੂੰ ਸਾਰਾ ਕੁਝ ਛੋੜਨਾ ਪਏਗਾ। no blame game, no judgment, no total surrender, total acceptance, ਪੂਰੀ ਤਰ੍ਹਾਂ ਸਾਨੂੰ ਦੇ ਹੁਕਮ ਵਿੱਚ ਚੱਲਣਾ ਪਏਗਾ। by the 4-5 pages I complete, ਬੱਚੇ ਇੱਧਰ ਤੱਕ ਆ ਜਾਂਦੇ ਨੇ। ਪਰ ਖੇਡ ਕਿਹੜੀ ਹੈ? It is metaphysics. Openly telling you, it is metaphysics. These are theses which I worked on. I have got very good result, excellent result. आज मेरे बच्चे सारे तैयार हो गए कि हुन अंदर दी खेड दी गल करो। मैं बोला हुन बाहर दी छोड़ दो, सारा कुछ मिल गया, तुहानू सब कुछ पता लग गया। ना हो गए क्यों? करकान वाला वो आप ही है। अगर आज ਅਸੀਂ अपनी सृष्टि अच्छी सृष्टि बनाते हैं, गलत सृष्टि तो अपने अंदर से अच्छी सृष्टि बनाते हैं, वो भी उसका लॉ है, that is also the law. और अगर ਅਸੀਂ अच्छी सृष्टि बनाते हैं, वो एक दा पूरा राजपाट ਹੁੰਦਾ ਹੈ ਤੇ ਰਾਜਪਾਟ ਦੇ ਵਿੱਚ ਫਿਰ ਉਹੀ ਚਲਾਉਂਦਾ ਹੈ, ਉਹ ਇੱਕ ਹੀ ਚਲਾ ਰਿਹਾ। it is his energy, अच्छे सोच, अच्छे विचार, we are learning all ਉਹਦੇ ਗੁਣਾਂ ਨੂੰ ਉਤਾਰਦੇ ਹਾਂ, ਉਹ ਇੱਕ ਦਾ ਹੀ ਰੂਪ ਹੈ, ਸਰੂਪ ਹੈ, ਫਿਰ ਉਹੀ ਗੱਡੀ ਚਲਾਉਂਦਾ ਹੈ। we have to prove it, we cannot, the children are not going to. I talk a lot about the karmas, I talk a lot about the seen karmas and the unseen karmas. What are the unseen karmas? ਜੋ ਸਾਡੇ ਅੰਦਰ ਵਿਚਾਰ ਚੱਲ ਰਹੇ। what are the seen karmas? ਜੋ ਦੁਨੀਆ ਵਿੱਚ ਪੂਰੀ ਸੰਸਾਰ ਵਿੱਚ ਚੱਲ ਰਿਹਾ, ਜੋ ਤੁਸੀਂ ਦੇਖ ਸਕਦੇ ਹੋ, ਜੋ ਤੁਸੀਂ ਸੁਣ ਸਕਦੇ ਹੋ। that ਜੋ ਬਾਹਰ ਹੋ ਰਿਹਾ ਹੈ ਉਹ ਕਿਸੇ ਦੇ ਹੱਥ ਵਿੱਚ ਨਹੀਂ ਹੈਗਾ, ਕਿਸੇ ਦੇ ਹੱਥ ਵਿੱਚ ਨਹੀਂ ਹੈਗਾ। ਅਗਰ ਕਿਸੇ ਦੇ ਹੱਥ ਵਿੱਚ ਨਹੀਂ ਹੈ, ਚਲਾਉਣ ਵਾਲਾ ਉਹੀ ਹੈ, ਤੇ ਫਿਰ you bring that oneness, ਜੋ ਸਮਰੱਥ ਹੈ, ਜੋ ਬੇਅੰਤ ਹੈ, who absolutely to the total highest level, how can you blame him? He can never be wrong, he's 100% right. But we have to understand कि वो कोई figure नहीं हैगा, कोई इंसान कोई नहीं हैगा, he is a law, it is a law. So there is a different way of approaching the children. I have to approach with this philosophy of the seen and the unseen. जैसे कहते ना साढ़े अंदर बड़े अंदर कूड़ हैगा सब कुछ, और ਅਸੀਂ बड़ी अच्छी तरह बाहर मिठा बोले, this is hypocrisy. जैसे उन्होंने कहा ना, मन पूरी तरह एक विच मिट हो गया, ते अख कहता मैं ये भी देखना है, वो भी देखना है, तो what is this? ये दोनों चीजें in line नहीं होंगे, this is called hypocrisy. Karma and the unseen karmas are not in tune. So ਅਸੀਂ ਬੱਚਿਆਂ ਦੇ ਨਾਲ we have to work. This is a very vast subject, very vast. हाँ, एक गल वक्री है that if we are standing on a board, because whenever I take a seminar, I'm on the board. तो board ਦੇ ਵਿੱਚ I take on the board because ਬੱਚਿਆਂ ਦੀ ਜਿਹੜੀ ਅੱਖ ਹੈਗੀ ਬਣਤਰ ਐਸੀ ਹੈਗੀ that they click a photo, ਉਹ photo click ਹੋ ਜਾਂਦੀ ਹੈ, they understand and they retain it. That is the mechanism of our body.
ਉਹਨਾਂ ਨੂੰ ਰਿਟੇਨ ਕਰ ਲੈਂਦੀ ਹੈ, ਉਹਨੂੰ ਪਿਕਚਰ ਕਰ ਲੈਂਦੀ ਹੈ, ਉਸ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਪਤਾ ਲੱਗ ਜਾਂਦਾ ਉਸ ਪਿਕਚਰ ਜਿਹੜੀ ਬਣਾਈ ਹੈਗੀ ਹੈ। ਇਟ ਇਜ਼ ਅ ਵੈਰੀ ਬਿਊਟੀਫੁਲ ਸਟੱਡੀ, ਇਟ ਇਜ਼ ਕਾਲਡ ਦੀ ਮੈਟਾਫਿਜ਼ਿਕਸ। ਆਈ ਹੈਵ ਗॉट ਡਨ ਥੀਸਿਸ ਔਨ ਦਿਸ। ਥੋੜਾ ਜਿਹਾ ਹੋ ਸਕਦਾ ਹੈ ਕਿ ਬਾਣੀ may not agree to the thesis, but that's my way, because मैं बच्चे ਨੂੰ पढ़ना है, they are on suicidal case. I am telling you, I've got many suicidal case who jumped from the second floor. There were girls who were running away from the house. I said, don't run, एक बारी मनु मिल के जाओ, because we know how to work with the children. But I believe in my thesis, I believe in it. End result ਜ਼ਰੂਰ ਨਿਕਲੇਗਾ ਕਿ ਅੰਦਰ ਦੀ ਖੇਡ ਹੈਗੀ, ਬਟ ਅੰਦਰ ਦੀ ਖੇਡ ਵਾਸਤੇ ਜਾਣ ਵਾਸਤੇ ਬੱਚਿਆਂ ਨੂੰ ਇੱਕ ਇੱਕ ਸਟੈਪ ਕਰਕੇ ਜਾਣਾ ਪਏਗਾ। ਅਸੀਂ ਇੱਕਦਮ ਬੱਚੇ ਨੂੰ ਨਹੀਂ ਕਹਿ ਸਕਦੇ ਕਿ ਬਈ ਤੁਸੀਂ ਗੁਰੂ ਦੀ ਗੱਲ ਸੁਣ, ਨਹੀਂ ਸੁਣਨਗੇ। ਆਈ ਐਮ ਸੌਰੀ, ਦੇ ਵਿਲ ਨਹੀਂ ਸੁਣਨਗੇ। ਅੱਜ 15 ਸਾਲਾਂ ਬਾਅਦ ਅੱਜ ਮੇਰੀਆਂ ਬੱਚੀਆਂ ਸਾਰੀਆਂ 2-2.5 ਸਾਲ ਤੋਂ ਹੁਣ ਬਾਣੀ ਦੇ ਵਿੱਚ ਲੱਗ ਕੇ ਬਾਣੀ ਦੇ ਸ਼ਬਦ ਦੇ ਅਰਥ ਕੱਢੋ, ਹੁਣ ਬਾਣੀ ਦੇ ਹਿਸਾਬ ਨਾਲ ਹੁਣ ਪੰਜਾਬੀ ਬੋਲੋ, ਤੁਸੀਂ ਪੰਜਾਬੀ ਬੋਲੋ, ਸਪੀਕ ਇਨ ਪੰਜਾਬੀ, ਵੀ ਆਰ ਰੈਡੀ ਟੂ ਲਿਸਨ ਪੰਜਾਬੀ। ਵੈਰੀ ਸਟਲਲੀ ਸਾਨੂੰ ਬੱਚਿਆਂ ਦੇ ਅੰਦਰ ਵੜਨਾ ਪਏਗਾ। ਉਹਨਾਂ ਦੇ ਇੱਕ ਕਹਿੰਦੇ ਨਾ, ਇੱਕ ਉਹਨਾਂ ਦੀ ਇੱਕ ਆਪਣਾ ਹੀ ਥੰਮ ਦਿੰਦੇ बड़ी बाहर लाते। आज बच्चे साढ़े को आंदे, आज हमने ऐसे ड्रिंक पिया, क्लास 10 11वीं 12वीं दे बच्चे। अच्छा कहते, अच्छा ਅਸੀਂ ਮਾਂ ਪਿਓ ਕੀ ਕਰਦੇ ਹਾਂ, ਅਸੀਂ ਡਾਂਟ ਦਿੰਦੇ, ਹਾਊ ਡੇ ਯੂ, ਚਲ ਆਂਦੇ ਪਿਓ ਨੂੰ ਤੂੰ ਗਲਤ ਕੰਮ ਕੀਤਾ, ਡੰਡਾ ਚੁੱਕ ਲੈਂਦੇ ਅਸੀਂ। ਵਾਟ ਡੂ ਵੀ ਸੇ, ਅੱਛਾ ਯੂ ਹੈਡ ਟੂ ਡੂ ਦਿਸ, ਓਕੇ ਬੱਚੇ ਇਜ਼ ਓਕੇ। ਅੱਜ ਕੱਲ ਦਾ ਟਾਈਮ ਐਸਾ ਹੈਗਾ ਕਿ ਜਦੋਂ ਤੁਸੀਂ ਵਿੱਚ ਵਰਤਦੇ ਹੋ ਨਾ, ਜਿਹੜੀ ਕੰਪਨੀ ਵਿੱਚ ਇਹ ਸਭ ਲੈਂਦੇ ਹੈਗੇ। yes ਬੱਚੇ, everyone tries this because you're roaming in that type of a place, ਤੁਹਾਡੀ environment ਐਸੀ ਹੈਗੀ, ਸਕੂਲ ਦੇ ਬੱਚੇ ਜਨਰੇਸ਼ਨ ਐਸੀ ਹੈਗੀ। ਜਦੋਂ ਪੂਰੀ ਤਰ੍ਹਾਂ ਬੱਚੇ ਨਾਲ ਭਿੱਜ ਜਾਏਗਾ ਕਿ ਮਾਂ ਨੇ ਕੁਝ ਬੋਲਿਆ ਨਹੀਂ, ਫਿਰ ਮੈਂ ਬੋਲਾਂਗੀ ਕਿ ਬੱਚੇ ਵੈਰੀ ਨਾਈਸ, ਕਿਉਂਕਿ ਜੋ ਤੂੰ ਕੀਤਾ ਹੈਗਾ ਨਾ ਇਹ ਸਾਰੇ ਬੱਚੇ ਕਰਦੇ ਪਏ। ਪਰ ਬੱਚੇ ਸਾਡੇ ਘਰ ਦਾ ਜੋ ਤੌਰ ਤਰੀਕਾ ਹੈਗਾ ਨਾ, ਸਾਡੇ ਵੈਲਿਊ, ਬੱਚੇ ਆਪਣੇ ਵੈਲਿਊਜ਼ ਲੈ ਕੇ ਆਉਂਦੇ ਹੈਗੇ, ਪਰ ਬੱਚੇ ਤੇਰੇ ਘਰ ਦਾ ਵੈਲਿਊ ਨਹੀਂ ਹੈਗਾ। ਪਰ ਮੈਨੂੰ ਪਤਾ ਤੇਰੇ ਉੱਪਰ ਮੈਂ ਪੂਰਾ ਭਰੋਸਾ ਹੈ। I understand you कि I know you are responsible, तू अपनी इतनी रिस्पॉन्सिबिलिटी लेगा, ਮੈਨੂੰ ਪਤਾ ਹੈ। ਬੋਲਦੇ ਜਾਓ, ਬੱਚੇ ਨੂੰ ਸੋਚਦਾ ਕਿ ਮੇਰੇ ਉੱਪਰ ਕੋਈ ਜ਼ਿੰਮੇਵਾਰੀ ਆ ਗਈ। This is how we counsel the children. ਪਹਿਲੇ ਸੇ ਆਪਣੇ ਪੂਰਾ ਲੈ ਲੈਂਦੇ ਕਿ you are right, you are not wrong, ਕਿਉਂਕਿ ਜਿਸ ਜਗ੍ਹਾ ਤੇ ਬੱਚਾ ਜਾ ਰਿਹਾ ਹੈ ਉਹਦੀ এনवायरमेंट ਹੀ ਐਸੀ ਹੈ। all children coming from different walk of life, they all coming from different families with different type of thought process, ਬੱਚੇ ਤੇ ਟਿਊਨਡ ਹੋ ਜਾਂਦੇ। ਔਰ ਜਦੋਂ ਆ ਕੇ ਮਾਪਿਆਂ ਨੂੰ ਕਹਿੰਦੇ ਤੇ ਮਾਂ ਪਿਓ ਡੰਡਾ ਗੁੱਸਾ ਲੈ ਲੈਂਦੇ, ਤੇ ਬੱਚੇ ਕਹਿੰਦੇ ਲੈਟਸ ਫॉरगेट इट, ਮੂਵ ਆਊਟ ਫਰਮ ਹੀਅਰ, ਅਗਲੀ ਵਾਰ ਡਿਸਕਲੋਜ਼ ਹੀ ਨਾ ਕਰੋ। ਅਸੀਂ ਆਪਣੇ ਬੱਚੇ ਨੂੰ ਆਪਣੇ ਨਾਲ ਲੈਂਦੇ ਕਿ ਠੀਕ ਹੈ ਜਿੱਥੇ ਤੁਸੀਂ ਜਾ ਰਹੇ ਹੋ ਇਹ ਗੱਲਾਂ ਹੁੰਦੀਆਂ ਨੇ, ਬੱਚੇ ਲੋਕ ਗਲਤ ਜਗ੍ਹਾ ਤੇ ਚਲੇ ਜਾਂਦੇ ਕਿਉਂਕਿ all type of people are there, all type of children are there, all children have their own values। ਜਦੋਂ ਦੇਖਦਾ ਕਿ ਬੱਚਾ ਮੇਰੇ ਨਾਲ ਹੈ, ਬੱਚਾ ਦੇਖੇਗਾ ਤੁਹਾਡੇ पे ਕਿ ਹੁਣ ਕਿਤੇ ਡਾਂਟ ਤੇ ਨਹੀਂ ਪੈਣਗੇ। ਅਗਰ ਜਦੋਂ ਦੇਖੇਗਾ ਕਿ ਮਾਂ ਹਿੰਮਤ ਹੈਗੀ ਹੈ, then I use my next thing, that's the time when I use and tell ਕਿ ਬੱਚੇ ਉਹਨਾਂ ਦੀ ਵੈਲਿਊ ਉਹ ਸੀ, ਸਾਡੀ ਘਰ ਦੀ ਵੈਲਿਊ ਹੋਰ ਕੁਝ ਸੀ, ਪਰ ਮੈਨੂੰ ਪਤਾ ਤੂੰ ਬਹੁਤ ਜ਼ਿੰਮੇਵਾਰ ਹੈਗਾ, you will be able to take it, I know and I can trust you। ਪਰ ਬੱਚੇ anytime any problem come and talk to me, I can give you guarantee these children will walk out, they will do everything for you। so this is how we get the children। ਜੀ ਭੂਆ ਜੀ, ਠੀਕ ਗੱਲ, ਇਸੇ ਕਰਕੇ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਇਸ ਦੇ ਉੱਤੇ ਕੋਈ ਵਿਚਾਰ ਦਿਓ। ਮੇਰੇ ਕੋਲ ਪ੍ਰੈਕਟੀਕਲ ਵੀਜੀ ਰਿਕੁਐਸਟ ਵੀ ਸ਼ਾਰਟ, ਕਿਉਂਕਿ ਵੀ ਕੈਨ ਟੇਕ ਅ ਨੈਕਸਟ ਕੁਐਸਚਨ, ਬੜਿਆਂ ਦੇ ਕੁਐਸਚਨ ਹੈਗੇ ਨੇ ਪੈਂਡੀ। ਵੀਜੀ ਸੌਰੀ, ਐਕਸਟ੍ਰੀਮਲੀ ਸੌਰੀ ਜੀ। ਬਾਪੂ ਜੀ ਪਲੀਜ਼ ਤੁਸੀਂ ਨੈਕਸਟ ਪੁੱਛ ਲਓ, ਥੋੜੀ ਜੀ ਵਿਚਾਰ ਲੈ ਲਈਏ, ਫਿਰ ਉਸ ਤੋਂ ਬਾਅਦ ਪ੍ਰਭਦੀਪ ਜੀ, ਉਸ ਤੋਂ ਬਾਅਦ ਆਪਣਾ ਹਰਪ੍ਰੀਤ ਜੀ ਨੇ ਵੀ ਪੁੱਛਣਾ ਹੈ ਜੀ। मैं सिर्फ एक गल आप जी ਨਾਲ शेयर करना चाहांगा, डिप्रैशन और जो रिसेंटली किसी डेथ हुई है, दसे पे ना किसी आदमी ने सुसाइड किया, वो सुसाइड क्यों किया? मैं तो मेरी वाइफ इस अवस्था चो गुजरे हैं, डिसाइड किया कि डेथ सुसाइड कर जाना है। वो सारी वार्ता मैं जो कहो तो मैं हम दस नहीं तो फिर कितने दस देंगा। एक्चुअली की होंगे कि वो पोजीशन उदों बनती है ਜਦੋਂ ਪੋਜ਼ਿਟਿਵ ਥਾਟ ਤੇ ਨੈਗੇਟਿਵ ਥਾਟ ਦੋਨੋਂ ਪ੍ਰਵੇਲ ਕਰਦੀਆਂ ਨੇ। ਪੋਜ਼ਿਟਿਵ ਥਾਟ ਜਿਹੜੀ ਟੋਟਲੀ ਡੈਡ ਹੋ ਜਾਂਦੀ ਹੈ, ਕੰਪਲੀਟ ਡੈਡ ਹੋ ਜਾਂਦੀ ਹੈ, ਤੇ ਨੈਗੇਟਿਵ ਥਾਟ ਜਿਹੜੀ ਪ੍ਰਵੇਲ ਕਰ ਜਾਂਦੀ ਹੈ। ਹਾਂਜੀ, ਤੇ ਉਸ ਵਕਤ ਤੋਂ ਡਿਸੀਜਨ ਨਹੀਂ ਲੈ ਸਕਦਾ ਤੇ ਹੀ ਕਮਿਟ ਸੁਸਾਈਡ। ਇਹ ਮੇਰੇ ਨਾਲ ਭੈਣ ਜੀ ਸਾਡੇ ਨਾਲ ਹੋਇਆ। ਮੈਂ ਤਕਰੀਬਨ ਭੱਠੇ ਦਾ ਮੈਂ ਦੱਸ ਹੀ ਦੇਣਾ, ਥੋੜ੍ਹਾ ਜਿਹਾ ਸ਼ੁਰੂ ਕੀਤਾ ਤੇ
ਅਸੀਂ ਮੈਂ ਬਿਜ਼ਨਸ ਦੇ ਵਿੱਚ 1 ਸਾਲ ਦੀ ਛੁੱਟੀ ਲੈ ਕੇ ਤੇ ਬ੍ਰਿਕ ਕਿਲਨ ਦਾ ਕੰਮ ਸ਼ੁਰੂ ਕੀਤਾ। ਬੜਾ ਅੱਛਾ ਕੰਮ ਚੱਲਿਆ, ਬਹੁਤ ਵਧੀਆ। ਹੁਣ ਕੁਦਰਤੀ ਸਮਾਜ 'ਚ ਪਰਮਾਤਮਾ ਦੀ ਕਿਰਪਾ ਨਾਲ ਚਲੋ ਚੰਗੀ ਅੱਛੇ ਇੱਜ਼ਤਮਾਨ ਬਣਿਆ ਸੀ। ਉਹ 10-12 ਕਰੋੜ 10-12 ਲੱਖ ਦਾ ਕਰਜ਼ਾ ਲਿਆ, ਉਹ ਤਕਰੀਬਨ ਮੇਰੇ ਨਾਂ ਤੇ ਹੀ ਮਿਲਿਆ ਤੇ ਮੇਰੇ ਨਾਲ ਮੇਰਾ ਸਾਲਾ ਭਾਈਵਾਲ ਸੀ। 1 ਸਾਲ ਕੰਮ ਕੀਤਾ, ਬਹੁਤ ਵਧੀਆ ਕੰਮ ਹੋਇਆ। ਇਹ ਕੋਈ 91-92 ਦੀ ਗੱਲ ਕਰਦਾ ਮੈਨੂੰ। ਬੜਾ ਅੱਛਾ ਕੰਮ ਚੱਲਿਆ। ਉਹਦੇ ਬਾਅਦ ਮੈਂ ਵੋਲੰਟਰੀ ਰਿਟਾਇਰਮੈਂਟ ਲੈ ਲਈ। ਰਿਟਾਇਰਮੈਂਟ ਮੈਂ ਲਈ ਹੈ 30 ਜੂਨ 1993 ਨੂੰ ਤੇ 26 ਅਗਸਤ ਨੂੰ ਮੇਰਾ ਇੱਕੋ ਬੇਟਾ 6 ਬੇਟੀਆਂ ਦੇ ਬਾਅਦ ਹੋਇਆ ਸੀ, ਉਹਦੀ ਡੈਥ ਹੋ ਗਈ। ਹੁਣ ਜਦੋਂ ਕੁਦਰਤੀ ਡੈਥ ਹੋ ਗਈ ਤੇ ਸਾਰਾ ਇੱਕ ਮਨ 'ਚ ਆ ਗਈ ਕਿ ਬਈ ਬੱਚੀਆਂ ਜਿਹੜੀਆਂ ਡਿਪਰੈਸ਼ਨ 'ਤੇ ਚਲੀਆਂ ਜਾਣੀਆਂ ਨੇ, ਹੁਣ ਇਹਨਾਂ ਦੀ ਐਸੋਸੀਏਸ਼ਨ ਸਾਨੂੰ ਪੇਰੈਂਟਸ ਦੀ ਐਸੋਸੀਏਸ਼ਨ ਇਹਨਾਂ ਨੂੰ ਬਹੁਤ ਜ਼ਰੂਰੀ ਹੈ। ਬਾਕੀ ਉਹ ਨਤੀਜਾ ਹੋਇਆ ਕਿ ਤਕਰੀਬਨ 1 ਸਾਲ ਮੈਂ ਭੱਠੇ ਦੇ ਉਹਦੇ ਕੰਮ ਤੇ ਨਹੀਂ ਗਿਆ। ਪਿੱਛੋਂ ਸਾਰਾ ਕੁਝ ਇਤਨਾ ਵਿਗੜ ਗਿਆ ਕਿ ਟੋਟਲ ਜਿਹੜਾ ਉਹ ਹੋ ਗਿਆ, ਮਤਲਬ ਖਤਮ ਹੋ ਗਿਆ, ਬੈਂਕਰਪਟਡ ਹੋ ਗਿਆ ਉਹਦੀ ਜਿਹੜਾ ਬਿਜ਼ਨਸ ਸੀ। ਹੁਣ ਪੈਸਾ ਜਿਹੜਾ ਸੀ ਉਹ ਮੇਰੇ ਨਾਂ ਤੇ ਆਇਆ ਸੀ ਤਕਰੀਬਨ ਮੇਰੀ ਪਰਸਨੈਲਿਟੀ ਤੇ। ਉਹ ਲੋਕ ਮੇਰੇ ਘਰ ਆਉਣਾ ਸ਼ੁਰੂ ਹੋ ਗਏ। ਹਰ ਰੋਜ਼ ਕਿਸੇ ਦਾ ਲੱਖ, ਕਿਸੇ ਦਾ 1.5 ਲੱਖ, ਕਿਸੇ ਦਾ 50,000 ਆਉਣਾ ਸ਼ੁਰੂ ਹੋ ਗਏ। ਭੈਣ ਜੀ ਯਕੀਨ ਮੰਨੋ, ਇੱਕ ਦਿਨ ਅਸੀਂ, ਮੈਂ ਤੇ ਮੇਰੀ ਵਾਈਫ ਨੇ, ਇਹਨੇ ਵੀ ਬੜਾ ਤੰਗ ਆਉਣਾ ਸਾਡਾ, ਤੇ ਰੋਜ਼ ਆਪਣਾ ਗੇਟ ਖੜਕਾ ਦੇਣਾ, ਦੱਸੋ ਜੀ, ਕਦੇ ਕਿਸੇ ਨੂੰ ਕੋਈ ਬਹਾਨਾ ਲਾਉਣਾ, ਕਦੇ ਕੋਈ ਬਹਾਨਾ ਲਾਉਣਾ। ਇੱਕ ਦਿਨ ਐਸਾ ਮਨ ਬਣਿਆ, ਸ਼ਾਮ ਨੂੰ ਬੈਠੇ ਸੀ, ਇਹ ਮੈਨੂੰ ਕਹਿਣ ਲੱਗੇ ਅਸੀਂ ਤਾਂ ਬੜੇ ਤੰਗ ਹੋ ਗਿਆ, ਬੜਾ ਮੁਸ਼ਕਿਲ ਹੋ ਗਿਆ, ਤੇ ਇਸ ਤਰ੍ਹਾਂ ਜੀਣਾ ਮੁਸ਼ਕਿਲ ਹੈ ਤੇ ਇਹਦੇ ਤੋਂ ਤਾਂ ਬਿਹਤਰ ਹੈ ਕਿ ਆਪਣਾ ਖੁਦਕਸ਼ੀ ਕਰ ਜਾਣੀ ਚਾਹੀਦੀ ਹੈ। ਭੈਣ ਜੀ ਡਿਸਾਈਡ ਹੋ ਗਿਆ ਕਿ ਬਈ ਠੀਕ ਹੈ, ਕੋਈ ਨਹੀਂ। ਉਧਰ ਤਾਂ ਚਲੋ ਐਸੀ ਬਖਸ਼ਿਸ਼ ਹੈ ਕਿ ਜਿਹੜੀ ਨੈਗੇਟਿਵ ਥਾਟ ਹੈ ਉਹ ਐਕਸਟ੍ਰੀਮ ਤੇ ਨਹੀਂ ਗਈ, ਵਿੱਚੋਂ ਆ ਗਈ ਕਿ ਅਸੀਂ ਜੇ ਫਰਜ਼ ਕਰੋ ਅਸੀਂ ਚਲੇ ਜਾਵਾਂਗੇ, ਸਾਨੂੰ ਤੇ ਸਮਝੋ ਕੋਈ ਨਹੀਂ ਪੁੱਛ ਲਾ, ਮਤਲਬ ਇਹ ਵੀ ਇਹਨਾਂ ਚੀਜ਼ਾਂ ਤੋਂ ਮੁਕਤੀ ਮਿਲ ਗਈ ਹੈ। ਇਹ ਜਿਹੜੀਆਂ 6 ਬੇਟੀਆਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ, ਇਹਨਾਂ ਦਾ ਸਮਾਜ 'ਚ ਕੀ ਬਣੇਗਾ, ਲੋਕ ਕੀ ਕਹਿਣਗੇ, ਇਹਨਾਂ ਦੇ ਰਿਸ਼ਤੇ ਕਿਸ ਤਰ੍ਹਾਂ ਹੋਣਗੇ। ਹਾਂਜੀ ਉਹ ਵਾਪਸੀ ਆਈ। ਦੈਟ ਮੀਨ ਨੈਗੇਟਿਵ ਥਾਟ ਤੋਂ ਪੋਜ਼ਿਟਿਵ ਥਾਟ ਜਿਹੜੀ ਪ੍ਰਵੇਲ ਕਰ ਗਈ ਕੁਦਰਤ ਦਾ। ਚਲੋ ਇਹਦੇ ਬਾਅਦ ਉਹਦੇ ਬਾਅਦ ਹਾਂਜੀ ਮੈਂ ਕੋਈ ਕਾਰੋਬਾਰ ਨਹੀਂ ਜਿਹੜਾ ਮੈਂ ਨਹੀਂ ਕੀਤਾ। ਬਈ ਮੁਰਗੀ ਖਾਨਾ ਵੀ ਰੱਖਿਆ, ਇਹਦਾ ਆਪਣਾ ਮੱਝਾਂ ਦਾ ਜਿਹੜਾ ਮੈਂ ਪੋਲਟਰੀ ਫਾਰਮ ਵੀ ਰੱਖਿਆ। ਫਿਰ ਆਪਣਾ ਬੀ ਜਿਹੜੀਆਂ ਨੇ ਹਨੀ ਬੀ, ਇਹ ਵੀ ਕੀਤਾ। ਕਹਿਣ ਦਾ ਮਤਲਬ ਹੈ ਕਰਦੇ ਆਪਣੀ ਜ਼ਮੀਨ ਜਿਤਨੀਆਂ ਸੀ ਉਹ ਵੇਚ ਬੂਝ ਕੇ। ਦੈਟ ਮੀਨ ਅੱਜ ਦੀ ਤਾਰੀਖ ਦੇ ਵਿੱਚ ਬੱਚੀਆਂ ਜਿਹੜੀਆਂ ਬਹੁਤ, ਮਤਲਬ ਜਿਹਨੂੰ ਕਹਿ ਸਕਦੇ ਇੱਕ ਖੁਸ਼ੀ ਪਰਿਵਾਰ ਕਹਿ ਸਕਦੇ ਹਾਂ, ਮੈਂ ਕਹਿ ਸਕਦਾ ਹਾਂਜੀ। ਸਾਰੀਆਂ ਬੇਟੀਆਂ ਮੇਰੀ ਪੋਸਟ ਗ੍ਰੈਜੂਏਟ ਨੇ, ਉਹ ਇਸ ਮਾਂ ਦੀ ਵਜ੍ਹਾ ਨਾਲ। ਤਾਂ ਮੈਂ ਗੱਲ ਇਹੋ ਸੀ ਕਿ ਬਈ ਜਦੋਂ ਇਹ ਡਿਪਰੈਸ਼ਨ ਜਿਹੜੀ ਹੈ ਨਾ, ਜਦੋਂ ਐਕਸਟ੍ਰੀਮ ਚਲੀ ਜਾਏ ਉਦੋਂ ਫਿਰ ਜਿਹੜਾ ਹੈ ਐਡਵਰਸ ਐਕਸ਼ਨ ਹੁੰਦਾ ਹੈ। ਹਾਂ ਉਹ ਮਨ ਵੀ ਸੀ ਕਿ ਬਈ ਜਦੋਂ ਤੁਸੀਂ ਫੈਸਲਾ ਲਿਆ ਕਿ ਬਈ ਬੱਚੀਆਂ ਰਹੀਆਂ ਤੇ ਗੁਰੂ ਨੂੰ ਕੀ ਮੂੰਹ ਦੇ ਕੇ ਦੱਸਾਂਗੇ ਅਸੀਂ, ਜੇ ਤੁਸੀਂ ਚਲੇ ਜਾਗੇ 2 ਜਣੇ ਤੇ ਗੁਰੂ ਨੂੰ ਕੀ ਮੂੰਹ ਤੋਂ ਦੇਣਾ ਵੀ ਤੂੰ ਕੀ ਕਰ, ਤੇਰੀ ਕਰਤੂਤ ਕੀ ਹੈ, ਕਰ ਕੀ ਆਇਆ। ਇਹ ਗੱਲ ਜਿਹੜੀਆਂ ਬਾਅਦ 'ਚ ਅਸੀਂ ਬੈਠੇ ਮੈਂ ਤੇ ਹਸਬੈਂਡ ਵਾਈਫ ਨੇ ਵੇਚੀਆਂ, ਡਿਸਕਸ ਕੀਤੀਆਂ। ਉਹਨੇ ਕਿਹਾ ਨਹੀਂ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਫੇਸ ਕਰਾਂਗੇ। तो कहने का मतलब है कि मैं वो जो वीर जी की जिसे गल आई थी ना कि जिन्हें सुसाइड कर गए आया थी ना, उस संबंध आया थी कि भी ये घटना साडे नाल भी वापरी। मिसिस मेरी नाल कोल बैठी है ते मेरे का तू सवाल पूछ ले भैन जी कोई अगर तेनू जो भैन जी एक मिनट सुनियो जरा। भैन जी वाहिगुरू जी का खालसा वाहिगुरू जी की फतेह। डिप्रेशन की गल कर रहे ना, जो भी इन्होंने सुनाया ना तुहानू, मतलब कि इन्होंने कंधे नाल कंधा ला के साथ दिता इन्हों का हर कुछ। बड़ी इन्हों का एक सवाल सी कि मेरी पुलिस में नौकरी है लेकिन मैं रिश्वत का 2 नंबर का पैसा नहीं कर लिया। अगर तनखा पहले तो पता सैलरियां किनियां होंदियां ते घर मेहनत करनी, मुर्गी खाने में रखे, डेयरियां भी रखिया, बड़ी मेहनत करके ते बच्चियां पालियां, पढ़ाइयां, सब कुछ होया ठीक है। लेकिन उहदे नाल काफ़ी बिजनेस किए लेकिन किसी कोई प्रोग्रेस नहीं आई। और किते सारे इन्होंने भाईवाली कल्ले कोई नहीं किया। नहीं डिप्रेशन की गल करने ये निकल गए डिप्रेशन चो, मैं नहीं निकली है। मैं तुहानू अज दसन लगी अपने दिल की गल। बच्चे कहते रहते तुम चुप रहते हो, क्यों रहते, लेकिन मेरे दिमाग च चीज़ निकलती नहीं। चलो वो भी हो गया सारा कुछ, पर वाहिगुरू ने सब कुछ किया।
लेकिन ਉਹਦੇ ਬਾਅਦ ਇਹ ਬੇਟੇ ਦੀ ਡੈਥ ਹੋ ਗਈ। ਲੇਕਿਨ ਹੁਣ ਜਿਹੜੀ ਇਹ ਬੇਟੇ ਵਾਲੀ ਡਿਪਰੈਸ਼ਨ ਹੈ, ਜੋ ਕੁਝ ਵੀ ਪਿਛਲੀ ਰੀਲ ਹੈ ਨਾ ਪਿਕਚਰਾਂ ਨੇ, ਇਹ ਮੇਰੇ ਦਿਮਾਗ ਚੋਂ ਨਿਕਲ ਗਈ। ਇਹ ਡਿਪਰੈਸ਼ਨ ਮੇਰੇ ਦਿਮਾਗ ਤੋਂ ਜਾਂਦੀ ਨਹੀਂ। एक ट्रॉमा है ਬੀਜੀ ਮੈਂ ਤੁਹਾਡੀ ਨਾ ਭੂਆ ਜੀ ਨਾਲ ਪਰਸਨਲ ਵੀਡੀਓ ਕਾਲ ਕਰਵਾ ਕੇ ਗੱਲ ਕਰਵਾ ਦਾਂਗਾ। ਬੜੀ ਕੋਸ਼ਿਸ਼ ਕਰਨੀ ਹੈ ਵੀਰ ਜੀ ਮੈਂ। ਬਾਪੂ ਜੀ ਚਿੰਤਾ ਨਾ ਕਰੋ, ਕਰਾ ਦਾਂਗਾ ਮੈਂ, ਅੱਜ ਹੀ ਕਰਾ ਦਾਂਗਾ ਬਾਪੂ ਜੀ। ਤੁਸੀਂ ਅੱਜ ਪਹਿਲੀ ਵਾਰੀ ਸਾਂਝ ਕੀਤਾ ਹੈ ਬੀਜੀ, ਮੇਰੀ ਜ਼ਿੰਮੇਵਾਰੀ ਹੈ, ਅਸੀਂ ਸਭ ਤੋਂ ਪਹਿਲੇ ਤੁਹਾਡੀ ਕਰਾ ਦਾਂਗੇ ਭੂਆ ਜੀ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਥਰੂ, ਕਿਉਂਕਿ ਅਸੀਂ ਜੰਮੂ ਤੋਂ ਦਿੱਲੀ ਆ ਨਹੀਂ ਸਕਦੇ ਇਸ ਵੇਲੇ। ਮੈਂ ਜਲਦੀ ਤੋਂ ਜਲਦੀ ਤੁਹਾਡੀ ਭੂਆ ਜੀ ਦੇ ਨਾਲ ਕਾਨਫਰੰਸਿੰਗ ਦੇ ਥਰੂ ਗੱਲ ਕਰਾ ਦਾਂਗਾ। ਅੱਜ ਜੋ ਅਸੀਂ ਕਰ ਰਹੇ ਹਾਂ ਨਾ, ਇਹ ਸਾਰੀ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਗੁਰਬਾਣੀ ਦੀ ਬਖਸ਼ਿਸ਼ ਹੈ। ਜਿਹੜਾ ਜਿਸ ਲੈਵਲ ਜਿਸ ਸੋਚ ਕੇ ਅਸੀਂ ਸੋਚ ਕੇ ਬੈਠੇ ਹਾਂ, ਮੈਂ ਖਾਸ ਕਰ ਮੈਂ ਗੱਲ ਕਰਦਾ ਕਿ ਬਈ ਇਹ ਸਾਰੀ ਅਕਾਲ ਪੁਰਖ ਵਾਹਿਗੁਰੂ ਦੀ ਗੁਰਬਾਣੀ ਦੀ ਬਖਸ਼ਿਸ਼ ਹੈ, ਅਦਰਵਾਈਜ਼ ਕੋਈ ਸਾਧਨ ਨਹੀਂ। ਮੈਂ ਇਹ ਕਮਿਟਮੈਂਟ ਹੈ ਨਾ ਕਿ ਮੇਰੇ ਦੋ ਚੀਜ਼ਾਂ ਮੇਰੀ ਚਾਰ ਦੀਵਾਰੀ 'ਚ ਨਹੀਂ ਆ ਸਕਦੀਆਂ, ਨਾ ਝੂਠ ਤੇ ਨਾ ਨਸ਼ਾ ਸ਼ਰਾਬ। ਇਹ ਕਮਿਟਡ ਹੈ। ਬਹੁਤ ਵਧੀਆ ਬਾਪੂ ਜੀ। ਚੰਗਾ ਓਕੇ ਜੀ, ਵਾਹਿਗੁਰੂ ਜੀ ਫਤਿਹ। ਪ੍ਰਦੀਪ ਜੀ ਤੁਸੀਂ ਪਲੀਜ਼ ਆਪਣਾ ਨੈਕਸਟ ਰੱਖ ਲਓ। ਮੈਂ ਚਾਹਾਂਗਾ ਸੁਖਵਿੰਦਰ ਵੀਰ ਜੀ ਨਾ ਇੱਕ ਸ਼ਬਦ ਵਾਲੇ ਥੋੜਾ ਜਿਹਾ ਵਿਚਾਰ ਦੇਣ, ਕਿਉਂਕਿ ਅੱਜ ਨਾ ਜਿਵੇਂ ਕਿਰਪਾ ਦਾ ਵਿਸ਼ਾ ਚੱਲ ਰਿਹਾ ਸੀ ਤੇ ਸਵੇਰੇ ਵਾਕ ਕਰਦੇ ਹੋਏ ਨਾ ਮੈਂ ਸ਼ਬਦ ਸੁਣਿਆ ਸੀ, ਉਹ ਆਪਣਾ ਅਬ ਕਿਛ ਕਿਰਪਾ ਕੀਜੈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਅੱਜ ਇਹ ਵਿਚਾਰ ਅਸੀਂ ਭੂਆ ਜੀ ਤੋਂ ਲੈਂਦੇ ਹਾਂ। ਸੁਖਵਿੰਦਰ ਵੀਰ ਜੀ ਹਮੇਸ਼ਾ ਦਿੰਦੇ ਨੇ। ਨਹੀਂ ਅੱਜ ਭੂਆ ਜੀ ਤੋਂ ਵਿਚਾਰ, ਅੱਜ ਸੈਸ਼ਨ ਇਜ਼ ਫॉर ਭੂਆ ਜੀ। ਵੀਰ ਜੀ ਤੁਸੀਂ ਸ਼ਬਦ ਸ਼ੇਅਰ ਕਰੋ, ਭੂਆ ਜੀ ਵਿਚਾਰ ਕਰਨਗੇ। ਕੌਣ ਮੰਗ ਰਿਹਾ ਵਿਚਾਰ? ਹਾਂਜੀ ਰੱਖ ਲਓ ਪਹਿਲਾਂ ਸ਼ਬਦ ਦਾ ਵਿਚਾਰ ਨਾ, ਮੈਨੂੰ ਲੱਗ ਰਿਹਾ ਕੱਲ ਦਾ ਰੱਖ ਲਓ। ਕਿਸ ਤਰ੍ਹਾਂ? Yes, I also agree, but प्रदीप जी अपने सन इस करके मैं टोकिया नहीं। शब्द विचार जैसे आज सेशन किसी और बाबत है, कल रख ली शब्द ਦਾ ਵਿਚਾਰ। ਤਜਿੰਦਰ ਵੀਰ ਜੀ ਹੁਣ ਪਤਾ ਲੱਗ ਗਿਆ ਕਿ ਇੱਥੇ ਆਪਣੇ ਹੁੰਦੇ। ਵੀਰ ਜੀ I know you will not understand। ਬਾਪੂ ਜੀ ਹਮੇਸ਼ਾ ਕਹਿੰਦੇ ਨੇ ਇਸ ਹੌਟ ਸੀਟ ਤੇ ਮੈਂ ਬੈਠਾ, I have to handle it out। ਉਹ ਮੈਨੂੰ ਇਹ ਚੀਜ਼ਾਂ ਸੰਭਾਲਣੀਆਂ ਪੈਣਗੀਆਂ। ਐਕਸਟ੍ਰੀਮਲੀ ਸੌਰੀ। ਇਹ किसी और का सवाल है भी? इस टाइम समय नहीं हो गया ज्यादा या कंटिन्यू? तजिंदरपाल जी बापू जी, मैं भी तो ना पाया थी वो आशा दी वार दा कोलू बापू जी, वो कल शब्द विचार कल वो मैं पहले ही कहता सी कि शब्द विचार कल आज भूआ जी जे कल दे सैशन बाबत विचार है। अगर कोई बोलना चाहता है तो ठीक है, नहीं तो मैं रिकॉर्डिंग रोक के शुड बी स्टॉप इट राइट नाउ। ਤਜਿੰਦਰ ਜੀ ਸਭ ਤੋਂ ਪਹਿਲੇ ਬਾਪੂ ਜੀ ਨੂੰ ਸੈਲੂਟ ਹੈ, ਜੋ ਬਾਪੂ ਜੀ ਨੇ ਅੱਜ ਗੱਲਾਂ ਕੀਤੀਆਂ, ਬਿਲਕੁਲ ਆਪਣਾ ਪਰਿਵਾਰ ਸਮਝ ਕੇ ਹੱਥ ਨਾਲ ਗੱਲਾਂ ਕੀਤੀਆਂ। ਸੈਲੂਟ ਹੈ ਬਾਪੂ ਜੀ ਨੂੰ, ਬੜੀ ਹਿੰਮਤ ਚਾਹੀਦੀ ਹੈ ਬਾਪੂ ਜੀ। ਬਿਲਕੁਲ ਹਿੰਮਤ ਚਾਹੀਦੀ ਹੈ, ਜਿਹੜੀ ਆਪ ਜੀ ਆਪਣੇ ਬੱਚੇ ਸਮਝ ਕੇ ਸਾਡੇ ਨਾਲ ਸ਼ੇਅਰ ਕੀਤੀ ਹੈ, ਆਪਣਾ ਪਰਿਵਾਰ ਸਮਝ ਕੇ ਸ਼ੇਅਰ ਕੀਤੀ ਹੈ। ਹਾਂ ਬਿਲਕੁਲ ਇਸ ਬਾਬਤ ਜ਼ਰੂਰ ਭੂਆ ਜੀ ਨਾਲ ਸਾਂਝ ਪਾਓ ਕਿ ਤਜਿੰਦਰ ਜੀ ਜ਼ਰੂਰ ਇੱਥੇ ਤਜਿੰਦਰ ਜੀ ਤੁਸੀਂ ਕਿਹਾ ਨਾ ਹੁਣ ਇੱਕ ਵਿਚਾਰ ਹੋਰ ਰੱਖ ਦਿਓ, ਕੋਈ ਰੱਖਣਾ ਚਾਹੁੰਦਾ ਤੇ ਮੈਂ ਵੀ ਥੋੜਾ ਜਿਹਾ ਪ੍ਰੈਕਟੀਕਲ ਲਾਈਫ ਵਿੱਚ ਜਿਸ ਤਰ੍ਹਾਂ ਡਿਪਰੈਸ਼ਨ ਤੇ ਇਹ ਸਭ ਚੱਲ ਰਿਹਾ ਸੀਗਾ, ਸਟੇਟਸ ਦੇ ਉੱਤੇ ਗੱਲ ਚੱਲ ਰਹੀ ਸੀਗੀ ਕਿ ਬੱਚੇ ਕਿੰਜ ਹੁੰਦੇ, ਤੇ ਮੈਂ ਆਪਣੇ ਬੱਚੇ ਬਾਰੇ ਗੱਲ ਕਰਦਾ ਕਿ ਬੱਚੇ ਦੇ ਵਿੱਚ ਇੱਕੋ ਹੀ ਹੋੜ ਰਹਿੰਦੀ ਸੀ ਕਿ ਮੈਂ ਕਲਾਸ ਵਿੱਚ ਫਸਟ ਆਵਾਂ, ਹਮੇਸ਼ਾ ਅਵਲ ਤੇ ਰਵਾਂ, ਹਰ ਫੀਲਡ ਵਿੱਚ ਮੈਂ ਅੱਗੇ ਰਵਾਂ। ਉਹ ਸਪੋਰਟਸ ਰਿਹਾ ਤੇ ਉਹ ਨੰਬਰ 1 ਰਿਹਾ, ਜੇ ਉਹ ਐਥਲੈਟਿਕਸ ਰਿਹਾ ਤੇ ਨੰਬਰ 1 ਰਿਹਾ, ਜੇ ਉਹਨੇ ਪੜ੍ਹਾਈ ਕੀਤੀ ਹੈ ਤੇ ਨੰਬਰ 1 ਕੀਤੀ ਹੈ। ਮਤਲਬ ਈਵਨ ਹੈਗੇ ਸਕੂਲ ਵਿੱਚ 7 ਨੰਬਰ 1 ਮੈਡਲ ਲੈਣ ਵਾਲਾ ਸਪੋਰਟਸ ਵਿੱਚ, ਹੀ ਵਾਸ ਦਾ ਓਨਲੀ ਚਾਈਲਡ। ਮਗਰ ਜਦੋਂ ਅਸੀਂ ਗੁਰੂ ਘਰ ਜਾਂ ਕਹਿ ਲਓ ਨਾ ਕਿ ਸਕੂਲ ਤੋਂ ਬਾਅਦ ਕਾਲਜ ਵਿੱਚ, ਜਦੋਂ ਕਾਲਜ ਵਿੱਚ ਉਹਨੇ ਪੇਪਰ ਦਿੱਤਾ EEE ਦਾ ਤੇ ਆ ਕੇ ਭੰਗੜੇ ਪਾਉਂਦਾ ਹੋਇਆ ਆਇਆ, ਭੰਗੜੇ ਪਾਉਂਦੇ ਹੋਏ ਆਇਆ, ਮਤਲਬ ਕੀ ਕਹਿੰਦਾ ਮੇਰਾ ਆਲ ਇੰਡੀਆ ਰੈਂਕ ਦੇ ਵਿੱਚ ਨੰਬਰ 10 ਤੱਕ ਮੈਂ ਜਾਵਾਂਗਾ, ਮੇਰਾ ਨੰਬਰ 10 ਦੇ ਵਿੱਚ ਮੇਰਾ ਰੈਂਕ ਆਏਗਾ। ਮਗਰ ਜੋ ਰਿਜ਼ਲਟ ਆਇਆ ਤੇ ਉਹਦਾ ਰੈਂਕ ਬੜਾ ਉੱਚਾ ਆਇਆ, ਬਹੁਤ ਹੀ ਉੱਚਾ, ਹਜ਼ਾਰਾਂ ਵਿੱਚ। ਉਹਨੂੰ ਸ਼ੌਕ ਲੱਗ ਗਿਆ, ਸ਼ੌਕ ਇੰਨਾ ਲੱਗਿਆ ਕਿ ਉਹ ਕੁਛ ਨਹੀਂ ਕਰੇ, ਬਸ ਆਪਣੇ ਰੂਮ ਦੇ ਵਿੱਚ ਬੈੱਡ ਦੇ ਉੱਤੇ ਬੈਠਾ ਰਹੇ ਸਾਰੀ ਰਾਤ, ਅਸੀਂ ਉਹਦੇ ਨਾਲ ਬੈਠੇ ਰਹੀਏ। ਜਦੋਂ ਅਸੀਂ ਉਹਦਾ ਮਾਈਂਡ ਥੋੜਾ ਕਰਕੇ ਕੀਤਾ ਕਿ ਬਾਬਾ ਜੀ ਹੈਗੇ, ਜੋ ਕਰਾਂਗੇ ਬਾਬਾ ਜੀ ਕਰਾਂਗੇ, ਤੂੰ ਚਿੰਤਾ ਨਾ ਕਰ,
ਅਸੀਂ ਹੋਰ ਕੋਈ ਫੀਲਡ ਦੇਖ ਲੈਂਦੇ ਆ। ਤੂੰ ਉਹਨੇ ਬਾਈ ਚਾਂਸ ਇੱਕ ਪੇਪਰ ਹੋਰ ਦਿੱਤਾ ਹੋਇਆ ਸੀ, ਉਸ ਕਰਕੇ ਉਹਦੀ ਐਡਮਿਸ਼ਨ ਕਾਲਜ 'ਚ ਹੋ ਗਈ। ਤੇ ਜਦੋਂ ਉਹਦੀ ਐਡਮਿਸ਼ਨ ਹੋ ਗਈ, ਮਗਰ ਸਕੂਲ ਟਾਈਮ ਦੇ ਉੱਤੇ ਵੀ ਉਹਨੇ ਨੰਬਰ 1 ਰਹਿਣ ਲਈ। ਉਹਦਾ ਸਰਕਲ ਇਸ ਤਰ੍ਹਾਂ ਸੀਗਾ, ਜਿਸ ਤਰ੍ਹਾਂ ਦੀ ਮੈਂ ਗੱਲ ਕਰਨਾ ਚਾਹੁੰਦਾ ਕਿ ਸਾਡਾ ਸਾਰਾ ਰਈਸਾਂ ਦਾ ਸਰਕਲ, ਗੱਡੀਆਂ ਤੇ ਆਣਾ। ਤੇ मैंने भी 12th में जाना तो पापा गाड़ी लेके जाऊंगा, बिना गाड़ी के मैं नहीं जाऊंगा। ਤੇ ਕਹਿਣ ਦਾ ਮਤਲਬ ਹੈ ਕਿ ਫਰੈਂਡ ਸਰਕਲ ਔਰ ਸਾਰੇ ਦੇ ਵਿੱਚ ਉਹਨੇ ਕਾਲਜ ਪਾਸ ਆਊਟ ਕੀਤਾ। ਜਦੋਂ ਅਜੇ ਪਾਸ ਆਊਟ ਨਹੀਂ ਕੀਤਾ ਤੇ ਹੀ ਕੇਮ ਟੂ ਮਾਈ ਸ਼ਾਪ, ਮੇਰੀ ਸ਼ਾਪ ਦੇ ਉੱਤੇ ਆਇਆ। ਉਹ ਮੈਂ 2 ਮਹੀਨੇ ਬੈਠਾ। 2 महीने बैठन के बाद वो कहता कि यू आर वेस्टिंग योर टाइम, आप अपना टाइम वेस्ट कर रहे हो यहाँ पे और कुछ नहीं कर रहे। मैं कहा बेटा हमने इतने सालों से किया है, तो इसलिए मैं इस एज में आके हम कुछ और नहीं कर सकते, क्योंकि हमारी बॉडी भी टायर हो जाती है, माइंड भी हमारा ऐसा हो गया, तो सब कुछ हम कर सकते हैं। आप देखो आपने क्या करना है। स्ट्रेट फॉरवर्ड ही सेड कि मैं मास्टर्स करने जाना है और आउट ऑफ इंडिया जाना है। मैंने कहा ओके यू डू एंड गो। और बाबा जी की इन्नी कृपा हुई कि वो उत्थे गया, उत्थे इन्हें मास्टर्स की, जॉब लग गई। जॉब लगन तो बाद अच्छी कंपनी जॉब लग गई, कोई जर्मन कंपनी सी, कोई उन्हां दा बैंक सीगा। मगर जर्मन्स जिथे तक मैनू या उस तरह का लगता सी कि सरदारां नू वो दे डोंट लाइक ज्यादा, उन्हां नू ज्यादा पसंद नहीं करते सीगे। ओदी जिहड़ी बॉस सीगी वो कुड़ी सीगी, ते कुड़ी होण करके ए अपनी टीम दे विच पूरा अपने आप नू राइज करना शुरू हो गया। जो उन्हें सीखिया सी या वो जो इहदी बॉस नू आंदा सी उस तो कई गुना ज्यादा इहनू आंदा सी। वो उहदे कोलों बर्दाश्त नहीं होया। एक दिन उन्होंने पार्टी रखी, राती 30 बंदे बुलाए, मतलब कि अजे इहनू ज्वाइन किते 3 महीने होए सीगे, ते 30 बंदे बुलाए 10,000 बंदियां दी कंपनी दे विच। वो 30 बंदियां च इहदा नाम सीगा। ते बॉस नू भी शौक लग्या, बॉस नू शौक लग्या कि की हो गया। नैक्सट डे मॉर्निंग जदों यह गया तो इहनू सैक करता कि यू आर सैक्ड। ए अगेन गोज टू, मतलब इन्हें सानू फोन किया 3 घंटे इहनू कहा, असी कहा कि तेनू बाबा जी ने उही गल की कि बाबा जी की बख्शिश है, तेनू इत्थों तेरा इत्थे कैरियर नहीं सीगा। साडी डेली 1 वीक इहदे नाल गल हुंदी रही, असी उत्थे जा नहीं सकते सी, यूएसए सीगा। मगर उस दे बाद 3 घंटे रेली सवेरे शामी दोपहरी राती हर वेले इहदे नाल गल हुंदी सी कि ये बच्चा कल्ला इत्थे, कि कोई स्टैप ना चुक ले, कुछ होर ना हो जाए। असी इहदा माइंड चेंज किया। ਉਹਦੇ ਬਾਅਦ ਹੀ ਗॉट ਦਾ ਜॉब ਆਫਟਰ 6 ਮੰਥਸ, ਔਰ ਇਸ ਜॉब ਤੋਂ ਆਲਮੋਸਟ ਡਬਲ ਸੈਲਰੀ ਦੇ ਉੱਤੇ, ਡਬਲ ਸੈਲਰੀ ਤੇ ਮਿਲੀ ਹੈ। ਤਦ ਇਹਦਾ ਵਿਸ਼ਵਾਸ ਗੁਰੂ ਘਰ ਵੱਲ, ਬਾਬਾ ਜੀ ਵੱਲ ਜ਼ਿਆਦਾ ਜੁੜਿਆ। ਹੁਣ ਇਹ ਹਰ ਹਫਤੇ ਸੰਡੇ ਨੂੰ ਗੁਰਦੁਆਰੇ ਜਾਂਦਾ ਹੈ, ਉੱਥੇ ਬੈਠਦਾ ਹੈ। ਤੇ ਜਿਸ ਤਰ੍ਹਾਂ ਭੂਆ ਜੀ ਨੇ ਕਿਹਾ ਸੀ ਕਿ ਟਾਈਮ ਚੇਂਜ ਹੋਣ ਵਿੱਚ ਜਦੋਂ ਬੱਚਾ ਫ੍ਰੀ ਹੋ ਜਾਂਦਾ ਹੈ, ਮਨ ਤੋਂ ਸੈਟੀਸਫਾਈਡ ਹੋ ਜਾਂਦਾ ਹੈ, ਤੇ ਸਕੂਲ ਲੈਵਲ ਦੇ ਉੱਤੇ ਉਹਦੇ ਉੱਤੇ ਬਹੁਤ ਪ੍ਰੈਸ਼ਰ ਹੁੰਦੇ ਨੇ, ਬਹੁਤ ਪ੍ਰੈਸ਼ਰ ਹੁੰਦੇ ਨੇ। ਦੋਸਤਾਂ ਦੇ ਹੁੰਦੇ ਨੇ, ਸਕੂਲ ਦੋਸਤਾਂ ਦੇ ਹੁੰਦੇ ਨੇ, ਟਿਊਸ਼ਨ ਦੋਸਤਾਂ ਦੇ ਹੁੰਦੇ ਨੇ, ਕਾਲਜ ਦੋਸਤਾਂ ਦੇ ਹੁੰਦੇ ਨੇ, ਹੋਰ ਮਹੱਲੇ ਦੇ ਦੋਸਤਾਂ ਦੇ ਹੁੰਦੇ ਨੇ। ਸੌਰੀ, ਸ਼ੁੱਡ ਵੀ ਟੇਕ ਨੈਕਸਟ ਕੁਐਸਚਨ ਵੀ ਜੀ, ਕਿਉਂਕਿ ਸਮਾਂ ਹੋ ਰਿਹਾ, 2 ਬੰਦਿਆਂ ਦੀ ਵਿਚਾਰ ਕਰ ਲਈਏ। ਕੋਈ ਗੱਲ ਨਹੀਂ। ਹਰਪ੍ਰੀਤ ਵੀ ਜੀ, ਹਰਪ੍ਰੀਤ ਵੀ ਜੀ ਆਪਣੀ ਆਡੀਓ ਔਨ ਕਰਕੇ ਪਲੀਜ਼ ਵਿਚਾਰ ਦਿਓ। ਉਸ ਤੋਂ ਬਾਅਦ ਸਤੀਸ਼ ਅਰੋੜਾ ਵੀ ਜੀ ਦਾ ਵੀ ਰਹਿੰਦਾ ਹੈ। ਹਰਪ੍ਰੀਤ ਵੀ ਜੀ, हरप्रीत भी जी शायद लेफ्ट हो गए ने। सतीश अरोड़ा भी जी प्लीज अपनी ऑडियो ऑन कर लो। वाहिगुरु जी का खालसा, वाहिगुरु जी की फतेह। मेरी आवाज आ रही है भी जी? जी भी जी बिल्कुल क्लियर है। प्लीज रिगार्डिंग द यस्टरडे टॉपिक भी जी, नो गुरमत विचार राइट नाउ। ना 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 ना, ओनली दिस मेरी एक विचार हैगी, एवरी हर आदमी अपनी लाइफ विच किसी ना किसी मोमेंट ते डिप्रेशन ते आंदा है। पर अगर मेरी बुआ जी मैं कल ये टॉपिक आई हैड शेयर्ड विद लॉट्स ऑफ पीपल इन आगरा एंड ते मैं कह रहा जो भी कोई भी कदम अगर चुकन लगता हैगा, सिर्फ क्योंकि हर आदमी मोमेंट ते आई वाज आल्सो भाई आज तुम लॉन्ग बैक से अबाउट 20 इयर्स बैक आई वाज इन द सेम पोजीशन ते अपने आप पे क्वेश्चन करना है एक बारी कि अगर मैं सुसाइड कर रहा ते मेरे सुसाइड करने नाल ये चीज सुधर जाएगी, देन यू डू। अगर उस नाल नहीं सुधरती कोई चीज तो मेहनत करो,
सिर्फ ਇਹ ਸੋਚਣਾ ਹੈ ਮਨ ਵਿੱਚ ਕਿ ਹਾਂ ਜੀ ਜੋ ਮੈਂ ਅੱਜ ਕਦਮ ਕਰ ਰਿਹਾ ਇਹਦੇ ਨਾਲ ਕਦਮ ਨਾਲ ਅਗਰ ਇਹ ਚੀਜ਼ ਸੁਧਰ ਜਾਏ दैट्स फाइन। अगर आदमी शराब पींदा है उनके शराब पीने नाल आदमी उनके कि भाई सवेरे काम सुधर जाएगा फिर तो चल ठीक है जी पी लो। अगर ये 2 बारी सोच ले आदमी ही वोंट कमिट। ते मैं एक छोटी सी चीज आपके साथ शेयर होर कर रहा। आवाज आ रही है वीर जी मेरी? बिल्कुल आ रही वीर जी। ते आई वाज अ नॉन सिक एंड मैं अपने केस एट द एज ऑफ 60 आई हैव स्टार्टेड भाई मैं पूरी फैमिली मेरी नॉन सिक हैगी। मेरे इन लॉज सिख फैमिली तो बिलोंग करते हैं, मेरी वाइफ सिख फैमिली तो बिलोंग करती है एंड एट द एज ऑफ 60 आई हैव केप्ट माय केश एंड दाढ़ी एवरीथिंग। ते जो एक बारी गुरबानी दिल ला के सुन लेगा अंदरों भिज के ही कैन नेवर लीव, नेवर लीव। एक बारी सिर्फ उन्हों मैं दिल लगाना चाहिए कि मन च अगर बैठ जाएगी तो ही कांट गो आउट। दैट्स व्हाई सिर्फ एक बारी दिल लगा। बहुत वधिया सतीश जी, बहुत वधिया वीर जी। जी सतीश जी आप जी ने गल मेरे नाल भी शेयर की सी, बहुत वधिया गल की आप जी ने, बिल्कुल तजिंदर ਵੀਰ ਜੀ मैं ना देखिया सी, मैं कहा भी मोर देन ना 1/3 ਜਿਹੜੇ ਆਪਣੇ ਨਾਲ ਜੁਆਇਨ ਕੀਤਾ ਹੋਇਆ ਨਾ ਉਹ ਲੀਵ ਕਰ ਚੁੱਕੇ ਨੇ। ਹਾਂਜੀ ਵੀਰ ਜੀ ਯੈਸ। ਤੇ ਉਹ ਮੇਰੇ ਖਿਆਲ ਨਾਲ ਆਪਾਂ ਨੂੰ ਟਾਈਮ ਦਾ ਨਾ ਖਿਆਲ ਰੱਖਿਆ ਕਰੀ ਕਿਉਂਕਿ ਮੇਰੇ ਖਿਆਲ ਨਾਲ ਵੀਰ ਜੀ ਕੰਮ ਤੇ ਵੀ ਮੈਂ ਕੁਝ ਕਹਿ ਨਹੀਂ ਸਕਦਾ ਨਾ, ਸਤਬੀਰ ਵੀਰ ਜੀ ਨੇ ਪਹਿਲੇ ਹੀ ਕਹਿਤਾ ਸੀ ਅੱਜ ਟਾਈਮ ਦੀ ਲਿਮਿਟੇਸ਼ਨ ਮੈਂ ਨਹੀਂ ਦੇਖਿਆ ਨਾ ਵੀਰ ਜੀ ਘੱਟੋ ਘੱਟ ਉਹ ਨਾ 10:45 ਤੋਂ ਬਾਅਦ 50 ਤੱਕ ਤਕਰੀਬਨ ਉਹ ਲੀਵ ਕਰ ਚੁੱਕੇ ਸਨ ਸਾਰੇ। ਵੀਰ ਜੀ ਮੈਨੂੰ ਸਤਬੀਰ ਵੀਰ ਜੀ ਦੀ ਆਗਿਆ ਮਿਲੀ ਸੀ ਕਿ ਅੱਜ ਤੁਸੀਂ ਸਮੇਂ ਦਾ ਕੋਈ ਪਾਬੰਦੀ ਨਹੀਂ ਰੱਖਣਾ, ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਵੀ ਟਾਈਮ ਸਿਰ ਕੰਮ ਕਰਦਾ ਕਰੀਏ। ਯੈਸ ਐਗਰੀ ਵੀਰ ਜੀ, जी जी तो एक्चुअली सांस मार लेंगे।